ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਅਵਾਰਾ ਪਸ਼ੂ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਬਹੁਤ ਨੇ। ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ, ਕਿਤੇ ਟ੍ਰੈਫਿਕ ਜਾਮ, ਗਊਆਂ ਨੇ ਉਹ ਬੈਠੀਆਂ ਰਹਿਣਗੀਆਂ, ਸੜਕਾਂ ਦੇ ਵਿੱਚ ਬੈਠੀਆਂ ਰਹਿਣਗੀਆਂ। ਕਈ ਵਾਰ ਐਸੀਆਂ ਘਟਨਾਵਾਂ ਹੁੰਦੀਆਂ ਨੇ, ਸਾਂਢ ਵੀ ਤੁਰੇ ਫਿਰਦੇ ਨੇ ਜੋ ਸਿੰਗ ਮਾਰਦੇ ਨੇ, ਕਈਆਂ ਨੂੰ, ਕਈਆਂ ਦੀ ਜਾਨ ਵੀ ਚਲੇ ਜਾਂਦੀ ਹੈ, ਐਕਸੀਡੈਂਟਸ ਹੁੰਦੇ ਨੇ। ਅਵਾਰਾ ਕੁੱਤੇ, ਸੋ ਇਹ ਜੋ ਹੈ ਨਾ, ਇੱਕ ਇਹਨਾਂ ਦੀ ਜਨਸੰਖਿਆ ਵੀ ਵੱਧਦੀ ਪਈ ਹੈ। ਇੱਕ ਤਾਂ ਇਨਸਾਨਾਂ ਦੀ ਜਨਸੰਖਿਆ ਵੱਧਦੀ ਪਈ ਹੈ, ਇੱਕ ਦੂਜੇ ਪਾਸੇ ਪਸ਼ੂਆਂ ਦੀ ਜਨਸੰਖਿਆ ਵੱਧਦੀ ਪਈ ਹੈ ਔਰ ਬਹੁਤ ਜ਼ਿਆਦਾ ਹੋ ਗਏ ਨੇ। ਕਈ ਵਾਰ ਅਸੀਂ ਨਿਊਜ਼ ਪੜ੍ਹਦੇ ਕਿ ਕੁੱਤਿਆਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਵੱਢਿਆ, ਖਾ ਗਏ, ਇੰਨੀ ਬੁਰੀ ਤਰ੍ਹਾਂ ਪਏ ਉਹਨਾਂ ਨੂੰ। ਸੋ ਇਹ ਸਾਰੀਆਂ ਘਟਨਾਵਾਂ ਨੇ ਔਰ ਬਹੁਤ ਜ਼ਿਆਦਾ ਲੋਕ ਦੁਖੀ ਨੇ। ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਕੀਤੀਆਂ। ਹੁਣ ਪ੍ਰਸ਼ਾਸਨ ਵੀ ਕੀ ਕਰੇ? ਪਿੱਛੇ ਜਿਹੇ ਇੱਕ ਮੁਹਿੰਮ ਚੱਲੀ ਸੀ, ਅਵਾਰਾ ਪਸ਼ੂਆਂ ਨੂੰ ਫੜੋ ਜੀ। ਉਹ ਫੜ ਕੇ ਰੱਖਣੇ ਕਿੱਥੇ ਨੇ, ਇਹ ਵੀ ਤਾਂ ਦੱਸੋ। ਔਰ ਇੱਕ ਲੋਕਾਂ ਨੂੰ ਇਹ ਬੜੀ ਸੋਚ ਹੈ ਕਿ ਜਦੋਂ ਤੱਕ ਕੋਈ ਵੀ ਪਸ਼ੂ ਦੁਧਾਰੂ ਹੈਗਾ, ਦੁੱਧ ਦਿੰਦਾ ਹੈ, ਉਦੋਂ ਤੱਕ ਉਹਨੂੰ ਸਾਂਭ ਕੇ ਰੱਖਣਗੇ। ਜਦੋਂ ਫੰਡਰ ਹੋ ਗਿਆ, ਦੁੱਧ ਦੇਣਾ ਉਹਨੇ ਬੰਦ ਕਰ ਦਿੱਤਾ, ਉਹ ਸੜਕ ਦੇ ਉੱਤੇ ਛੱਡ ਦੇਣਾ। ਮਤਲਬ ਇਨਸਾਨ ਖੁਦਗਰਜ਼ ਹੈ। ਜਦੋਂ ਤੱਕ ਫਾਇਦਾ ਹੈ ਉਦੋਂ ਤੱਕ ਆਪਣੇ ਕੋਲ ਰੱਖੋ, ਜਦੋਂ ਫਾਇਦਾ ਨਹੀਂ ਰਿਹਾ ਛੱਡ ਦਿਓ ਸੜਕਾਂ ਦੇ ਉੱਤੇ। ਇਹ ਨਹੀਂ ਸੋਚਣਾ ਉਹਦਾ ਕੀ ਨੁਕਸਾਨ ਹੋਏਗਾ ਲੋਕਾਂ ਨੂੰ। ਹਾਂ ਸੰਜੀਵ ਖੰਨਾ ਜੀ, ਬਹੁਤ ਵਧੀਆ ਮਸਲਾ ਤੁਸੀਂ ਲਿਆ, ਕਿਉਂਕਿ ਇਹ ਜਿਹੜਾ ਮਸਲਾ ਜਾਂ ਇਹ ਜਿਹੜੀ ਸਮੱਸਿਆ ਵਾ, ਇਸ ਤੋਂ ਬਹੁਤ ਲੋਕ ਜਿਹੜਾ ਨੁਕਸਾਨ ਉਠਾ ਰਹੇ ਆ ਔਰ ਇਹ ਖਾਸ ਤੌਰ 'ਤੇ ਵੱਡੇ ਸ਼ਹਿਰਾਂ 'ਚ ਨਜ਼ਰ ਆ ਰਿਹਾ। ਸੜਕਾਂ 'ਤੇ ਤੁਸੀਂ ਜੇ ਕਿਤੇ ਗੱਡੀ ਚਲਾਓ, ਐਕਟਿਵਾ, ਸਕੂਟਰ 'ਤੇ ਜਾਓ, ਤੁਹਾਨੂੰ ਲੱਗਦਾ ਉੱਥੇ ਸਾਂਢ ਵੀ ਚੱਲ ਰਹੇ ਆ, ਉੱਥੇ ਗਾਵਾਂ ਵੀ ਆ, ਉੱਥੇ ਮੱਝਾਂ ਵੀ ਤੁਰੀਆਂ ਫਿਰਦੀਆਂ ਔਰ ਬਹੁਤਾ ਅਵਾਰਾ ਪਸ਼ੂ ਚੱਲ ਰਹੇ ਆ। ਹੁਣ ਇਹ ਕਸੂਰ ਉਹਨਾਂ ਦਾ ਨਹੀਂ ਗਾ। ਜਿਸ ਤਰ੍ਹਾਂ ਉਹ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਜਾਂ ਦੁੱਧ ਦੇਣੋਂ ਹਟ ਜਾਂਦੇ ਆ, ਫਿਰ ਉਹਨਾਂ ਦੇ ਟਰੱਕਾਂ 'ਤੇ ਉਹਨਾਂ ਨੂੰ ਲੋਡ ਕਰਕੇ ਅਤੇ ਉਹ ਵੇਚਣ ਦੇ ਬਹਾਨੇ ਨਾਲ ਉਹਨਾਂ ਨੂੰ ਲੋਡ ਕਰ ਲਿਆ ਜਾਂਦਾ, ਉਹਦੇ 'ਚ ਬਿਠਾ ਕੇ ਫਿਰ ਉਹਨਾਂ ਨੂੰ ਵੱਡੇ ਟਰੱਕਾਂ 'ਚ ਲਿਆ ਕੇ ਰਾਤ ਨੂੰ, ਟਿੱਕੀ ਰਾਤ ਨੂੰ ਉੱਥੇ ਸੜਕਾਂ 'ਤੇ ਛੱਡ ਦਿੱਤਾ ਜਾਂਦਾ। ਇਹ ਉਦਾਹਰਣ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੀ ਬਹੁਤ ਹੈਗੀ ਆ, ਜਿਹਦੇ ਵਿੱਚ ਬਹੁਤ ਜਿਹੜੇ ਅਵਾਰਾ ਡੰਗਰ ਆ, ਪਸ਼ੂ ਆ, ਉਹ ਤੁਸੀਂ ਸੜਕਾਂ 'ਤੇ ਜਾ ਕੇ ਤੁਰੇ ਫਿਰਦੇ ਘੁੰਮਦੇ ਵੇਖੋਗੇ। ਔਰ ਲੋਕ ਜਦੋਂ ਕੁੜੀਆਂ ਪੜ੍ਹਨ ਜਾਂਦੀਆਂ, ਬੱਚੇ ਸਕੂਲਾਂ 'ਚ ਜਾਂਦੇ ਆ, ਬਜ਼ੁਰਗ ਬਾਜ਼ਾਰਾਂ 'ਚ ਤੁਰਦੇ ਆ, ਉਹ ਉਹਨਾਂ ਨੂੰ ਢੁੱਡਾ ਮਾਰ ਕੇ ਪੂਤਰੇ ਸਾਂਢ ਉਹਨਾਂ ਨੂੰ ਸੁੱਟ ਦਿੰਦੇ ਆ। ਇਹ ਤੁਸੀਂ ਵੀਡੀਓ ਵਾਇਰਲ ਹੋਈ ਫੇਸਬੁੱਕ 'ਤੇ, YouTube 'ਤੇ ਵੇਖ ਸਕਦੇ ਜੀ। ਔਰ ਕਈ ਤਾਂ ਸਿੰਘ ਮਾਰ ਕੇ ਉਹਨਾਂ ਨੂੰ ਮਾਰ ਵੀ ਦਿੱਤੇ ਆ ਬਜ਼ੁਰਗ। ਬਿਲਕੁਲ। ਔਰ ਇਹ ਨੁਕਸਾਨ ਜੇ ਸਾਰਾ ਜਾਨ ਤੇ ਮਾਲ ਨੂੰ ਹੈਗਾ ਤਾਂ ਫਿਰ ਦੁਨੀਆ ਨੂੰ ਸਾਰੀ ਨੂੰ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਇਹਦੇ ਵਿੱਚ ਮੇਰਾ ਖਿਆਲ ਹੈ ਇਹ ਜਿਹੜੀ ਛੋਟੀ ਮੋਟੀ ਬੇਨਤੀ ਹੈ ਸਾਡੀਆਂ ਜਿਹੜੀਆਂ NGO ਏਜੰਸੀਆਂ ਨੇ ਜਾਂ ਜਿਹੜੀਆਂ ਸਾਡੀਆਂ ਨਗਰ ਨਿਗਮਾਂ ਨੇ, ਜਿਹੜੀਆਂ ਕਾਰਪੋਰੇਸ਼ਨਾਂ, ਜ਼ਿਲ੍ਹਾ ਪ੍ਰੀਸ਼ਦ ਨੇ, ਉਹ ਆ ਜਾਂ DC ਸਾਹਿਬ ਨੇ, ਉੱਥੋਂ ਦੇ ਨੁਮਾਇੰਦੇ, ਔਰ ਉਹ ਸੋਚਣਾ ਚਾਹੁੰਦੇ ਵਹਿੰਦੇ ਆ। ਔਰ ਦੇਖੋ, ਅਸੀਂ ਤਾਂ ਗਾਂ ਦੀ, ਇਹ ਸਾਡਾ ਹਿੰਦੁਸਤਾਨ ਜਿਹੜਾ ਗਾਂ ਦੀ ਪੂਜਾ ਕਰਦਾ, ਔਰ ਦੂਜੇ ਪਾਸੇ ਅਸੀਂ ਅਵਾਰਾ ਗਾਵਾਂ ਨੂੰ ਬਾਹਰ ਛੱਡ ਦਿੰਦੇ ਹਾਂ ਔਰ ਵਿਚਾਰੀਆਂ ਜਦੋਂ ਦੁੱਧ ਨਹੀਂ ਦਿੰਦੀਆਂ ਬਾਹਰ ਚਲੇ ਜਾਂਦੀਆਂ ਔਰ ਉਹ ਸਰਦੀਆਂ 'ਚ ਵੀ ਬਾਹਰ ਪਾਲੇ 'ਚ ਮਰਦੀਆਂ। ਪਰ ਇਹਨਾਂ ਨੂੰ ਕੋਈ ਇੱਦਾਂ ਦਾ ਇਹ ਨਹੀਂ ਹੁੰਦਾ ਕਿ ਮਨ 'ਚ ਕਿ ਵਿਚਾਰੀ ਪਾਲੇ 'ਚ ਨਾ ਮਰਨ ਠੰਡ 'ਚ, ਕਿਉਂਕਿ ਗਾਂ ਨੂੰ ਪਾਲਾ ਵੀ ਜ਼ਿਆਦਾ ਲੱਗਦਾ। ਬਿਲਕੁਲ ਲੱਗਦਾ। ਕਈ ਕਹਿੰਦੇ ਨੇ ਕਿ ਗਊਸ਼ਾਲਾ ਦੇ ਆਓ। ਹੁਣ ਗਊਸ਼ਾਲਾ 'ਚ ਕਿੰਨੀਆਂ ਕੁ ਰੱਖ ਲੈਣਗੇ? ਜ਼ਰੂਰ। ਸਹੀ ਗੱਲ, ਠੀਕ ਹੈ ਨਾ। ਉੱਥੇ ਫਿਰ ਖਰਚਾ ਉਹਨਾਂ ਦਾ, ਪੱਠੇ ਕੌਣ ਲਿਆਊ ਉਹਨਾਂ ਦੇ ਵਾਸਤੇ? ਸੋ ਇਹ ਸਭ ਗੱਲਾਂ ਨੇ, ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਔਰ ਲੋਕਾਂ ਨੂੰ ਵੀ ਅਕਲ ਨਾਲ ਕੰਮ ਲੈਣਾ ਚਾਹੀਦਾ ਵੀ ਤੁਸੀਂ ਕਰਦੇ ਕੀ ਪਏ ਹੋ? ਇਹ ਸੜਕਾਂ ਦੇ ਉੱਤੇ ਕਿਉਂ ਛੱਡ ਦਿਓ ਪਸ਼ੂਆਂ ਨੂੰ? ਅਵਾਰਾ ਪਸ਼ੂ ਕਿਉਂ ਬਣਾ ਦਿੰਦੇ ਹੋ? ਦੇਖੋ ਬਲਕਾਰ ਜੀ, ਸੋਚਣਾ ਇਨਸਾਨ ਦੀ ਇੰਨੀ ਖੁਦਗਰਜ਼ੀ ਭਰੀ ਹੈ ਕਿ ਆਪਣਾ ਫਾਇਦਾ ਦੇਖਣਾ। ਇੱਥੋਂ ਤੱਕ ਕਿ ਜੇ ਮਾਂ-ਬਾਪ ਨੇ ਬੁੱਢੇ ਹੋ ਗਏ ਨੇ, ਬਜ਼ੁਰਗ ਹੋ ਗਏ ਨੇ ਮਾਂ-ਬਾਪ, ਜੇ ਉਹਨਾਂ ਕੋਲ ਕੋਈ ਫਾਇਦਾ ਨਹੀਂ ਨਾ ਹੈਗਾ, ਉਹਨੂੰ ਵੀ ਬਿਰਧ ਆਸ਼ਰਮ ਛੱਡ ਆਓ। ਬਿਲਕੁਲ। ਮੇਰੇ ਵੀ ਮਨ 'ਚ ਆ ਰਹੀ ਗੱਲ ਕਿ ਬਹੁਤ ਯਤੀਮ ਖਾਨੇ ਆ, ਬਹੁਤ ਬਿਰਧ ਆਸ਼ਰਮ ਆ, ਜਿੱਥੇ ਵਿਚਾਰੇ ਬਜ਼ੁਰਗ ਆ। ਇਹ ਵੀ ਇਹਨਾਂ ਦੀ ਨੌਬਤ ਵੀ ਉਹੀ ਹੈ ਕਿ ਵੀ ਸਮਝ ਲਓ ਬਜ਼ੁਰਗ ਵਾਲੇ ਹੋ ਜਾਂਦੇ ਆ, ਜਦੋਂ ਦੁੱਧ ਦਿੰਦੇ ਆ ਉਦੋਂ ਉਹਨਾਂ ਦੀ ਸੇਵਾ ਕਰਦੇ ਆ, ਉਦੋਂ ਬਾਲਟੀਆਂ ਦਾ ਦੁੱਧ ਚੋਂਦੇ ਆ, ਉਦੋਂ ਆਂਦੇ ਸਾਡੇ ਕੋਲ ਲਵੇਰਾ ਵਾ, ਸਾਡੇ ਕੋਲ ਪਸ਼ੂ ਵਾ। ਜਦੋਂ ਫੰਡੜ ਹੋ ਜਾਂਦੇ ਤਾਂ ਘਰੋਂ ਰੱਸੇ ਲਾ ਕੇ ਛੱਡ ਦਿੰਦੇ ਅਵਾਰਾ ਹੀ। ਹੁਣ ਤੁਸੀਂ ਜਲੰਧਰ ਦੇ ਵੇਖੋ ਜਾ ਕੇ, ਮੈਂ ਖੁਦ ਆਪ ਹੀ ਵੇਖਿਆ, ਜਿਸ ਤਰ੍ਹਾਂ ਜਦੋਂ ਅਸੀਂ ਜਾਂਦੇ ਹਾਂ ਨਕੋਦਰ ਰੋਡ, ਨਕੋਦਰ ਚੌਕ ਵੱਲ ਨੂੰ ਜਾਂਦੇ ਹਾਂ, ਰਾਹ ਦੇ ਵਿੱਚ ਤੁਹਾਨੂੰ ਬੜੇ ਡੰਗਰ ਮਿਲਣਗੇ, ਬਹੁਤ ਵੱਡੇ ਸਾਂਢ, ਜਿੱਥੇ ਫੁੱਟਪਾਥ ਉਹਦੇ ਨਾਲ ਲੱਗੇ ਹੋਣਗੇ, ਅਵਾਰਾ ਕੁੱਤੇ ਵੀ। ਔਰ ਜਿਹੜੇ ਸਾਂਢ ਆ ਉਹ ਕਦੀ ਢੁੱਡ ਮਾਰਦੇ ਆ, ਭਜਾ ਦਿੰਦੇ ਸਾਰਿਆਂ ਨੂੰ, ਵੱਡੀਆਂ ਵੱਡੀਆਂ ਮੋਟਰਸਾਈਕਲ ਮੁੱਦੀਆਂ ਕਰ ਦਿੰਦੇ। ਇੱਕ ਦਿਨ ਨਕੋਦਰ ਚੌਕ ਦੇ ਅੱਗੇ ਜਾ ਰਹੇ ਸੀ, ਉਹ ਸਾਂਢ ਮਗਰ ਭੱਜਾ ਔਰ ਦੋਜੀ ਸੀ, ਉਹਦੇ ਵੱਡੇ ਡੋਣੇ ਜਿਹੜੇ ਹੈਗੇ ਸੀ ਉਹਨਾਂ ਨੇ ਮੂਧੇ ਕਰ ਦਿੱਤੇ। ਹੁਣ ਦੇਖੋ ਕੀ ਕਰ ਰਿਹਾ, ਅਗਲੇ ਦੁੱਧ ਲੱਭਦੇ ਹੋਣਗੇ। ਹੁਣ ਸਾਰੇ ਹੱਸਣ ਲੱਗ ਪਏ। ਉਹ ਕਹਿੰਦੇ ਜੀ ਆਂਦਾ ਜੀ ਇਹ ਦੁੱਧ ਮੇਰਾ ਵਾ, ਤੂੰ ਕਿੱਥੇ ਲੈ ਕੇ ਚੱਲਿਆ? ਪਰ ਜਿੱਥੇ ਹੈਗਾ ਬਾਕੀ ਲੋਕ ਨਹੀਂ ਕੁਝ ਕਰ ਸਕਦੇ। ਇਹ 'ਚ ਨਗਰ ਨਿਗਮ, DC ਸਾਹਿਬ ਨੇ, SSP ਪੁਲਿਸ ਵਾਲੇ ਨੇ ਔਰ ਜਿਹੜੀ ਜਿਹੜੇ ਪ੍ਰਸ਼ਾਸਨ ਸੰਭਾਲਦੇ ਆ, ਜਿਨ੍ਹਾਂ ਦੇ ਵਿੱਚ ਹੁਣ ਇਹਦੇ ਵਿੱਚ ਲਾਲਜੀਤ ਜੀ ਜਿਹੜੇ ਮੰਤਰੀ ਨੇ ਇਹਦੇ ਨਾਲ ਪਸ਼ੂ ਪਾਲਣ ਦੇ, ਉਹਨਾਂ ਨੂੰ ਖੁਦ ਚਾਹੀਦਾ
ਉਹਦੇ ਨਾਲ ਹੁਣ ਇੱਕ ਲੱਗਦੀ ਬਿਮਾਰੀ ਵੀ ਹੈਗੀ ਲੰਪੀ ਸਕਿਨ, ਜਿਹਦੇ ਨਾਲ ਦੁੱਧ ਲੈਣਾ ਲੋਕ ਘਟ ਗਏ। ਉਹ ਇੱਕ ਛੂਤ ਦੀ ਬਿਮਾਰੀ ਆ, ਗਾਵਾਂ ਨੂੰ ਹੋ ਰਹੀ ਆ। ਉਹਦੇ ਵਿੱਚ ਵੀ ਡਾਕਟਰਾਂ ਦੀ ਘਾਟ ਆ, ਵੈਟਰਨਰੀ ਡਾਕਟਰ ਵੀ ਹੈ ਨਹੀਂ ਔਰ ਉਹਨਾਂ ਨੂੰ ਇੱਦਾਂ ਛੱਡ ਰਹੇ ਵਿਚਾਰੀਆਂ ਨੂੰ। ਹੁਣ ਉਹਦੇ ਸਕਿਨ ਦੀ ਪ੍ਰੋਬਲਮ ਹੈਗੀ ਆ, ਸਕਿਨ ਜਿਹੜੀ ਇੱਦਾਂ ਦੀ ਉਹਨਾਂ ਦੀ ਉਖੜ ਜਾਂਦੀ ਆ, ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ। ਡਾਕਟਰ ਉੱਥੇ ਆ ਰਹੇ ਹੁਣ, ਇਹਨਾਂ ਨੇ ਬਣਾਉਣ ਵੈਸੇ ਗਰੁੱਪ ਬਣਾਉਣ ਡਾਕਟਰਾਂ ਦੇ, ਵੈਟਰਨਰੀ ਡਾਕਟਰ ਆ ਗਏ ਉਹਦੇ ਵਿੱਚ, ਪਰ ਇੰਨੇ ਡਾਕਟਰ ਨਹੀਂ ਜਿੰਨੇ ਉਹਨਾਂ ਨੂੰ ਸੰਭਾਲਣਾ। ਮਲੇਰਕੋਟਲਾ ਦਾ ਤੁਸੀਂ ਪੜ੍ਹੋ ਜਾ ਕੇ ਅਖਬਾਰਾਂ ਦੇ ਵਿੱਚ, ਕਿੰਨੇ ਲੋਕ ਉੱਥੇ ਜਿਹੜੇ ਤੰਗ ਹੋ ਗਏ ਔਰ ਕਿੰਨੇ ਪਸ਼ੂ ਮਰ ਗਏ ਲੰਪੀ ਸਕਿਨ ਡਿਜ਼ੀਜ਼ ਨਾਲ। ਪੰਜਾਬ 'ਚ ਇਸ ਵੇਲੇ ਫੈਲੀ ਆ, ਪਰ ਇਹ ਨਹੀਂ ਪਤਾ ਲੱਗਦਾ ਕਿ ਪਹਿਲਾਂ ਜਦੋਂ ਮੂੰਹ ਖੁਰ ਦੀ ਬਿਮਾਰੀ, ਜਿਹਦੇ ਨਾਲ ਮੂੰਹ ਤੇ ਖੁਰ ਜਿਹੜੇ ਖਰਾਬ ਹੋ ਜਾਂਦੇ ਸੀ, ਉਦੋਂ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਟੀਕੇ ਲੱਗਦੇ ਸੀ। ਜਦੋਂ ਪਿੰਡਾਂ 'ਚ ਜਾ ਕੇ ਡਾਕਟਰ ਆਉਂਦੇ ਸੀ, ਉਹਨਾਂ ਨੂੰ ਰੌਲਾ ਪਾ ਦਿੱਤਾ ਜਾਂਦਾ ਹੈਗਾ, ਸੂਚਨਾ ਦੇ ਦਿੱਤੀ ਜਾਂਦੀ ਵੀ ਆਪਣੇ ਡੰਗਰਾਂ ਨੂੰ ਲੈ ਆਓ ਤੇ ਤੁਹਾਡੇ ਮੂੰਹ ਖੁਰ ਦੀ ਬਿਮਾਰੀ ਆ ਗਈ ਆ। ਇਹ ਆਉਂਦੀ ਪਤਾ ਕਿਦੋਂ? ਬਰਸਾਤਾਂ ਦੇ ਮੌਸਮਾਂ 'ਚ ਉਹ ਜਿਹੜੇ ਖੋਰਾ ਉਹ ਗਲ ਜਾਂਦੇ ਸੀ ਔਰ ਪੱਠੇ ਵੀ ਉਦੋਂ ਗਿੱਲੇ ਲੋਕਾਂ ਨੂੰ, ਇਹਨਾਂ ਨੂੰ ਲੋਕ ਲੈ ਕੇ ਜਾਂਦੇ ਸੀ ਪਸ਼ੂਆਂ ਲਈ। ਪਰ ਹੁਣ ਜਿਹੜੀ ਆਹ ਬੜੀ ਵੱਡੀ ਆਫਤ ਹੈ ਇਸ ਵੇਲੇ, ਕਿਉਂਕਿ ਇਹਦੇ ਨਾਲ ਬਿਮਾਰੀਆਂ ਵੀ ਫੈਲਣਗੀਆਂ, ਬਿਮਾਰੀ ਤਾਂ ਫੈਲ ਚੁੱਕੀ ਆ। ਦੂਜਾ ਨੰਬਰ ਹੈਗਾ ਕਿ ਹਾਦਸੇ ਹੋ ਰਹੇ ਆ, ਤੁਹਾਡੇ ਮੋਟਰਸਾਈਕਲ, ਗੱਡੀਆਂ, ਬੱਸਾਂ ਉਲਟ ਜਾਂਦੀਆਂ। ਤੁਸੀਂ ਇਹਨੂੰ ਬਚਾਉਂਦੇ ਨਾ ਗਾਂ ਨੂੰ, ਜਾਂ ਤੁਸੀਂ ਸਾਂਢ ਨੂੰ, ਉਹਨਾਂ ਨੂੰ ਬਚਾਉਂਦੇ ਤੁਹਾਡੀ ਗੱਡੀ ਜਿਹੜੀ ਉਹ ਡੋਲ ਜਾਂਦੀ ਹੈ। ਜਦੋਂ ਬ੍ਰੇਕ ਮਾਰੋਗੇ ਵਿੱਚੋਂ ਗੱਡੀ ਲੋਡਡ ਹੈ, ਬੱਸਾਂ ਕਈ ਉਲਟੀਆਂ। ਪਰ ਇਹ ਖਾਸ ਤੌਰ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ। ਬਿਲਕੁਲ ਸਹੀ ਗੱਲ। ਤਾਂ ਮੌਕੇ ਦੀ ਜਿਹੜੀ ਆ ਹਕੂਮਤ ਆ, ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਉਹ ਇੱਕ ਪਿੰਡ ਨੂੰ ਬਿਲੋਂਗ ਕਰਦੇ ਆ, ਉਹਨਾਂ ਨੂੰ ਪਤਾ ਕਿ ਇੱਕ ਮੰਤਰੀ ਦਿੱਤਾ ਉਹਨਾਂ ਨੇ ਬਣਾਇਆ, ਔਰ ਸਾਨੂੰ ਪਤਾ ਕਿ ਮੀਡੀਆ ਇਸ ਵੇਲੇ ਜ਼ੋਰ ਲਾ ਰਿਹਾ। ਮੀਡੀਆ ਚਾਹੁੰਦਾ ਕਿ ਇਹਨਾਂ ਦੇ ਕੰਨਾਂ ਤੱਕ ਗੱਲ ਚਲੇ ਜੇ ਤੇ ਇਹ ਦੱਸਣ ਲੋਕਾਂ ਨੂੰ ਵੀ ਤੁਸੀਂ ਆ ਵੀ ਕਰੋ, ਕਿਉਂਕਿ ਜਿਹਦੀਆਂ ਵੈਲਫੇਅਰ ਕਮੇਟੀਆਂ ਨੇ ਜਿਹੜੀਆਂ ਸ਼ਹਿਰਾਂ ਦੇ ਵਿੱਚ, ਉਹ ਵੀ ਥੋੜ੍ਹਾ ਬਹੁਤ ਇਹਦੇ ਪਿੱਛੇ ਲੱਗਣ ਔਰ ਨਗਰ ਨਿਗਮ ਲੱਗੇ, ਹੈ ਨਾ। ਉਹਦੇ ਵਿੱਚ ਮੇਅਰ ਸਾਹਿਬ ਬੈਠੇ ਨੇ ਆਪਣੇ, ਹੈ ਨਾ, ਜਗਦੀਸ਼ ਮੇਅਰ ਜੀ, ਉਹ ਬੈਠੇ ਨੇ। ਉਹਨਾਂ ਤੋਂ ਬਾਅਦ ਡਿਪਟੀ ਮੇਅਰ ਆ, ਇਹਨਾਂ ਨੂੰ ਸਾਰਿਆਂ ਨੂੰ ਮੀਟਿੰਗ ਲੈਣੀ ਚਾਹੀਦੀ। ਇਹ ਕਰਨਾ ਚਾਹੀਦਾ ਫੈਸਲਾ ਕਿ ਪਸ਼ੂਆਂ ਨੂੰ ਕਰਨਾ ਕੀ ਹੈ ਇਹਨਾਂ ਦਾ। ਬਿਲਕੁਲ ਬਿਲਕੁਲ, ਕਿਉਂਕਿ ਇਹਨੂੰ ਕਿੱਥੇ ਤਾਂ ਸਾਹਮਣਾ ਪਊਗਾ ਨਾ। ਜ਼ਰੂਰ ਇਹਦਾ ਕਰਨਾ ਕੀ ਹੈ, ਕਿੱਥੇ ਸਾਹਮਣਾ ਹੈ। ਇਹ ਤਾਂ ਹੈ ਨਹੀਂ ਕਿ ਇਹਨਾਂ ਨੂੰ ਸਲੌਟਰ ਹਾਊਸ ਭੇਜ ਦਿਓ ਜੀ, ਇਹਨਾਂ ਦਾ ਵੱਢ ਕੱਟ ਕੇ ਇਹਨਾਂ ਦਾ ਮੀਟ ਸਪਲਾਈ ਕਰ ਦਿਓ। ਇਹ ਤਾਂ ਕੋਈ ਸਹੀ ਸੋਚ ਨਹੀਂ ਹੈ, ਕਾਨੂੰਨੀ ਗੱਲ ਹੈ ਹੀ ਨਹੀਂ ਨਾ। ਠੀਕ ਹੈ ਨਾ, ਕਿਉਂਕਿ ਅਸੀਂ ਜਾਣਦੇ ਵੀ ਹਾਂ ਕਿ ਬੜੇ ਬੁੱਚੜਖਾਨੇ ਚੱਲਦੇ ਪਏ ਨੇ ਭਾਰਤ ਦੇ ਵਿੱਚ। ਕਈ ਉਹਨਾਂ ਦੇ ਖਿਲਾਫ ਵੀ ਗੱਲਾਂ ਹੁੰਦੀਆਂ ਨੇ, ਰੋਜ਼ ਨਵੇਂ ਕਾਨੂੰਨ ਵੀ ਬਣਦੇ ਨੇ, ਪਰ ਫਿਰ ਵੀ ਚੱਲਦੇ ਪਏ ਨੇ, ਕਿਉਂਕਿ ਉੱਥੇ ਵੀ ਜਿੱਦਾਂ ਆਪਾਂ ਕਹੀਏ ਕਿ ਵੱਡੇ ਵੱਡੇ ਲੋਕ ਇਨਵੋਲਵ ਨੇ, ਜਿਹੜੇ ਅਸਲ ਰਸੂਖ ਵਾਲੇ ਨੇ, ਜਿਨ੍ਹਾਂ ਦੀ ਬਹੁਤ ਉੱਤੇ ਤੱਕ ਪਹੁੰਚ ਹੈ, ਉਹਨਾਂ ਨੂੰ ਪ੍ਰੋਫਿਟ ਹੈ। ਉਹ ਕਿਉਂ ਬੰਦ ਕਰਨਗੇ? ਚਲੋ ਇੱਕ ਥਾਂ ਦੇ ਉੱਤੇ ਅਸੀਂ ਦੇਖਦੇ ਹਾਂ ਵਿਦੇਸ਼ਾਂ ਵਿੱਚ ਤੇ ਵਿਕਦਾ ਹੀ ਹੈ, ਉੱਥੇ ਤੇ ਸਲੌਟਰ ਹੁੰਦਾ ਹੀ ਨੇ, ਸਲੌਟਰ ਹਾਊਸ ਹੈਗੇ ਨੇ। ਪਰ ਇੱਕ ਪਰੰਪਰਾ ਹੈ, ਚਲੋ ਉਹ ਵੀ ਭਾਰਤ ਦੀ ਹੈ, ਆਪਣਾ ਕਲਚਰ, ਉਹਨਾਂ ਦਾ ਆਪਣੀ ਰਹਿਣੀ ਬਹਿਣੀ। ਉਹਨਾਂ 'ਚ ਤਾਂ ਉਹ ਕਈ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਅਡਾਪਟ ਨਹੀਂ ਕੀਤੀਆਂ ਤੇ ਨਾ ਕਰਾਂਗੇ, ਕਿਉਂਕਿ ਸਾਡਾ ਸਦੀਆਂ ਦਾ ਪੁਰਾਣਾ ਇਤਿਹਾਸ, ਪਰੰਪਰਾ ਹੈ, ਇੱਕ ਇਤਿਹਾਸ ਹੈ ਔਰ ਕਈ ਭਾਵਨਾਵਾਂ ਜੁੜੀਆਂ ਹੋਈਆਂ ਨੇ। ਠੀਕ ਹੈ, ਪਰ ਇਹਦਾ ਕੋਈ ਨਾ ਕੋਈ ਇਹਨਾਂ ਨੂੰ ਇਹਦਾ ਹੱਲ ਤਾਂ ਲੱਭਣਾ ਚਾਹੀਦਾ। ਇਹਨਾਂ ਨੂੰ ਚਾਹੀਦਾ ਤਾਂ ਹੈਗਾ, ਇਹ ਨਹੀਂ ਹੈ ਕਿ ਬੰਦਾ ਕਮਾਉਂਦਾ ਨਹੀਂਗਾ ਜਾਂ ਬਜ਼ੁਰਗ ਹੈਗਾ ਤੈਨੂੰ ਬਾਹਰੋਂ ਦਰਵਾਜ਼ਾ ਬੰਦ ਕਰਕੇ ਬਾਹਰ ਕੱਢ ਦੇਣਗੇ। ਇਹ ਹਾਲਤ ਨਹੀਂ ਹੋਣੀ ਚਾਹੀਦੀ। ਫਿਰ ਬੰਦੇ ਵੀ ਕੱਢ ਦੇਣ, ਜੇ ਇਹ ਵੀ ਤਾਂ ਬੰਦਿਆਂ ਵਰਗੇ, ਇਹ ਵੀ ਜਾਨ ਇਹਨਾਂ ਦੇ ਅੰਦਰ, ਇਹ ਵੀ ਬੋਲ ਨਹੀਂ ਸਕਦੇ, ਪਰ ਇਹਨਾਂ ਦੇ ਅੰਦਰ ਦੁੱਖ ਤਾਂ ਹੈਗਾ ਨਾ, ਉਹ ਦੁੱਖ ਕਿੱਥੇ ਜ਼ਾਹਰ ਕਰਨਗੇ। ਔਰ ਇਹ ਬੜੀ ਗੁੱਸੇ ਵਾਲੀ ਗੱਲ ਤਾਂ ਨਹੀਂ ਹੈ, ਨਿਮਰਤਾ ਨਾਲ ਅਸੀਂ ਕਹਿ ਰਹੇ ਹਾਂ ਕਿ ਇਸ ਗੱਲ ਨੂੰ ਸਮਝਣਾ ਚਾਹੀਦਾ। ਜਿਹੜੇ ਵੀ ਲੋਕ ਇਕੱਠੇ ਹੁੰਦੇ ਨੇ, ਜਿਨ੍ਹਾਂ ਕੋਲ ਪੈਸਾ ਹੈਗਾ ਵਾ, ਜਿਹੜੇ NGO ਏਜੰਸੀਆਂ ਨੇ ਜਾਂ ਜਿਹੜੇ ਵੈਲਫੇਅਰ ਕਰਦੇ ਆ, ਜਿਹੜੇ ਸੇਵਾਦਾਰ ਨੇ, ਲੋਕ ਕੰਮ ਕਰਨਾ ਚਾਹੁੰਦੇ ਆ, ਉਹ ਮਹੱਲਿਆਂ 'ਚ ਇਕੱਠੇ ਹੋ ਕੇ ਆਪਣਾ ਕੰਮ ਕਰਨ ਤੇ ਸਰਕਾਰ ਨੂੰ ਵੀ ਅੱਗੇ ਲਾਉਣ। ਇਹ ਗੱਲ, ਇਹਦਾ ਹੱਲ ਤੇ ਇਹੀ ਹੋਊਗਾ। ਕਿਸੇ ਵਕਤ ਅਸੀਂ ਪਸ਼ੂਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਰੱਖਦੇ ਸੀ, ਜ਼ਰੂਰ, ਔਰ ਅੱਜ ਵੀ ਕਈ ਪਰਿਵਾਰਾਂ 'ਚ ਰੱਖਿਆ ਜਾਂਦਾ ਹੈ। ਉਹਨਾਂ ਦੇ ਨਾਮ ਵੀ ਰੱਖੇ ਜਾਂਦੇ ਨੇ, ਗਾਵਾਂ ਮੱਝਾਂ ਦੇ ਨਾਮ ਵੀ ਰੱਖਦੇ ਆ, ਬਲਦਾਂ ਦੇ ਨਾਮ ਵੀ ਰੱਖੇ ਜਾਂਦੇ ਸੀ। ਕਿਸੇ ਟਾਈਮ ਇਹ ਸਭ ਸੀ ਕਿ ਫੈਮਿਲੀ ਵਾਂਗ ਰੱਖਦੇ ਸੀ। ਅੱਜ ਜ਼ਰੂਰਤਾਂ ਬਦਲ ਗਈਆਂ ਨੇ, ਜ਼ਰੂਰਤਾਂ ਦੇ ਮਤਲਬ ਨਾਲ ਇਨਸਾਨ ਵੀ ਬਦਲ ਗਿਆ, ਤੇ ਇਨਸਾਨ ਜੇ ਬਦਲ ਗਿਆ ਤੇ ਕਮ ਸੇ ਕਮ ਇੰਨਾ ਤੇ ਉਹਨੂੰ ਰਹਿਮ ਕਰਨਾ ਚਾਹੀਦਾ ਕਿ ਇੱਕ ਬਾਕੀ ਲੋਕਾਂ ਦੀ ਜ਼ਿੰਦਗੀ ਦੇ ਵਾਸਤੇ ਖਤਰਾ ਨਾ ਬਣਨ। ਇੱਕ ਇਦਾਂ ਦੀ ਸਟ੍ਰੈਟਜੀ, ਕੋਈ ਇਦਾਂ ਦੀ ਪਲਾਨ ਤਿਆਰ ਕਰੋ ਕਿ ਇਹਨਾਂ ਆਵਾਰਾ ਪਸ਼ੂਆਂ ਦਾ ਕੀ ਕੀਤਾ ਜਾਏ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੇਫ ਰਹੇ। ਪਰ ਇੱਕ ਗੱਲ ਹੈਗੀ ਹੈ, ਮੈਂ ਇੱਥੇ ਗੱਲ ਕਰ ਰਿਹਾ, ਤੁਸੀਂ ਗੱਲ ਵਧੀਆ ਕੀਤੀ, ਜਿੱਦਾਂ ਜੇ ਪਰੰਪਰਾ ਬਦਲ ਗਈ, ਸਾਰਾ ਕੁਝ ਬਦਲ ਗਿਆ। ਹੁਣ ਜੇ ਮਸ਼ੀਨਰੀ ਆ ਗਿਆ ਤੇ ਇਹ ਥੋੜ੍ਹਾ ਇਹਨਾਂ ਨੂੰ ਭਜਾ ਦੋਗੇ। ਜੇ ਤੁਸੀਂ ਜ਼ਮੀਨਾਂ ਘਟ ਗਈਆਂ, ਥੋੜ੍ਹੀਆਂ ਜ਼ਮੀਨਾਂ, ਕੀ ਉੱਥੇ ਹਲ ਨਹੀਂ ਵਗ ਸਕਦਾ? ਜਦੋਂ ਅੱਗੇ ਹਲ ਵਾਹੁੰਦੇ ਸੀਗੇ, ਇੱਕ ਕਿੱਲਾ ਤਾਂ ਇੱਕ ਢੱਗੇ ਵਾਹ ਲੈਂਦੇ ਸੀ ਦੋਵੇਂ, ਹੈ ਨਾ, ਦੋ ਬੈਠ ਕੇ ਜਿਹੜੇ ਹੁੰਦੇ ਸੀਗੇ, ਨਗੌਰੀ ਬਲਦ ਹੁੰਦੇ ਸੀਗੇ ਇੱਥੇ ਨਗੌਰ ਤੋਂ, ਜਿਹੜੇ ਬੀਕਾਨੇਰ ਤੋਂ ਉੱਧਰੋਂ ਆਉਂਦੇ ਸੀਗੇ, ਔਰ ਇੰਨਾ ਦੌੜਦੇ ਸੀ, ਇੰਨੀ ਪਾਵਰ ਸੀ ਉਹਨਾਂ 'ਚ, ਹਾਊਸ ਪਾਵਰ ਇਹਨਾਂ ਤੋਂ ਗਿਣੀ ਗਈ ਹੈ, ਬੱਚਿਆਂ ਤੋਂ ਤੇ ਇਹਨਾਂ ਤੋਂ, ਘੋੜਿਆਂ ਤੋਂ, ਇਹਨਾਂ ਤੋਂ, ਕਿਉਂਕਿ ਪਾਵਰ ਹੁੰਦੀ ਇਹਨਾਂ 'ਚ। ਉਹਨਾਂ ਨੂੰ ਚਾਹੀਦਾ ਹੈਗਾ ਕਿ ਜੇ ਇਹਨਾਂ ਟਰੈਕਟਰ ਦਾ ਤਾਂ ਪੈਸਾ ਅਸੀਂ ਖਰਚ ਕਰ ਰਹੇ ਹਾਂ ਤੇ ਕਰਜ਼ਾਈ ਹੁੰਦੇ ਹਾਂ, ਫਿਰ ਸੁਸਾਈਡ ਹੋ ਰਿਹਾ, ਆਤਮ ਘਾਤ ਹੋ ਰਿਹਾ, ਲੋਕ ਮਰ ਰਹੇ, ਹੈ ਨਾ। ਪਰ ਇਹ ਨਹੀਂ ਚਾਹੁੰਦੇ ਕਿ ਅਸੀਂ ਫਿਰ ਉੱਥੇ ਆ ਜਾਈਏ। ਜਿਹਦੇ ਕੋਲ 3 ਏਕੜ ਜ਼ਮੀਨ ਆ, ਉਹ ਸੁਸਾਈਡ ਤਾਂ ਕਰਨ ਜਾਂਦਾ ਵਾ, ਕਿਉਂ ਨਹੀਂ ਉਹ ਢੱਗਿਆਂ ਨੂੰ ਤਾਂ ਪਾਲ ਕੇ ਤੇ ਉਸੇ ਤਰ੍ਹਾਂ ਗੱਡਾ ਵਾ ਨਾਲ ਚਲਾਵੇ, ਉਹਦੇ ਵਿੱਚ ਵੇਢੀ ਪੱਠੇ ਉਹਦੇ ਨਾਲ ਕੁਤਰੇ, ਡੰਗਰਾਂ ਨਾਲ, ਹੈ ਨਾ, ਕੋਲੂ ਉਹਦੇ 'ਤੇ ਚੱਲਦੇ ਸੀ ਸਾਰਾ ਕੁਝ, ਫਿਰ ਉੱਥੇ ਆਉਣ ਜੋ, ਕਿਉਂਕਿ ਇਹ ਨਹੀਂ ਹੈਗਾ
ਕਿ ਜੇ ਅਸੀਂ ਚੱਕੀਆਂ ਛੱਡ ਦਿੱਤੀਆਂ ਜਾਂ ਚਰਖੇ ਛੱਡ ਦਿੱਤੇ ਬਿਲਕੁਲ ਸਹੀ ਅਮੀਰ ਹੋ ਗਏ ਹਾਂ। ਅਮੀਰ ਤਾਂ ਤਦ ਹੁੰਦਾ ਬੰਦਾ ਜੇ ਕਮਾਈ ਚੰਗੀ ਹੈ, ਕੋਈ ਪੈਸੇ ਚਾਰ ਹੈਗੇ ਆ, ਜਿਹਦੇ ਕੋਲ ਬਲਦ ਹੈਗੇ ਆ ਜਾਂ ਉਹਦੇ ਕੋਲ ਨਗੌਰੀ ਬਲਦ ਉਹਨੇ ਆਪ ਪਾਲੇ ਆ, ਘੋੜੀਆਂ ਹੈਗੀਆਂ, ਘੋੜੀਆਂ ਇਸ ਵੇਲੇ ਇੰਨੀਆਂ ਮਹਿੰਗੀਆਂ, ਹੁਣ ਘੋੜੀ ਤਾਂ ਕੋਈ ਛੱਡਦਾ ਨਹੀਂ। ਤੁਸੀਂ ਘੋੜੀ ਕਦੀ ਵੇਖੀ ਕੋਈ ਤੁਰੀ ਫਿਰਦੀ? ਇਹਨਾਂ ਨੂੰ ਛੱਡ ਦਿੰਦੇ, ਜੇ ਘੋੜੀ ਉਹ ਤਾਂ ਫੱਟ ਫੜਨਗੇ ਜੀ। ਚਲੋ ਹੁਣ ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਜੀ ਰਾਜਪਾਲ ਸਾਹਿਬ ਵੱਲੋਂ ਮਨਜ਼ੂਰੀ ਮਿਲ ਗਈ ਹੈ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਵਧਾਈ ਦੇ ਰਹੇ ਨੇ ਕਿ ਇਹਦੇ ਨਾਲ ਸਰਕਾਰ ਦਾ ਜਿਹੜਾ ਖਰਚਾ ਘਟੇਗਾ, ਕਿਹਾ ਉਹਨਾਂ ਨੇ, ਲੋਕਾਂ ਦਾ ਪੈਸਾ ਬਚੇਗਾ, ਜਿਹੜਾ ਟੈਕਸ ਮਨੀ ਹੈ ਉਹ ਹੋਰ ਕੰਮਾਂ ਦੇ ਉੱਤੇ ਖਰਚ ਹੋਏਗਾ ਤੇ ਫਾਈਨਲੀ ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਵਾਲਾ ਰੂਲ ਲਾਗੂ ਹੋ ਗਿਆ। ਹਾਂ, ਇਹ ਕੁਛ ਤੇ ਪਹਿਲਾਂ ਜਦੋਂ ਜਿਹੜੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਚੀਮਾ ਜੀ, ਉਹਨਾਂ ਨੇ ਮੁੱਦਾ ਉਠਾਇਆ ਸੀਗਾ ਵੀ ਇੱਕ ਵਿਧਾਇਕ ਇੱਕ ਪੈਨਸ਼ਨ ਚਾਹੀਦੀ ਹੈ, ਪਰ ਉਹਨਾਂ ਨੇ ਕਾਹਲੀ ਜਿਹੜਾ ਕੇਸ ਬਣਾ ਕੇ ਤੇ ਉੱਦਾਂ ਹੀ ਲਾਗੂ ਕਰਨ ਦੇ ਲਈ ਨੋਟੀਫਿਕੇਸ਼ਨ ਭੇਜ ਦਿੱਤਾ। ਪਰ ਬਨਾਰਸੀ ਦਾਸ ਪ੍ਰੋਹ ਜੀ ਨੇ ਇਹਨੂੰ ਵਾਪਸ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਪਹਿਲਾਂ ਪ੍ਰਸਤਾਵ ਪਾਸ ਹੋਣਾ ਚਾਹੀਦਾ, ਸਾਈਨ ਹੋਣੇ ਚਾਹੀਦੇ ਆ, ਇਹ ਉਹਦੇ ਪ੍ਰੋਸੀਜਰ ਦੇ ਮੇਰੇ ਕੋਲ ਆਊਗਾ ਤਾਂ ਮੈਂ ਇਹਨੂੰ ਪਾਸ ਕਰ ਦੂੰਗਾ। ਉਹਨਾਂ ਨੇ ਫਿਰ ਵਾਕਈ ਲੇਟ ਜ਼ਰੂਰ ਹੋ ਗਿਆ ਪਰ ਉਹਨਾਂ ਨੇ ਇਹਨੂੰ ਪੂਰਾ ਕਰ ਦਿੱਤਾ, ਨੋਟੀਫਿਕੇਸ਼ਨ ਜਾਰੀ ਹੋ ਗਿਆ। ਪਰ ਉਹਦੇ ਵਿੱਚ ਬਹੁਤ ਵੱਡੇ ਜਿਹੜੇ ਨੇਤਾ ਸੀ ਉਹਨਾਂ ਨੂੰ ਇਹਦਾ ਝਟਕਾ ਤਾਂ ਲੱਗਿਆ। ਬਾਦਲ ਸਾਹਿਬ ਨੇ ਤਾਂ ਪਹਿਲਾਂ ਬੰਦ ਕਰਤਾ ਸੀ ਵੀ ਮੈਂ ਨਹੀਂ ਲਊਂਗਾ, ਪਰ ਬਾਦਲ ਸਾਹਿਬ ਜਦੋਂ ਖੁਦ ਆਪਣੇ ਮੁੱਖ ਮੰਤਰੀ ਉਦੋਂ ਇਹਨਾਂ ਨੂੰ ਇਹ ਡਿਸੀਜਨ ਲੈ ਲੈਣਾ ਚਾਹੀਦਾ ਹੈ। ਜਦੋਂ ਇਹਨਾਂ ਨੇ ਇਹ ਵੇਖੀ ਹਵਾ ਇਸ ਪਾਸੇ ਉਲਟ ਵਗ ਰਹੀ, ਉਹਨਾਂ ਨੇ ਕਿਹਾ ਮੈਂ ਇੱਕ ਨਹੀਂ ਲਊਂਗਾ, ਮੇਰਾ ਪੈਸਾ ਦੇਸ਼ ਦੀ ਰਾਖੀ 'ਤੇ ਲਾਓ, ਲੋਕਾਂ ਦੀ ਭਲਾਈ 'ਤੇ ਲਾਓ, ਮੈਂ ਪੈਸਾ ਨਹੀਂ ਲਊਂਗਾ, ਕਿਉਂਕਿ ਉਹ ਤਾਂ 5 ਟਰਮ 'ਚ ਰਹੇ ਹੀ ਹੈ, ਉਹਨਾਂ ਨੂੰ ਤਾਂ ਪੈਸਾ ਬਹੁਤ ਬਣਦਾ ਹੈ। 5 ਲੱਖ ਤੋਂ ਉੱਤੇ ਸੀ ਆਲਮੋਸਟ। ਪਤਾ ਕਿੰਨਾ ਬਣ ਜਾਂਦਾ? ਜਿੱਦਾਂ 75 ਬਣ ਗਿਆ ਨਾ, 75 ਦੇ ਵਿੱਚ DATA ਪਾ ਲਾ ਕੇ ਤਾਂ ਅਰਾਊਂਡ ਲੱਖ ਬਣਦਾ। ਪਰ ਉਹਦੇ 'ਚ ਰਜਿੰਦਰ ਕੌਰ ਭੱਠਲ ਜੀ ਉਹਨਾਂ ਦਾ ਬਣਿਆ, ਬਲਵਿੰਦਰ ਸਿੰਘ ਭੂੰਦੜ ਜੀ ਉਹਨਾਂ ਦੀ ਇਹ ਹੁਣ ਘਟ ਜਾਣਗੇ ਸਾਰਾ ਕੁਝ। ਈਵਨ ਸਾਡੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਇਹਨਾਂ ਦਾ ਵੀ ਰਿਹਾ, ਇਹ ਵੀ MP 2 ਵਾਰੀ ਬਣ ਗਏ ਆ ਔਰ ਉਦੋਂ ਬਾਅਦ ਮੁੱਖ ਮੰਤਰੀ ਹੈ। ਇਹਨਾਂ ਨੂੰ ਇੱਕ ਹੀ ਲੈਣੀ ਚਾਹੀਦੀ ਆ। ਪਰ ਇਹਨਾਂ ਨੇ ਕਿਹਾ ਕਿ ਜਿਹੜਾ ਹੁਣ ਪੈਸਾ ਇਹਦੇ ਵਿੱਚ ਆਊਗਾ ਖਜ਼ਾਨੇ 'ਚ ਔਰ ਜਿਹੜਾ ਪੈਸਾ ਇਹਨਾਂ ਨੂੰ ਜਾ ਰਿਹਾ ਸੀਗਾ ਹੁਣ ਦੇ ਇੱਕੋ ਹੀ ਦੇਣਗੇ, ਉਹਨਾਂ ਪਾ ਲਾ ਕੇ 75,000 ਜਾਊਗਾ, ਬਾਕੀ ਪੈਸਾ ਨਹੀਂ ਤੇ ਇਹ ਤਾਂ ਲੈ ਰਹੇ ਸੀ 10-10 ਲੱਖ ਸਾਰਿਆਂ ਦਾ। ਜਿੰਨੇ ਤੁਸੀਂ ਗਿਣਤੀ ਕਰ ਲਓ ਕਿੰਨੇ ਆ ਜਿਹੜੇ ਸਾਰਿਆਂ ਦੀ 4-4 5-5 ਪੈਨਸ਼ਨ ਸੀਗਾ, ਚੁੱਪ ਚੁਪੀਤੇ ਲੈ ਰਹੇ ਸੀ। ਫਿਰ ਅਜੇ ਇੱਕ ਰਹਿ ਗਿਆ ਮੁੱਦਾ ਜਿਸ 'ਚ ਜਿਹੜਾ ਇਨਕਮ ਟੈਕਸ ਰਿਟਰਨ ਦਾ ਲੱਗਦਾ ਸੀਗਾ ਨਾ, ਉਹ ਸਾਰਾ ਉਹ ਗੌਰਮੈਂਟ ਦੇ ਰਹੀ ਸੀਗੀ। ਉਹ ਅਜੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ। ਇਹ ਤਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਕੀ ਗੱਲ ਹੈਗੀ। ਉਹ ਵੀ ਵਿਧਾਇਕ ਨੂੰ ਆਪਣੇ ਪੱਲਿਓਂ ਦੇਣਾ ਚਾਹੀਦਾ। ਜਦੋਂ ਤਨਖਾਹ ਲੈਂਦੇ ਪਏ ਉਹਦੇ ਟੈਕਸ ਅਸੀਂ ਕਿਉਂ ਦਈਏ? ਸਾਡਾ ਟੈਕਸ ਕੌਣ ਦੇਣ ਆਉਂਦਾ? ਸਾਡਾ ਟੈਕਸ ਵੀ ਤਾਂ ਅਸੀਂ ਆਪ ਹੀ ਦਿੰਦੇ ਹਾਂ, ਕੋਈ ਦੂਸਰੇ ਗ੍ਰਹਿ ਤੋਂ ਤਾਂ ਨਹੀਂ ਲੋਕ ਆਉਂਦੇ ਸਾਡਾ ਟੈਕਸ ਦੇਣ ਵਾਸਤੇ। ਬਿਲਕੁਲ। ਜਦੋਂ ਅਸੀਂ ਆਪਣਾ ਟੈਕਸ ਦਿੰਦੇ ਪਏ, ਤੁਹਾਡੀ ਇਨਕਮ ਹੁੰਦੀ ਵੀ ਤੁਸੀਂ ਵੀ ਆਪਣਾ ਟੈਕਸ ਆਪਣੇ ਪੱਲਿਓਂ ਦਿਓ। ਇਹ ਨਹੀਂ ਕਿ ਸਟੇਟ ਐਕਸਚੈਕਰ ਤੁਹਾਡਾ ਇਨਕਮ ਟੈਕਸ ਦੇਗਾ। ਉਹ ਵੀ ਪੰਜਾਬ ਦੇ ਵਸਨੀਕ ਆ, ਉਹਨਾਂ ਨੂੰ ਉਹੀ ਸਹੂਲਤਾਂ ਮਿਲਦੀਆਂ, ਉਹੀ ਰਹਿੰਦੇ। ਗੱਲਾਂ ਤੇ ਆਮ ਦੇਖੋ ਨਾ, ਕੋਈ ਰਾਕਟ ਸਾਇੰਸ ਤਾਂ ਨਹੀਂ ਜਿਹੜੀ ਸਮਝ ਨਹੀਂ ਆਉਂਦੀ, ਜਿਹੜੀ ਸਮਝਾਉਣੀ ਪੈਣੀ ਹੈ। ਇਹ ਬੇਸਿਕ ਕਾਮਨ ਸੈਂਸ ਹੈ ਕਿ ਮੇਰੇ ਖਰਚੇ ਮੈਂ ਆਪ ਹੀ ਚੱਕਣੇ ਨੇ। ਇਹ ਥੋੜਾ ਕਿ ਲੋਕਾਂ ਨੇ ਆ ਕੇ ਮੇਰੇ ਬਿੱਲ ਪੇ ਕਰਨੇ ਨੇ, ਰੋਟੀ ਮੈਂ ਖਾਵਾਂ ਤੇ ਲੋਕੀ ਬਿੱਲ ਪੇ ਕਰਨ, ਇਦਾਂ ਥੋੜਾ ਹੁੰਦਾ। ਇਹ ਖੰਨਾ ਜੀ ਆਹ ਮਸਲਾ ਇਹਨਾਂ ਨੇ ਹੁਣ ਲਿਆਂਦਾ ਵਿਧਾਨ ਸਭਾ 'ਚ। ਹੁਣ ਇਹਨਾਂ ਦੀ ਬੈਠਕ ਹੋਈ ਆ, ਫਿਰ ਇਹਨਾਂ ਨੇ ਉਹ ਬਣਾ ਕੇ ਇਸ਼ੂ ਤਾਂ ਉਹਨੂੰ ਇੰਪਲੀਮੈਂਟ ਕੀਤਾ। ਪਰ ਉਦੋਂ ਪਹਿਲਾਂ ਤੁਹਾਡੀ ਗੱਲ ਸਹੀ ਹੈ ਕਿ ਉਦੋਂ ਲੋਕ ਬੜੇ ਵਿਜੀਲੈਂਟ ਆ। ਉਹਨਾਂ ਨੇ ਇਹ ਕੀਤਾ ਕਿ ਇਹਨਾਂ ਨੇ ਪਹਿਲਾਂ ਫੇਸਬੁੱਕ 'ਤੇ ਇਹ ਪੋਸਟਾਂ ਪਾਤੀਆਂ ਹੈਗੀਆਂ, ਇਹ ਦੱਸੋ ਕੀ ਹੈਗਾ। ਜਾਚਕਾ ਵੀ ਦਾਇਰ ਕੀਤੀ ਸੀ ਜਿਸ 'ਚ SS ਜੌਲ ਸਾਹਿਬ ਨੇ, ਵਾਈਸ ਚਾਂਸਲਰ ਸਾਬਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਨੇ ਵੀ ਮੁੱਦਾ ਅੱਗੇ ਲੈਂਦਾ ਕਿਉਂਕਿ ਉਹ ਬੜੇ ਅਰਥ ਸ਼ਾਸਤਰੀ ਨੇ। ਉਹਨਾਂ ਨੂੰ ਪਤਾ ਹੈਗਾ ਕਿ ਕਿਹੜੇ ਪਾਸੇ ਪੈਸੇ ਦਾ ਝੁਕਾਅ ਆ, ਕੌਣ ਪੈਸਾ ਖਾਈ ਜਾ ਰਿਹਾ। ਜਿਸ ਤਰ੍ਹਾਂ ਮਨਮੋਹਨ ਸਿੰਘ ਹੋਰਾਂ ਨੇ ਵੀ ਇਹ ਗੱਲ ਪਹਿਲਾਂ ਇਸ਼ੂ ਕੀਤੀ ਸੀ, ਸਾਰਾ ਕੁਝ ਕੀਤਾ ਹੈ, ਪਰ ਵੀ ਉਹਨਾਂ ਨੇ ਵੀ ਇੱਥੇ ਨਹੀਂ ਕੋਈ ਕੀਤਾ ਕਿਉਂਕਿ ਸੈਂਟਰ ਵੱਲੋਂ ਹੀ ਹੋ ਜਾਂਦਾ ਨਾ, ਤਾਂ ਪੂਰੇ ਸਟੇਟਾਂ 'ਚ ਹੋ ਜਾਂਦਾ। ਬਿਲਕੁਲ ਸਰ, ਇਹ ਕੇਵਲ ਪੰਜਾਬ ਨਾਲ ਨਹੀਂ ਹੁੰਦਾ, ਇਹਦੇ ਨਾਲ ਖਜ਼ਾਨਾ ਪੂਰਾ ਭਰਿਆ। ਜੇ ਸਾਰੇ ਸਟੇਟ ਸਭ ਜਗ੍ਹਾ ਹੋਏਗਾ ਤੇ ਫਿਰ ਚੀਜ਼ਾਂ ਸਸਤੀਆਂ ਸਭ ਜਗ੍ਹਾ ਲਾਗੂ ਹੋਣਾ ਚਾਹੀਦਾ ਹੈ। ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਨਹੀਂ ਕਿ ਕਮਾਣਗੇ ਲੋਕ, ਮਿਹਨਤ ਕਰਨਗੇ ਲੋਕ ਤੇ ਖਾਵਾਂਗੇ ਅਸੀਂ, ਇਦਾਂ ਨਹੀਂ ਹੋ ਸਕਦਾ। ਖੰਨਾ ਜੀ ਜਿਹੜਾ ਬੰਦਾ ਸੈਂਟਰ ਦਾ ਉਹ 60 ਸਾਲ ਨੌਕਰੀ ਕਰਦਾ, 60 ਸਾਲ ਦਾ ਮਤਲਬ ਜੇ 20 ਸਾਲ ਦਾ ਆ ਗਿਆ, 40 ਸਾਲ ਨੌਕਰੀ ਕੀਤੀ ਨਾ ਤੇ 40 ਸਾਲਾਂ 'ਚ ਉਹਨੂੰ ਪੈਨਸ਼ਨ ਮਿਲਣੀ, ਠੀਕ ਹੈ ਨਾ। ਫਿਰ ਉਹਨੂੰ ਮਿਲੂਗਾ DA ਜਿਹੜਾ ਈਅਰਲੀ ਸਾਲ 'ਚ 2 ਵਾਰੀ ਮਿਲਦੇ ਆ। ਉਹਨੇ ਕਿਉਂਕਿ 40 ਸਾਲ ਨੌਕਰੀ ਕੀਤੀ ਆ ਤਾਂ ਉਹਨੂੰ ਇੱਕ ਪੈਨਸ਼ਨ ਮਿਲੀ, ਉਹਨੂੰ ਤਾਂ ਨਹੀਂ 3 ਮਿਲਦੀਆਂ। ਨਹੀਂ ਤਾਂ ਜੇ ਉਹਦੇ ਨਾਲ ਤਾਂ ਉਹ ਤਾਂ 5 ਪੈਨਸ਼ਨਾਂ ਲੈ ਲੂਗਾ ਜੇ ਜਿੱਦਾਂ ਇਹ ਲੈ ਰਹੇ 5-5 ਸਾਲ ਤੱਕ, ਹੈ ਕਿ ਨਹੀਂ। ਔਰ ਵੈਲ ਕੁਆਲੀਫਾਈਡ ਲੋਕ ਹੈਗੇ, ਟੈਸਟ ਪਾਸ ਕਰਕੇ ਜਾਂਦੇ ਆ। ਉਸ ਤੋਂ ਇਲਾਵਾ ਜਿਹੜਾ ਇਹ ਪਾਰਲੀਮੈਂਟ ਹਾਊਸ ਦੇ ਵਿੱਚ ਖਾਣਾ ਮਿਲਦਾ ਹੈ, ਸਬਸਿਡੀ ਵੇਖੋ ਕਿਆ ਪਲੇਟਾਂ ਤੇ ਕਿਆ ਥਾਲੀਆਂ ਸੋਹਣੀਆਂ ਬਣੀਆਂ, ਕਿੰਨੀਆਂ ਅੱਛੀਆਂ ਉੱਥੇ ਖਾਣ, ਉਹ ਵੀ ਸਵੀਟ ਡਿਸ਼ ਖਾਣ ਲਈ। ਮੈਂ ਕਿਹਾ ਮਜ਼ਾ ਆਉਂਦਾ। ਮੈਂ ਉਹ ਵੀ ਸਬਸਿਡੀ ਟੂਰ ਤੇ ਉੱਥੇ, ਉਹ ਵੀ ਸਬਸਿਡੀ ਉਹਨਾਂ ਨੂੰ। ਤੁਸੀਂ ਸ਼ਾਇਦ ਜਾ ਕੇ ਵੇਖਿਓ, ਤੁਹਾਨੂੰ ਲੱਗਦਾ ਨਹੀਂ ਵੀ ਇੰਡੀਆ ਕੈਸਾ ਖਾਣ ਪੀਣ ਉੱਥੇ। ਤੇ ਲੋਕਾਂ ਨੂੰ ਸਬਸਿਡੀ ਬੰਦ, ਵਿਧਾਇਕਾਂ ਦੀ ਸਬਸਿਡੀ ਚਾਲੂ ਹੈ। ਜ਼ਰੂਰ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ, ਰੋਟੀ ਪਾਣੀ ਤੇ ਵੀ ਸਬਸਿਡੀ ਮਿਲੇਗੀ, ਹੋਰ ਵੀ 36 ਤਰ੍ਹਾਂ ਦੀਆਂ ਸਬਸਿਡੀਆਂ ਮਿਲਣਗੀਆਂ। ਮਤਲਬ ਇਹ ਕਿ ਆਪਣੇ ਲਈ ਸਾਰੇ ਨਿਯਮ ਲਾਗੂ ਕਰਨੇ ਨੇ, ਪਬਲਿਕ ਦੇ ਪੱਲੇ ਕੱਖ ਨਹੀਂ ਪਾਉਣਾ। ਜੋ ਪਬਲਿਕ ਨੂੰ ਮਿਲਦਾ ਉਹ ਖਿੱਚਣਾ ਕਿਵੇਂ, ਉਹ ਖੋਣਾ ਕਿਵੇਂ, ਉਹਦੀਆਂ ਸਕੀਮਾਂ ਘੜੋ
ਨਵੀਆਂ ਸਕੀਮਾਂ ਬਣਾਓ। ਪਰ ਤੁਸੀਂ ਇਹ ਗੱਲ ਨੂੰ ਕਹਿੰਦੇ ਜੇ ਕਿ ਇਹ ਭਗਵੰਤ ਮਾਨ ਨੇ ਆਪਣੀ ਇਸ ਮਿਆਦ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਜੋ ਡਿਸੀਜਨ ਲਿਆ ਵਾ ਐਜ਼ ਏ ਮੁੱਖ ਮੰਤਰੀ ਪੰਜਾਬ, ਇਹ ਮਾੜਾ ਜਾਂ ਚੰਗਾ ਤੁਹਾਨੂੰ ਕੀ ਲੱਗਦਾ? ਦੇਖੋ, ਡਿਸੀਜਨ ਪੰਜਾਬ ਦੇ ਹੱਕ ਦੇ ਵਿੱਚ ਹੈ, ਇੱਕ ਵਿਧਾਇਕ ਇੱਕ ਪੈਨਸ਼ਨ, ਠੀਕ ਹੈ। ਨਾਲ ਜਿਹੜੀਆਂ ਇਹ ਬਾਕੀ ਮੈਂ ਸਬਸਿਡੀ ਦੀਆਂ ਗੱਲਾਂ ਕੀਤੀਆਂ ਨੇ ਉਹਦੇ ਉੱਤੇ ਵੀ ਗੱਲ ਕਰੋ। ਹਾਂ, ਠੀਕ ਹੈ, ਉਹ ਵੀ ਬੰਦ ਹੋਣੀਆਂ ਚਾਹੀਦੀਆਂ ਨੇ, ਬੰਦ ਹੋਣੀ ਚਾਹੀਦੀ, ਬੰਦ ਹੋਣੀ ਚਾਹੀਦੀ ਹੈ। ਉਹ ਤਾਂ ਐਵੇਂ ਫਜ਼ੂਲ ਦੇ ਪੈਸਾ ਜਾਈ ਜਾ ਰਿਹਾ। ਪਰ ਮੈਂ ਕਹਿੰਦਾ ਕਿ ਜਿੰਨੀਆਂ ਸਰਕਾਰਾਂ ਆਈਆਂ ਹੁਣ ਤੱਕ ਔਰ ਇਹ ਕਿਸੇ ਦੇ ਵੀ ਸੋਚ ਨਹੀਂ ਆਇਆ, ਇਹ ਕਰ ਗਿਆ ਦੇਖ ਲਓ। ਔਰ ਇਹਨਾਂ ਨੂੰ ਇਹ ਕਰਨਾ ਚਾਹੀਦਾ, ਜੇ ਤੁਸੀਂ ਮਾਨ ਸਾਹਿਬ ਦੀ ਗੱਲ ਕਰਦੇ ਪਏ ਹੋ, ਹੁਣ ਇਹ ਚੀਫ ਮਿਨਿਸਟਰ ਨੇ ਤਨਖਾਹ ਤਾਂ ਮਿਲਦੀ ਹੋਣੀ ਹੈ, ਹੁਣ ਤਨਖਾਹ ਲੈਣ, ਬਾਕੀ ਜਿਹੜੇ ਕਿਤੇ ਪੈਨਸ਼ਨ ਮਿਲਦੀ ਪਈ ਨਾ ਉਹ ਪੈਨਸ਼ਨਾਂ ਦੋਵੇਂ ਨਾ ਲੈਣ, ਜੇ ਇੱਕ ਮਿਲਦੀ ਪਈ ਇੱਕ ਵੀ ਨਾ ਲੈਣ। ਇਹ ਮੈਂ ਤਾਂ ਕਹਿਤਾ ਪਹਿਲਾਂ ਹੀ ਕਿ ਜੇ ਇਹਨਾਂ ਦੇ ਲੋਕਾਂ ਦੀ ਬੰਦ ਕਰਾਈ ਤੇ ਇਹਨਾਂ ਦੀ ਵੀ ਅੱਗੇ ਇਹਨਾਂ ਦੀ ਪਹਿਲਾਂ ਪੈਨਸ਼ਨ ਬੰਦ ਹੋਣੀ ਚਾਹੀਦੀ ਹੈ, ਇਹਨਾਂ ਨੂੰ ਬੰਦ ਕਰ ਦੇਣੀ ਚਾਹੀਦੀ ਹੈ। ਬਿਲਕੁਲ, ਮੁੱਖ ਮੰਤਰੀ ਦੀ ਪੈਨਸ਼ਨ ਵੀ ਬਹੁਤ ਹੋਊਗੀ ਔਰ ਉਹਨਾਂ ਦਾ ਸਕੇਲ ਵੀ ਵੱਧ ਹੈਗਾ। ਉਹਨਾਂ ਨੂੰ ਚਾਹੀਦਾ ਕਿ ਵੀ ਪੈਸਾ ਖਜ਼ਾਨੇ 'ਚ ਪਾਉਣ, ਕਿਉਂਕਿ ਉਹਨਾਂ ਦਾ ਖਰਚਾ ਤਾਂ ਬਹੁਤਾ ਹੈ ਨਹੀਂ ਤੇ ਉਹਨਾਂ ਦਾ ਕਿਉਂਕਿ ਜ਼ਮੀਨ ਖਰਚਾ ਹੈ ਜੋ ਵੀ ਹੈ ਉਹਨਾਂ ਦੀ ਫੈਮਿਲੀ ਪ੍ਰੋਬਲਮ ਹੈ। ਜੇ ਖਰਚਾ ਆਮਦਨ ਨਾਲੋਂ ਜ਼ਿਆਦਾ ਹੈ ਤਾਂ ਇਹ ਉਹਨਾਂ ਨੂੰ ਆਪ ਨਜਿੱਠਣਾ ਪਏਗਾ। ਪਰ ਜੋ ਤੁਹਾਡੀ ਸੈਲਰੀ ਆ ਐਜ਼ ਸੀਐਮ, ਉਹ ਸੈਲਰੀ ਦੇ ਵਿੱਚ ਗੁਜ਼ਾਰਾ ਕਰਨਾ। ਜੇ ਤੁਹਾਨੂੰ ਪਹਿਲਾਂ ਕੋਈ ਵਿਧਾਇਕ ਰਹਿਣ ਤੇ ਕੋਈ ਪੈਨਸ਼ਨ ਮਿਲਦੀ ਪਈ ਹੈ, ਐਮਐਲਏ ਰਹਿਣ ਤੇ, ਉਹ ਪੈਨਸ਼ਨ ਤੁਸੀਂ ਨਾ ਲਵੋ, ਤੁਸੀਂ ਸਿਰਫ ਆਪਣੀ ਸੈਲਰੀ ਲਵੋ, ਦੈਟਸ ਆਲ। ਆਹ ਕਰਨਾ ਜੀ, ਆਹ ਤਾਂ ਗੱਲ ਦੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ, ਵਧਾਈ ਦੀ ਗੱਲ ਆ ਕਿ ਲੋਕਾਂ ਦਾ ਜਿਹੜਾ ਪੈਸਾ ਜਾ ਰਿਹਾ ਸੀਗਾ ਟੈਕਸਾਂ ਦਾ, ਲੋਕਾਂ ਦੀ ਕਮਾਈ ਦਾ ਪੈਸਾ ਸੀ, ਇੱਕ ਵਿਧਾਇਕ ਇੱਕ ਪੈਨਸ਼ਨ ਕਰਕੇ ਪੂਰੀ ਐਸ਼ ਚੱਲਦੀ ਪਈ ਹੈ ਇਹਨਾਂ ਲੋਕਾਂ ਦੀ ਸਾਡੀ ਟੈਕਸ ਮਨੀ ਦੇ ਉੱਤੇ। ਬਸ ਉਹ ਚੰਗਾ ਹੋ ਗਿਆ, ਇਹ ਡਿਸੀਜਨ ਅੱਛਾ ਹੋ ਗਿਆ। ਜੇ ਵੀ ਨਾ ਲੈਂਦੇ ਤੇ ਚੱਲਦਾ ਰਹਿੰਦਾ ਸੀ ਉਹ। ਔਰ ਉਸ ਤੋਂ ਇਲਾਵਾ ਜਿਹੜੇ ਘਪਲੇ ਕਰਦੇ ਨੇ, ਬਸ ਅੰਦਰ ਖਾਤੇ ਜਿਹੜੇ ਹੋਰ ਮਾਲ ਲੈਂਦੇ ਨੇ, ਉਹ ਵੀ ਇਕੱਠਾ ਹੋ ਜਾਂਦਾ, ਉਹ ਤਾਂ ਬਹੁਤ ਹੋ ਜਾਂਦਾ। ਪੈਸਾ ਕਮਾਉਣ ਲਈ ਜਾਂਦੇ ਆ, ਉੱਤੋਂ ਜਿਹੜੇ ਕਮਾਉਂਦੇ ਨੇ ਉਹ ਤਾਂ ਬਹੁਤ ਹੋ ਜਾਂਦਾ। ਸਹੀ ਗੱਲ। ਚਲੋ ਅੱਗੇ ਵਧਦੇ ਹਾਂ ਜੀ। ਸਲਮਾਨ ਰਸ਼ਦੀ ਵੈਂਟੀਲੇਟਰ ਤੇ ਹੋਇਆ, ਜਿਗਰ ਦਾ ਨੁਕਸਾਨ ਹੋਇਆ ਕਿਉਂਕਿ ਹਮਲਾ ਹੋ ਗਿਆ ਸੀ ਸਟੇਜ ਦੇ ਉੱਤੇ, ਚਾਕੂ ਲੈ ਕੇ ਕਿਸੇ ਨੇ ਹਮਲਾ ਕੀਤਾ, ਗਰਦਨ ਦੇ ਉੱਤੇ ਵੀ ਵਾਰ ਕੀਤੇ ਨੇ। ਇਸ ਵਕਤ ਨਾਜ਼ੁਕ ਸਥਿਤੀ ਹੈ ਔਰ ਵੈਂਟੀਲੇਟਰ ਤੇ ਨੇ, ਜਿਸ ਤਰ੍ਹਾਂ ਆਪਾਂ ਨੂੰ ਨਿਊਜ਼ ਮਿਲ ਰਹੀ ਆ, ਤੇ ਲੀਵਰ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਉਹਨਾਂ ਤੇ। ਇਹ ਇੱਕ ਵੈਸੇ ਤਾਂ ਭਾਰਤੀ ਮੂਲ ਦੇ ਆ, ਸਲਮਾਨ ਰਸ਼ੀਦ ਇਜ਼ ਅ ਰਾਈਟਰ, ਇੱਥੋਂ ਦੇ ਆ ਔਰ ਬੜੇ ਅੱਛੇ ਰਾਈਟਰ ਹੈ। ਉਹਨਾਂ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਕੁਝ ਇਦਾਂ ਦਾ ਲਿਖਿਆ ਸੀ, ਉਹ ਸੈਨੇਟਿਕ ਵਰਸਸ ਜਿਹੜੀ ਸੀ ਕਿਤਾਬ, ਉਹਦੇ ਬੜੀ ਕੰਟਰੋਵਰਸੀ ਰਹੀ ਹੈ ਔਰ ਇਰਾਨ 'ਚ ਉਹਦਾ ਇੰਨਾ ਕੁਝ ਉਹਨਾਂ ਕਿਹਾ ਕੁਫਰ ਹੈ, ਬੈਨ ਕਰ ਦਿੱਤਾ ਸੀ ਔਰ ਫਤਵਾ ਜਾਰੀ ਕੀਤਾ ਸੀਗਾ ਆਇਤੁੱਲਾ ਖੁਮੈਨੀ ਸਾਹਿਬ ਨੇ। ਇਹਨਾਂ ਦਾ ਸਿਰ ਲੈ ਕੇ ਆਓ, ਜੋ ਫਤਵਾ ਜਾਰੀ ਕੀਤਾ ਸੀ। ਹੁਣ ਵੀ ਇਰਾਨ ਦੇ ਵਿੱਚ ਇਹ ਗੱਲ ਚਰਚਾ ਹੋਈ ਹੈ ਕਿ ਇਹਨਾਂ ਦੀ ਜਿਹੜੀ ਸਾਰਾ ਤੰਗਦਿਲੀ ਸੀ ਜਾਂ ਜਿੰਦੇ ਬਿਲਕੁਲ ਰੂਪੋਸ਼ ਰਹੇ ਨੇ, ਅੰਡਰਗਰਾਉਂਡ ਰਹੇ ਨੇ, ਕਿਉਂਕਿ ਕਿਤਾਬ ਤੇ ਆਲੋਚਨਾ ਹੋਈ ਬਹੁਤ ਜ਼ਿਆਦਾ। ਉਦੋਂ ਇੱਥੇ ਵੀ ਰਾਜੀਵ ਗਾਂਧੀ ਦੀ ਸਰਕਾਰ ਸੀਗੀ, ਉਸ ਵੇਲੇ ਵੀ ਇੱਥੇ ਇੰਡੀਆ 'ਚ ਵੀ ਬੈਨ ਹੋ ਗਈ ਸੀ, ਇੰਡੀਆ 'ਚ ਵੀ ਰੌਲਾ ਪੈ ਗਿਆ ਸੀ ਬਹੁਤ। ਪਰ ਜਦੋਂ ਇਹ ਹਮਲਾ ਆਇਆ ਅਚਾਨਕ, ਦੇਖ ਲਓ ਆ ਕੇ ਉਹਨੇ ਸਟੇਜ 'ਤੇ ਜਾ ਕੇ ਇਹਨਾਂ ਨੂੰ ਲੰਮਾ ਪਾ ਲਿਆ ਔਰ ਉਹਦੇ ਚਾਕੂ ਮਾਰੇ। ਚਾਕੂ ਇਹਨਾਂ ਦੇ ਢਿੱਡ 'ਚ ਵੀ ਵੱਜੇ ਆ ਔਰ ਅੱਖਾਂ ਦੇ ਨਾਲ ਵੀ ਕੋਈ ਜ਼ਖਮ ਹੋ ਗਏ, ਅੱਖਾਂ ਦੀ ਰੋਸ਼ਨੀ ਵੀ ਗਈ ਆ ਔਰ ਉਹਦੇ ਨਾਲ ਇਹਨਾਂ ਦਾ ਕਿਡਨੀ ਤੱਕ ਜਿਹੜੇ ਉਹ ਨੁਕਸਾਨ ਹੋਇਆ। ਹੁਣ ਇਸ ਵੇਲੇ ਇਹਦੇ ਵੈਂਟੀਲੇਟਰ 'ਤੇ ਆ ਔਰ ਹਾਲਤ ਇਹਨਾਂ ਦੀ ਬਹੁਤ ਨਾਜ਼ੁਕ ਆ ਔਰ ਇਲਾਜ ਚੱਲ ਰਿਹਾ। ਪਰ ਜਿਹੜੀ ਗੱਲ ਪੂਰੇ ਹਿੰਦੁਸਤਾਨ 'ਚ ਗਈ ਆ, ਇਸ ਕਰਕੇ ਗਈ ਆ ਕਿ ਸ਼ੁਰੂ ਤੋਂ ਹੀ ਇਹਨਾਂ ਦਾ ਇਹ ਪੰਗਾ ਰਿਹਾ ਵਾ ਔਰ ਲੋਕ ਇਹਨਾਂ ਦੇ ਉਲਟ ਰਹੇ ਆ, ਇਰਾਨ 'ਚ ਖਾਸ ਕਰਕੇ। ਦੇਖੋ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਆਪਾਂ ਕਹਿੰਦੇ ਆ ਕਿ ਜਿਸ ਨੂੰ ਫਾਸੀਵਾਦ ਵੀ ਕਿਹਾ ਜਾਂਦਾ, ਮਤਲਬ ਕਈ ਵਾਰ ਅਸੀਂ ਕਹਿੰਦੇ ਆ ਕਿ ਇੱਕ ਬੰਦੇ ਨੇ ਕੋਈ ਲਿਖਤ ਲਿਖੀ ਤੇ ਨੈਚੁਰਲੀ ਉਸ ਤਰ੍ਹਾਂ ਦੀ ਸੋਚ ਸਭ ਦੀ ਨਹੀਂ ਹੈ ਔਰ ਕਈ ਲੋਕ ਉਹਦੇ ਖਿਲਾਫ ਹੋ ਗਏ। ਕਈ ਵਾਰ ਹੁੰਦਾ ਕਿ ਕਿਸੇ ਨੇ ਲਿਖਤ ਲਿਖੀ, ਜਾਣਬੁੱਝ ਕੇ ਇਦਾਂ ਦਾ ਕੰਟੈਂਟ ਲਿਖਿਆ ਕਿ ਜਿਹੜਾ ਕੰਟਰੋਵਰਸੀ ਕ੍ਰੀਏਟ ਕਰੇ ਤਾਂ ਕਿ ਮੇਰੀ ਕਿਤਾਬ ਵਿਕੇ ਔਰ ਮੈਂ ਪਪੂਲਰ ਵੀ ਹੋਵਾਂ, ਜਾਣਬੁੱਝ ਕੇ ਇਦਾਂ ਦਾ ਕੰਟਰੋਵਰਸੀ ਵਾਲਾ ਉਹਦੇ 'ਚ ਕੰਟੈਂਟ ਪਾ ਦਿੰਦੇ ਨੇ। ਕਈ ਇਦਾਂ ਦੇ ਰਾਈਟਰ ਵੀ ਹੈਗੇ ਨੇ ਜਿਹੜੇ ਬੁੱਕਸ ਨੂੰ ਆਪ ਹੀ ਆਪਣੀ ਤਰ੍ਹਾਂ ਨਾਲ ਡਿਜ਼ਾਈਨ ਕਰਦੇ ਆ, ਜੋ ਕਈ ਵਾਰ ਤੁਹਾਨੂੰ ਲੱਗਦਾ ਕਿ ਸਮਾਜ ਦੇ ਖਿਲਾਫ ਨੇ ਜਾਂ ਸਮਾਜ ਦੇ ਕਿਸੇ ਤਬਕੇ ਦੇ ਖਿਲਾਫ ਨੇ। ਕਈ ਵਾਰ ਕੀ ਹੁੰਦਾ ਕਿ ਉਹਨਾਂ ਨੇ ਸਿੰਪਲ ਕਿਤਾਬ ਲਿਖੀ ਹੁੰਦੀ ਹੈ, ਲੇਕਿਨ ਕਿਸੇ ਤਬਕੇ ਨੂੰ ਜਾਂ ਸਮਾਜ ਦੇ ਕਿਸੇ ਸੈਕਸ਼ਨ ਨੂੰ ਲੱਗਦਾ ਕਿ ਇਹ ਸਾਡੇ ਖਿਲਾਫ ਹੈ ਤੇ ਉਹ ਉਹਦੇ ਅਗੇਂਸਟ ਸਟੈਪ ਲੈਂਦੇ ਨੇ। ਉਹ ਲੱਖ ਦੇਈ ਜਾਵੇ ਕਿ ਕਲੈਰੀਫਿਕੇਸ਼ਨਸ ਮੈਂ ਇਦਾਂ ਨਹੀਂ ਕੀਤਾ, ਪਰ ਉਹ ਨਹੀਂ ਮੰਨਣਗੇ। ਪਰ ਕਈ ਵਾਰ ਰਾਈਟਰ ਆਪ ਇਦਾਂ ਦੇ ਕੰਟੈਂਟ ਜਾਣਬੁੱਝ ਕੇ ਪਾਉਂਦਾ। ਪਰ ਇਹਨਾਂ ਨੂੰ ਵੈਸੇ ਅਵਾਰਡ ਵੀ ਮਿਲਿਆ, ਲਿਖਣ ਲਈ ਤਾਂ ਕੋਈ ਇਹਨਾਂ ਦੀ ਗੱਲ ਨਹੀਂ। ਪਰ ਜਦੋਂ ਕੰਟਰੋਵਰਸੀ ਆਈ ਹੈ ਉਹਦੇ 'ਚ ਇੱਕ ਕਮਿਊਨਿਟੀ ਇਹਨਾਂ ਦੇ ਅਗੇਂਸਟ ਚੱਲੀ ਹੈ, ਮੁਸਲਿਮ ਕਮਿਊਨਿਟੀ ਨੇ ਇਹਦਾ ਰੋਸ ਪ੍ਰਗਟਾਇਆ। ਉਹਨਾਂ ਨੇ ਲਿਖਿਆ, ਦੱਸਿਆ ਕਿ ਕਾਫਰ ਹੈ, ਇਹਦੇ 'ਚ ਲਿਖਣ ਵਾਲਾ ਜਿਹੜਾ ਇਹ ਗਲਤ ਹੈ। ਔਰ ਉਹਨਾਂ ਨੇ ਇਰਾਨ ਤੇ ਇਰਾਕ ਦੋਵਾਂ 'ਚ ਵੀ ਬੜਾ ਰੌਲਾ ਪਿਆ ਤੇ ਉਦੋਂ ਬਾਅਦ ਜਿਹੜਾ ਇਹ ਭਾਰਤ ਵਿੱਚ ਤੇ ਜਦੋਂ ਬੈਨ ਹੋ ਗਿਆ ਇਹਨਾਂ ਨੇ ਕਰ ਦਿੱਤਾ। ਪਰ ਦੇਖ ਲਓ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਫਾਲੋ ਕਰ ਰਹੇ ਸੀ ਤੇ ਮਗਰ ਲੱਗੇ ਸੀ। ਹੁਣ ਉਹਨਾਂ ਨੇ ਜੋ ਕੁਝ ਕੀਤਾ ਇਸ ਵੇਲੇ ਨੁਕਸਾਨ ਪਹੁੰਚਾਇਆ, ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਖਾਸ ਤੌਰ ਤੇ ਇਹੀ ਮੁੱਦਾ ਹੈਗਾ, ਇਹਦੇ ਪਿੱਛੇ ਇਹੀ ਗੱਲ ਹੈਗੀ ਹੈ। ਹੋਰ ਇਹਨਾਂ ਨੇ ਤਾਂ ਕਦੀ ਕਿਸੇ ਨਾਲ ਕੋਈ ਇਹ ਨਹੀਂ ਕੀਤੀ ਲੜਾਈ। ਇਹਨਾਂ ਦੀ ਰਾਈਟਿੰਗ ਜਿਹੜੀਆਂ ਸੀਗੀਆਂ, ਜਿਹੜੀ ਲਿਖਤੀ ਬਿਆਨ ਸੀ ਜਾਂ ਜੋ ਇਹ ਲਿਖਦੇ ਸੀਗੇ, ਉਹ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਦਾ। ਕਿਉਂਕਿ ਖਾਸ ਤੌਰ ਤੇ ਤੁਸੀਂ ਇੱਕ ਕਮਿਊਨਿਟੀ ਦੇ ਬਾਰੇ ਲਿਖੋਗੇ ਔਰ ਕਮਿਊਨਿਟੀ ਕਦੀ ਇਸ ਚੀਜ਼ ਨੂੰ ਅਜਾਈ ਨਹੀਂ ਜਾਣ ਦੋਗੀ। ਉਹਨਾਂ ਨੇ ਆਲੋਚਨਾ ਕੀਤੀ। ਇੱਕ ਵਾਰ ਪਤਾ ਕਿ ਅੱਜ ਇਹ ਲਿਖ ਰਿਹਾ, ਕੱਲ ਨੂੰ ਹੋਰ ਕੁਝ ਲਿਖੂਗਾ, ਫਿਰ ਉਹਨੂੰ ਇਹ ਕਮਿਊਨਿਟੀ ਨੂੰ ਬਦਨਾਮ ਕਰਨ ਵਾਲੀ ਗੱਲ। ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੇ। ਕਈ ਵਾਰ ਕਿਹਾ ਜਾਂਦਾ ਕਿ ਇੱਕ ਚੀਜ਼ ਨੂੰ ਲੈ ਕੇ ਤੁਹਾਡਾ ਪੁਆਇੰਟ ਆਫ ਵਿਊ ਅਲੱਗ ਹੈ, ਮੇਰਾ ਪੁਆਇੰਟ ਆਫ ਵਿਊ ਅਲੱਗ ਹੈ। ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇ ਤੁਸੀਂ ਦੋਵੇਂ ਦੁਸ਼ਮਣ ਹੋ ਗਏ ਆ। ਦੁਸ਼ਮਣ ਤਾਂ ਨਹੀਂ ਹੋਏ, ਪੁਆਇੰਟ ਆਫ ਵਿਊ ਅਲੱਗ ਨੇ ਔਰ ਹੋਣੇ ਵੀ ਚਾਹੀਦੇ ਨੇ, ਕਿਉਂਕਿ ਜਿੱਦਾਂ ਦੀ ਮੇਰੀ ਸੋਚ ਹੈ, ਜਿੱਦਾਂ ਦੀ ਤੁਹਾਡੀ ਸੋਚ ਹੈ, ਡਿਫਰੈਂਟ ਪੁਆਇੰਟ ਆਫ ਵਿਊ ਹੋਣਗੇ, 360 ਡਿਗਰੀ ਤੋਂ ਸਾਰੇ ਪੁਆਇੰਟ ਆਫ ਵਿਊ ਮਿਲਣਗੇ ਤਾਂ ਇੱਕ ਪੁਖਤਾ ਸੋਚ ਸਾਹਮਣੇ ਆਏਗੀ, ਜਿਸ ਸੋਚ ਦੇ ਉੱਤੇ ਸਾਨੂੰ ਸਭ ਨੂੰ ਚੱਲਣਾ ਪੈਣਾ ਔਰ ਚੱਲਣਾ ਚਾਹੀਦਾ ਵੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਨਾਟ ਯੋਰ ਵੇ, ਨਾਟ ਮਾਈ ਵੇ, ਬਟ ਦੀ ਰਾਈਟ ਵੇ। ਹੁਣ ਰਾਈਟ ਵੇ ਕਿਹੜੀ ਹੈ, ਉਹ ਖੋਜਣੀ ਪੈਂਦੀ, ਉਹ ਲੱਭਣੀ ਪੈਂਦੀ ਹੈ। ਹੁਣ ਕਈਆਂ ਨੂੰ ਇਹਨਾਂ ਦੀਆਂ ਲਿਖਤਾਂ ਰਾਈਟ ਵੇ ਲੱਗਦੀਆਂ ਨੇ ਤਾਂ ਉਹਨੂੰ ਅਪਣਾਉਂਦੇ ਨੇ, ਕਈਆਂ ਨੂੰ ਇਹ ਰੋਂਗ ਵੇ ਲੱਗਦੀਆਂ ਨੇ, ਨਹੀਂ ਅਪਣਾਉਂਦੇ। ਬਹੁਤ ਗਿਣਤੀ ਨੇ ਨਕਾਰਿਆ ਵਾ, ਬਹੁਤ ਜ਼ਿਆਦਾ ਲੋਕਾਂ ਨੇ ਨਕਾਰਿਆ, ਕਿਉਂਕਿ ਮੁਸਲਿਮ ਦੇਖੋ ਕਿੰਨੀ ਵੱਡੀ ਤਾਂ ਆਬਾਦੀ ਹੈ, ਕਿੱਥੋਂ ਤੱਕ ਵਸੇ ਹੈ। ਤੁਸੀਂ ਕਿਸੇ ਦੇ ਧਰਮ ਦੇ ਅਗੇਂਸਟ ਲਿਖੋਗੇ ਜਾਂ ਕਰੋਗੇ, ਉਹਦੇ ਤੇ ਲੋਕ ਡਾਂਗਾਂ ਚੁੱਕਣਗੇ, ਉਹਦੇ ਤੇ ਕੰਟਰੋਵਰਸੀ ਹੋਊਗੀ। ਜਿਹੜਾ ਲੇਖਕ ਹੈ ਨਾ, ਖਾਸ ਤੌਰ ਤੇ ਉਹਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ, ਮੇਰੇ ਪਾਠਕ ਕੌਣ, ਉਹ ਕੀ ਸੋਚਣਗੇ ਇਹਦੇ ਬਾਰੇ, ਹੈ ਨਾ, ਕੀ ਕਰਨਗੇ ਅੱਗੇ। ਲਿਖਣ ਤੋਂ ਪਹਿਲਾਂ ਲਿਖੋ, ਜੇ ਉਹ ਥੋਪੇਗਾ ਉਹਨਾਂ ਤੇ ਜਾਂ ਉਹ ਇਦਾਂ ਦੀ ਪੁਆਇੰਟ ਬਣਾਊਗਾ ਤਾਂ ਲੋਕ ਵਾਕਿਆ ਹੀ ਉਹਦੇ ਤੇ ਬਗਾਵਤ ਕਰਨਗੇ, ਲੋਕ ਮਾਰਨਗੇ, ਕੁੱਟਣਗੇ। ਹੁਣ ਦੇਖੋ ਇਹਦਾ ਨਤੀਜਾ ਕੀ ਨਿਕਲਿਆ। ਇਹਦਾ ਮਤਲਬ ਪਿੱਛੇ ਲੱਗੇ ਸੀਗੇ, ਕਿਉਂਕਿ ਜਿਹੜੀ ਲਿਖਤ ਆ ਨਾ, ਉਹ ਅਟਲ ਜਦੋਂ ਮਗਰ ਲੱਗਦੀ ਹੈ ਜਾਂ ਉਹਦੇ ਤੋਂ ਉਹ ਝੂਠ ਜਦੋਂ ਬੋਲਿਆ ਗਿਆ, ਉਹਨੂੰ ਸੱਚਾਈ 'ਚ ਲਿਆਉਣਾ ਔਖਾ ਹੋਊਗਾ। ਜਿਹੜੇ ਚੰਗੇ ਆ, ਤੁਸੀਂ ਸ਼ੈਕਸਪੀਅਰ ਪੜ੍ਹਦੇ ਰਹੇ, ਵਰਲਡ ਵਾਰ ਪੜ੍ਹ ਰਹੇ ਜੇ, ਤੁਸੀਂ ਉਹਨਾਂ ਨੂੰ ਜਦੋਂ ਕਰਦੇ ਪੀਬੀ ਸ਼ੈਲੇ ਪੜ੍ਹ ਰਹੇ ਜੇ, ਇਹਨਾਂ ਨੂੰ ਪੜ੍ਹੋਗੇ ਤਾਂ ਲੋਕਾਂ ਦਾ ਜਿੱਦਾਂ ਦਿਮਾਗ ਖੁੱਲ੍ਹਦਾ, ਵੇਂਦੇ ਆ ਲੋਕ, ਹੈ ਨਾ। ਗੋਰਕੀ ਦਾ ਨਾਵਲ ਮਾਮ ਪੜ੍ਹ ਕੇ ਦੇਖੋ, ਉਹਨਾਂ ਚੀਜ਼ਾਂ ਨੂੰ ਜਿਹੜੇ ਲਿਖ ਗਿਆ, ਉਹਨਾਂ ਨੂੰ ਕਦੇ ਕਿਸੇ ਨੇ ਵੀ ਕੋਈ ਆਲੋਚਨਾ ਨਹੀਂ ਕੀਤੀ, ਅੱਜ ਤੱਕ ਵੀ ਸਿਲੇਬਸ 'ਚ ਲੱਗੀਆਂ। ਜਿਹੜੀ ਸਰਵ ਵਿਆਪੀ ਚੀਜ਼ ਹੈ, ਜਿਹਦੇ ਵਿੱਚ ਪਿੱਛੇ ਸੱਚਾਈ ਹੈ, ਜਿਹਨਾਂ ਨੇ ਲਿਖਿਆ ਲੋਕਾਂ ਲਈ ਹੈਗਾ, ਲੋਕਾਂ ਦੇ ਬੜਾਵੇ ਲਈ ਲਿਖਿਆ, ਵਿਕਾਸ ਲਈ ਲਿਖਿਆ, ਲੋਕਾਂ ਦੀ, ਹੈ ਨਾ, ਜਿਹੜੀ ਸੁਸਾਇਟੀ ਲਈ ਲਿਖਿਆ, ਉਹ ਤਾਂ ਠੀਕ ਹੈ। ਜੇ ਤੁਸੀਂ ਪਾਰਟੀਕਲ ਕੁਝ ਕਰੋਗੇ ਤਾਂ ਕੰਟਰੋਵਰਸੀ ਪਊਗੀ। ਇਹਦਾ ਨਤੀਜਾ ਇਹੀ ਨਿਕਲਿਆ ਜਿਹੜਾ ਹੁਣ ਨਿਕਲਿਆ, ਉਹੀ ਹੈ। ਬਿਲਕੁਲ ਠੀਕ ਗੱਲ ਹੈ। ਬੜੀਆਂ ਪਿਆਰੀਆਂ ਲਾਈਨਾਂ ਸਾਹਮਣੇ ਆ ਜਾਂਦੀਆਂ ਨੇ। ਬੀਬੀ ਸ਼ੈਲੇ, ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰਐਵਰ, ਵਰਡ ਵਰ। ਸੋ ਇਦਾਂ ਦੀ ਪੋਇਟ ਆਫ ਨੇਚਰ, ਪੋਇਟ ਆਫ ਨੇਚਰ, ਯੈਸ। ਦੇਖੋ, ਹੈ ਨਾ, ਡੈਫੋਡਿਲਸ ਉਹਨਾਂ ਦੀ ਕਿੰਨੀ ਪਿਆਰੀ ਹੈ। ਪੜ੍ਹਦੇ ਨੇ ਆਪਾਂ, ਪੜ੍ਹਦੇ ਬੀਬੀ ਸ਼ੈਲੇ ਦੀਆਂ, ਜੀ ਜਿਹਨਾਂ ਦੀ, ਜਿਹੜੇ ਸਾਈਕੋਲੋਜਿਸਟ ਕਿੰਨੇ ਵਧੀਆ ਹੋਏ ਆ, ਔਰ ਮੋਸਟਲੀ ਅੰਗਰੇਜ਼ ਹੀ ਹੋਏ ਜਦੋਂ ਲਿਖਿਆ ਉਹਨਾਂ ਨੇ ਸਾਰਾ ਕੁਝ। ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਰੋਬਰਟ ਬਰਾਉਨਿੰਗ ਦੀ ਇੱਕ ਲਾਈਨ ਆ, ਉਹ ਘੋੜੇ ਦੇ ਉੱਤੇ ਹੈ, ਉਹਦੀ ਪ੍ਰੇਮਿਕਾ ਉਹਦੇ ਨਾਲ ਹੈ, ਉਹ ਕਹਿੰਦਾ ਮੈਂ ਘੋੜੇ ਦੇ ਉੱਤੇ ਆਪਣੀ ਪ੍ਰੇਮਿਕਾ ਦੇ ਨਾਲ ਘੁੰਮਦਾ ਪਿਆ, ਇਹਦਾ ਮਤਲਬ ਹੈ ਦੁਨੀਆ 'ਚ ਸਭ ਕੁਝ ਠੀਕ ਹੈ। ਨਾ ਬਿਲਕੁਲ, ਉਹ ਤਾਂ ਫਿਰ ਕਿਉਂਕਿ ਖੁਦ ਇੰਜੋਏ ਕਰ ਰਿਹਾ, ਆਪਣਾ ਕਨਸੈਪਟ ਹੈ ਨਾ, ਕਿ ਉਹ ਕੀ ਕਰ ਭੁੱਖਾ ਭਾਣਾ ਵਿੱਚ ਰੱਜਾ ਵੀ, ਉਹਨੂੰ ਪਤਾ ਵੀ ਮੈਂ ਤਾਂ ਇਕੱਲਾ ਵਾਂ ਦੁਨੀਆ ਤੇ ਮੇਰੀ ਆਪਣੀ ਦੁਨੀਆ। ਸੋ ਰਾਈਟਰਸ ਨੇ, ਔਰ ਅਸੀਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਜੋ ਰਾਈਟ ਅਪਸ ਨੇ ਨਾ, ਉਹਨਾਂ ਦੀਆਂ ਲਿਖਤਾਂ ਨੇ ਜਿਹੜੀਆਂ ਉਹਨਾਂ ਦੀਆਂ, ਉਹ ਹਮੇਸ਼ਾ ਮਤਲਬ ਪ੍ਰੋ ਸੁਸਾਇਟੀ ਹੋਣ, ਸਮਾਜ ਦੇ ਭਲੇ ਦੇ ਵਾਸਤੇ ਹੋਣ। ਰਾਈਟਰ ਇਹ ਨਾ ਕਿ ਆਪਣੀ ਦੁਨੀਆ ਦਾ ਗੱਲ ਕਰੇ, ਦੁਨੀਆ ਜਿਹੜੀ ਵਸ ਰਹੀ ਹੈ ਉਹਦੀ ਕਰਨੀ ਪੈਣੀ ਆ। ਇਹ ਨਹੀਂ ਕਿ ਮੇਰੀ ਆਪਣੀ ਦੁਨੀਆ, ਮੈਂ ਆਪਣੀ ਦੁਨੀਆ ਵਸਾ ਲਈ, ਫਿਰ ਤਾਂ ਡੰਡੇ ਹੀ ਖਾਣੇ ਹਨ। ਉਹਨੂੰ ਪਤਾ ਕਿ ਕੀ ਕੌਣਗੇ, ਪਾਠਕ ਕੌਣ। ਬਿਲਕੁਲ ਠੀਕ ਹੈ। ਪਾਠਕਾਂ ਦਾ ਧਿਆਨ ਰੱਖਣਾ ਚਾਹੀਦਾ, ਆਲੋਚਕਾਂ ਦਾ ਵੀ ਧਿਆਨ ਰੱਖੋ, ਪ੍ਰਸ਼ੰਸਕਾਂ ਦਾ ਵੀ ਧਿਆਨ ਰੱਖੋ, ਤਾਂ ਹੀ ਅੱਛੀ ਚੱਲੇਗੀ ਕੰਮ। ਹਿਮਾਚਲ ਵਿਧਾਨ ਸਭਾ ਵਿੱਚ ਜ਼ਬਰੀ ਧਰਮ ਪਰਿਵਰਤਨ ਬਿੱਲ ਪਾਸ। ਬਿੱਲ ਪਾਸ ਹੋ ਗਿਆ, ਮਤਲਬ ਅਲੱਗ ਜੀ ਸੋਚ ਦਾ ਕੰਮ ਲੱਗਦਾ। ਮਤਲਬ ਸਾਡਾ ਸੰਵਿਧਾਨ ਕਹਿੰਦਾ ਕਿ ਸਾਰੇ ਧਰਮ ਬਰਾਬਰ ਨੇ, ਧਰਮ ਨਿੱਜੀ ਮਾਮਲਾ ਹੈ, ਔਰ ਉਹ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ। ਇਹ ਦੇਖੋ, ਇਹ ਕਈ ਵਾਰੀ ਚੀਜ਼ਾਂ ਜਿਹੜੀਆਂ ਨਾ, ਧਰਮ ਜਦੋਂ ਪੋਲੀਟਿਕਸ ਜਾਂ ਸਿਆਸਤ 'ਚ ਆ ਜਾਂਦਾ ਤੇ ਇਹਦਾ ਰੰਗ ਹੀ ਬਦਲ ਜਾਂਦਾ। ਧਰਮ ਦਾ ਮਤਲਬ ਹੈਗਾ ਇਸ਼ਟ ਦੀ ਪੂਜਾ, ਤੁਹਾਨੂੰ ਆਪਣੇ ਮਾਨਸਿਕ ਜਿਹੜੀ ਆ ਸਥਿਤੀ ਉਹਨੂੰ ਬਰਾਬਰ ਤੇ ਜਿਹੜਾ ਉਹਨੂੰ ਨਾ ਸਥਿਰ ਰੱਖਣਾ, ਉਹ ਹੈ ਧਰਮ। ਧਰਮ ਦਾ ਮਾਮਲਾ ਇਹ ਨਹੀਂ ਕਿ ਤੁਸੀਂ ਸਿਆਸਤ ਨਾਲ ਜੁੜ ਜਾਓ ਤੇ ਲੋਕਾਂ ਦੇ ਤੁਸੀਂ, ਹੈ ਨਾ, ਬੰਦੂਕਧਾਰੀ ਹੋ ਜਾਓ ਤੇ ਲੋਕਾਂ ਨੂੰ ਤੰਗ ਕਰੋ। ਧਰਮ ਦਾ ਮਤਲਬ ਹੈ ਸ਼ਾਂਤੀ, ਹੈ ਨਾ, ਜੋ ਮਹਾਤਮਾ ਬੁੱਧ ਦੇ ਅਸ਼ਟ ਮਾਰਗ 'ਚ ਲਿਖਿਆ ਗਿਆ, ਉਹਨਾਂ ਦੇ ਨਾਲ ਹੈਗਾ, ਹੈ ਨਾ। ਜੋ ਮਹਾਤਮਾ ਬੁੱਧ ਤੋਂ ਪਹਿਲਾਂ ਜਿੰਨੇ ਵੀ ਜੈਨੀ ਹੋਏ ਆ, ਬੋਧੀ ਹੋਏ ਆ, ਜਿੰਨੇ ਵੀ ਧਰਮ ਆਏ ਆ, ਔਰ ਉਹ 'ਚ ਪੀਰ ਪੈਗੰਬਰ ਆਏ ਆ, ਹੈ ਨਾ, ਮੁਹੰਮਦ ਸਾਹਿਬ ਨੇ ਲਿਖਿਆ, ਕੁਰਾਨ ਸਾਹਿਬ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਜੋ ਸਤਕਾਰ ਆ, ਉਹਨਾਂ ਦੇ ਵਿੱਚ ਵੇਖੋ ਕੀ ਕੁਛ ਹੈਗਾ। ਪਰ ਜੇ ਅਸੀਂ ਧਰਮ ਨੂੰ ਸਿਆਸਤ ਵਿੱਚ ਘੜੀਸ ਕੇ ਲਾਈਏ ਤਾਂ ਉਹ ਗਲਤ ਹੁੰਦੀ ਆ। ਹੁਣ ਇਹ ਗੱਲ ਇਸੇ ਕਰਕੇ ਹੈਗਾ ਕਿਉਂਕਿ ਜਿਹੜੀ ਬਹੁਮਤ ਹੋਏਗਾ ਨਾ, ਉਹ ਦੂਜਿਆਂ ਨੂੰ, ਜਿਹੜੇ ਧਰਮਾਂ ਨੂੰ ਨੇੜੇ ਨਹੀਂ ਆਉਣ ਦਊਗਾ, ਕਿਉਂਕਿ ਉਹ ਆਂਦੇ ਵੀ ਇਹ ਤਾਂ ਆਟੇ 'ਚ ਲੂਣ ਵਾਲੀ ਗੱਲ ਆ, ਹੈ ਨਾ, ਇਹਨੂੰ ਛਾਣ ਕੇ ਪਾਸੇ ਕਰ ਦਿਓ ਤੇ ਉਹ ਨਾ ਆ ਜੇ। ਧਰਮ ਦਾ ਵੈਸੇ ਅਸੂਲ ਇੱਕੋ ਹੀ ਆ, ਗੋਡ ਇਜ਼ ਵਨ, ਉਹਨਾਂ ਨੇ ਕਹਿਣਾ ਹੀ ਆ। ਜੇ ਤੁਸੀਂ ਸਾਰੇ ਧਰਮਾਂ 'ਚ ਜਾਓ ਤਾਂ ਪਰਮਾਤਮਾ ਤਾਂ ਇੱਕ ਹੀ ਹੈ,
ਉਹਦੀ ਸਥਿਤੀ ਇੱਕ ਹੈਗੀ ਆ, ਉਹਦੇ ਤੇ ਉਹਦੇ ਸਿਧਾਂਤ ਇੱਕ ਹੈਗੇ ਆ, ਪਰ ਦੋ ਸਕੂਲ ਨੇ ਨਾ, ਐਬਰਾਹਮਿਕ ਆ ਧਰਮ ਆ ਤੇ ਇੱਧਰ ਸਾਡਾ ਵੈਦਿਕ ਧਰਮ। ਐਬਰਾਹਮਿਕ ਚ ਆਏਗਾ ਕ੍ਰਿਸਚਨ ਆ ਜਾਂਦੇ ਨੇ, ਆ ਮੁਸਲਿਮ ਆਉਂਦੇ ਨੇ, ਯਹੂਦੀ ਆਉਂਦੇ ਨੇ, ਜੀ ਹੈ ਨਾ। ਉਹਦੇ ਨਾਲ ਮਿਲਦੇ ਫਿਰ ਜ਼ੋਰੈਸਟਰਿਜ਼ਮ ਆ ਜਾਂਦਾ ਹੈ, ਜਿਹਨਾਂ ਨੂੰ ਆਪਾਂ ਪਾਰਸੀਜ਼ ਕਹਿੰਦੇ ਹਾਂ। ਆ ਸਾਡਾ ਇੱਧਰ ਆ ਜਾਂਦਾ ਵੈਦਿਕ ਕਲਚਰ, ਜਿਹਦੇ ਚ ਆ ਜਾਂਦਾ ਹੈ ਪੁਰਾਤਨ ਆਰਿਆ ਧਰਮ, ਆ ਆਰਿਆ ਸੰਸਕ੍ਰਿਤੀ, ਠੀਕ ਹੈ ਨਾ, ਜਿਹਨੂੰ ਆਪਾਂ ਕਹਿੰਦੇ ਸਨਾਤਨ ਧਰਮ। ਫਿਰ ਉਸ ਤੋਂ ਬਾਅਦ ਆਉਂਦੇ ਨੇ ਬੁੱਧ ਧਰਮ, ਫਿਰ ਆਉਂਦੇ ਨੇ ਜੈਨ ਧਰਮ, ਫਿਰ ਸਾਡਾ ਸਿੱਖ ਧਰਮ ਆਉਂਦਾ ਹੈ। ਔਰ ਸਿੱਖ ਧਰਮ ਤੋਂ ਸਿੰਘ ਧਰਮ ਤੱਕ ਦੀ ਯਾਤਰਾ ਚੱਲਦੀ ਹੈ। ਸੋ ਇਹ ਵੱਖੋ ਵੱਖਰੇ ਨੇ, ਇਹ ਸਾਡੇ ਏਸ਼ੀਆ ਦੇ ਦੇਸ਼ਾਂ ਚੋਂ ਨੇ। ਦੋ ਤਰ੍ਹਾਂ ਦੀਆਂ ਸਕੂਲਸ ਚੱਲਦੇ ਨੇ, ਔਰ ਇਹ ਜਿੰਨੀ ਤਰ੍ਹਾਂ ਦੇ ਵੀ ਇਹ ਸਕੂਲਸ ਹੋਣਗੇ, ਠੀਕ ਹੈ ਨਾ, ਇਹ ਸਾਡੇ ਪਰਸਨਲ ਮੈਟਰਸ ਨੇ, ਇਹ ਪਬਲਿਕ ਮੈਟਰਸ ਨਹੀਂ ਹੈਗੇ, ਪਰਸਨਲ ਮੈਟਰਸ ਨੇ। ਕੋਈ ਕਿੱਧਰ ਵੀ ਜਾ ਸਕਦਾ, ਕੋਈ ਕਿਸੇ ਵੀ ਚੀਜ਼ ਨੂੰ ਵੀ ਮੰਨ ਸਕਦਾ, ਠੀਕ ਹੈ ਨਾ। ਸੋ ਇੱਥੇ ਆ ਕੇ ਜਿਹੜਾ ਸਿਆਸਤ ਨੂੰ, ਤੁਸੀਂ ਬਿਲਕੁਲ ਠੀਕ ਕਿਹਾ, ਪੋਲਿਟਿਕਸ ਆਪਣੇ ਰੰਗ ਦੇ ਵਿੱਚ ਰੰਗਣਾ ਸ਼ੁਰੂ ਕਰਦਾ ਜਦੋਂ, ਉੱਥੇ ਆ ਕੇ ਇਹ ਸਾਰੇ ਪੰਗੇ ਖੜੇ ਹੁੰਦੇ ਨੇ, ਉੱਥੇ ਜਾ ਕੇ ਸਾਰੇ ਝਗੜੇ ਖੜੇ ਹੁੰਦੇ ਨੇ। ਬੇਸਿਕਲੀ ਜਿੰਨੇ ਵੀ ਇਸ ਵੇਲੇ ਜਿੰਨੇ ਵੀ ਧਰਮਾਂ ਦੇ ਅਨੁਯਾਈ ਆ, ਜਾਂ ਜਿੰਨੇ ਸਮੁਦਾਇ ਆ, ਜਿੰਨੇ ਵੀ ਕਮਿਊਨਿਟੀ ਆ, ਉਹਨਾਂ ਦੇ ਧਰਮ ਇੱਕ ਨਹੀਂ ਗਾ, ਉਹਨਾਂ ਦੇ ਵਿੱਚ ਵੀ ਇਹ ਵੰਡੀਆਂ ਪਈਆਂ। ਜਿੱਦਾਂ ਕ੍ਰਿਸਚਨ ਆ, ਇਹਨਾਂ ਦੇ ਦੋ ਨੇ, ਪ੍ਰੋਟੈਸਟੈਂਟਸ ਵੀ ਨੇ, ਹਾਂ ਪ੍ਰੋਟੈਸਟੈਂਟ ਵੀ ਹੈ, ਔਰ ਮੁਸਲਿਮ ਸ਼ੀਆ ਸੁੰਨੀ ਮਰਜ਼ਈ ਕਾਦੀਆਂ ਪੰਜਾਬ 'ਚ ਹੀ ਹੈਗਾ, ਉੱਥੇ ਮਰਜ਼ਈ ਹੈ। ਕਿਤੇ ਵੀ ਕੋਈ ਡੈਥ ਹੋ ਜੇ ਮੁਸਲਿਮ ਦੀ, ਸਾਰਾ ਕੁਝ ਬਹਿਸ਼ਤ ਉਹਨੂੰ ਕਹਿੰਦੇ ਆ, ਜਿੱਥੇ ਉਹਨਾਂ ਦੀ ਕਬਰਾਂ ਵਾ, ਉਹਨਾਂ ਨੂੰ ਇੱਥੇ ਲਿਆ ਕੇ ਦਫਨਾਇਆ ਜਾਂਦਾ। ਇਹ ਵੇਖੋ ਕਿੰਨੇ ਹੈਗੇ, ਸ਼ੀਆ ਸੁੰਨੀ ਮਰਜ਼ਈ, ਹੋਰ ਵੀ ਹੋਣਗੇ। ਔਰ ਉਸ ਤੋਂ ਇਲਾਵਾ ਬਾਕੀ ਜਿਹੜੇ ਹੈਗੇ ਕ੍ਰਿਸਚਨ, ਤਾਂ ਉਹਨਾਂ ਦੇ ਵਿੱਚ ਹੋ ਗਏ ਸਾਰਾ ਕੁਝ, ਹੈ ਨਾ। ਤਾਂ ਤੁਸੀਂ ਸਾਡੇ ਇੱਥੇ ਦੇਖ ਲਓ, ਜੈਨੀਆਂ ਵਿੱਚ ਚੱਲ ਜਾਓ, ਬੇਸਿਕ ਕਨਸੈਪਟ ਤਾਂ ਉਹੀ ਹੈ ਨਾ, 4 ਵਰਨ। ਤੁਸੀਂ ਹੋਰ ਤਾਂ ਦੱਸੋ, ਜਿੱਥੇ ਅਸੀਂ ਸਿੱਖਾਂ 'ਚ ਬੈਠੇ ਹਾਂ, ਸਾਡੇ 'ਚ ਵੀ ਹੈ, ਸਿੱਖ ਧਰਮ 'ਚ ਵੀ ਹੈਗੇ, ਕਿਉਂ ਨਹੀਂ? ਕਿੰਨੇ ਇਸ਼ਟ ਹੈਗੇ, ਕਿੰਨੇ ਇਹਨਾਂ ਨੇ ਦੇਹਧਾਰੀ, ਇਹਨਾਂ ਨੇ ਆਪਣੇ ਬਾਬੇ ਬਣਾ ਲਏ। ਇਹਦੇ ਵਿੱਚ ਜਦੋਂ ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਹੀ ਸਾਰਾ ਅੱਗੇ ਹੈਗਾ, ਇਹ ਗੁਰੂ ਹੈ ਸਾਰਿਆਂ ਦਾ, ਔਰ ਕੋਈ ਇਹਦੇ ਵਿੱਚ ਉਹ ਨਹੀਂ ਹੋਊਗਾ। ਪਰ ਉਦੋਂ ਬਾਅਦ ਦੇਖ ਲਓ ਅਜੇ ਕਿੰਨੇ ਡੇਰੇ, ਕਿੰਨੇ ਸੰਤ, ਕੀ ਕੁਛ ਹੋ ਗਿਆ, ਉਹ ਇਹਦੇ ਵਿੱਚ ਹੀ ਆ ਗਿਆ। ਔਰ ਇਹ ਸਾਰੇ ਧਰਮਾਂ 'ਚ ਆਪਾਂ ਕਿਸੇ ਦੂਜੇ ਧਰਮ ਦੀ ਗੱਲ ਨਹੀਂ ਕਰਦੇ, ਪਰ ਇਹਦੇ ਵਿੱਚ ਅਨਿਆਈ ਤੁਹਾਨੂੰ ਮੰਨਣ ਵਾਲਾ ਮੰਨੋਗੇ ਤਾਂ ਤੁਸੀਂ ਉਹਨਾਂ ਨੂੰ ਹੀ ਮੰਨੋਗੇ, ਤਾਂ ਉਹਨਾਂ ਨੂੰ ਬਾਣੀ ਤੁਸੀਂ ਉਹ ਪੜ੍ਹ ਰਹੇ ਜੇ, ਪਰ ਡੇਰੇ ਆਪਣੇ ਬਣਾਏ, ਉਹ ਸਾਰਾ ਕੁਝ ਹੈਗਾ। ਮੁਸਲਿਮ ਤਾਂ ਵਿੱਚ ਵੇਖੋ ਬੜਾ ਕੁਛ ਲੜਦੇ ਆ। ਅਫਗਾਨਿਸਤਾਨ 'ਚ ਕੀ ਕੁਛ ਹੋ ਰਿਹਾ ਸੀਗਾ, ਕਿੰਨੀਆਂ ਉਹਦੇ 'ਚ ਸੈਕਟ ਬਣ ਗਿਆ, ਹੈ ਨਾ। ਕ੍ਰਿਸਚਨ ਕਿੰਨੇ ਜਿਨ੍ਹਾਂ ਨੇ ਰਾਜ ਕੀਤਾ ਦੁਨੀਆ 'ਤੇ, ਉਹ ਵੀ ਇਕੱਠੇ ਨਹੀਂ ਰਹੇ, ਉਹਨਾਂ ਦੇ ਧਰਮ ਵਿੱਚ ਵੀ ਵੰਡੀਆਂ ਪੈ ਗਈ। ਇਹੀ ਹਾਲਤ ਹੁੰਦੀ ਆ। ਅਤੇ ਇਹ ਗੱਲ ਆਪਾਂ ਫਿਰ ਉੱਥੇ ਆਈਏ ਸ਼ਿਮਲਾ 'ਚ, ਜਿੱਥੇ ਇਸ ਵੇਲੇ ਜੈਰਾਮ ਠਾਕਰ ਜੀ ਨੇ ਬਿੱਲ ਪੇਸ਼ ਕੀਤਾ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ, ਔਰ ਉਹਨਾਂ ਨੇ ਕਿਹਾ ਕਿ ਧਰਮ ਦੇ ਵਿੱਚ ਥੋੜ੍ਹੀ ਜਿਹੀ ਇਹ ਆੜ ਲੈ ਕੇ ਲੋਕ ਇਹਦੇ ਵਿੱਚ ਖੁਸ਼ ਰਹੇ ਆ, ਸਾਰਾ ਕੁਝ ਹੋ ਰਿਹਾ। ਔਰ ਇਹ ਗੱਲ ਵੇਖਣ ਵਾਲੀ ਹੁੰਦੀ ਹੈ, ਕਈ ਜਿਹੜੇ ਜਿਹੜੇ ਮੁੱਖ ਧਰਮ ਚੱਲ ਰਹੇ ਆ, ਜਿਹੜੇ ਰਿਲੀਜਨ ਚੱਲ ਰਹੇ, ਉਹਦੇ ਵਿੱਚ ਥੋੜ੍ਹੀਆਂ ਬਹੁਤ ਬਾਕੀ ਵੀ ਆ ਜਾਂਦੀਆਂ। ਪੰਜਾਬ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀਗਾ ਕਿ ਕ੍ਰਿਸਚਨ ਜਿਹੜੇ ਆ ਕੇ ਇਹਦੇ 'ਚ ਬਹਿ ਗਏ ਆ ਔਰ ਕਰ ਰਹੇ ਆ, ਔਰ ਉਹ 'ਚੋਂ ਫੰਡਿੰਗ ਵੀ ਹੁੰਦੀ ਹੈ। ਔਰ ਇਸੇ ਤਰ੍ਹਾਂ ਹੋ ਸਕਦਾ ਹਿਮਾਚਲ 'ਚ ਵੀ ਇਹ ਗੱਲ ਹੋਈ ਹੋਵੇ, ਕਿਉਂਕਿ ਬੇਸਿਕਲੀ ਉੱਥੇ ਹਿੰਦੂ ਧਰਮ ਹੈਗਾ ਆਲੇ ਦੁਆਲੇ ਸਾਰੇ। ਹੋ ਸਕਦਾ ਉੱਥੇ ਕ੍ਰਿਸਚਨਾਈਜ਼ਡ ਹੋਣ ਲਈ ਕੁਛ ਨਾ ਕੁਛ ਪੈਰੋਕਾਰ ਆਏ ਹੁਣ, ਉਹਨਾਂ ਨੇ ਪੈਸਾ ਧੇਲਾ ਦਿੱਤਾ ਹੋਵੇ, ਔਰ ਉੱਥੇ ਚਰਚ ਬਣ ਗਈ ਹੋਵੇ, ਕਈ ਕੁਛ ਹੁੰਦਾ। ਔਰ ਹੁਣ ਇਹ ਤਾਂ ਹੈਗਾ, ਇਹ ਲੋਕਾਂ ਦਾ ਆਪਣਾ ਖਿਆਲ ਹੈ, ਲੋਕਾਂ ਨੇ ਕਿਹਨੂੰ ਮੰਨਣਾ ਹੈਗਾ, ਇਹਦੇ ਵਿੱਚ ਕਿਸੇ ਦੀ ਪਾਬੰਦੀ ਨਹੀਂ ਹੋ ਸਕਦੀ। ਜੋ ਉਹਨਾਂ ਦਾ ਮਨ ਕਰਦਾ ਉਹਨਾਂ ਦਾ ਉਹ ਕਰਨਾ ਹੀ ਕਰਨਾ ਹੈ ਕਿ ਨਹੀਂ, ਜਿੱਥੇ ਉਹਨਾਂ ਨੂੰ ਚੰਗਾ ਲੱਗਦਾ, ਜਿੱਥੇ ਉਹਨਾਂ ਦਾ ਮਨ ਸ਼ਾਂਤ ਹੁੰਦਾ। ਇਹ 'ਚ ਵਾਕਈ ਫਿਰ ਉੱਥੇ ਆਉਂਦੀ ਪੋਲੀਟਿਕਸ, ਇੱਥੋਂ ਫਿਰ ਦੂਰ ਹੀ ਰਹਿਣੀ ਚਾਹੀਦੀ। ਬਿਲਕੁਲ ਸਹੀ ਗੱਲ ਹੈ। ਔਰ ਸਭ ਤੋਂ ਉੱਤੇ ਇਨਸਾਨੀਅਤ ਦਾ ਧਰਮ, ਮਾਨਵਤਾ, ਹਿਊਮੈਨਿਟੀ, ਉਹ ਸਭ ਤੋਂ ਉੱਤੇ ਬਹੁਤ ਵੱਡੀ ਗੱਲ। ਬਿਲਕੁਲ ਜੀ, ਇਹ ਤਾਂ ਗੁਰੂ ਨਾਨਕ ਦੇਵ ਜੀ ਕਹਿ ਗਏ ਸਾਰੇ ਇਸ ਬਾਰੇ, ਉਹਨਾਂ ਨੇ ਬਹੁਤ ਕੁਝ ਕਿਹਾ। ਮਾਨਸ ਕੀ ਜਾਤ ਸਭ ਇੱਕ ਕੋ ਪਹਿਚਾਨ, ਸਭ ਇੱਕ ਕੋ। ਸੋ ਅੱਗੇ ਹੁਣ ਕਰੋਨਾ ਦਾ ਕਹਿਰ ਫਿਰ ਤੋਂ ਜੀ, ਹੈ ਨਾ, ਵਾਇਰਸ 19 ਸਾਨੂੰ ਫਿਰ ਤੰਗ ਕਰਦਾ ਪਿਆ। ਛਡਵਾਇਆ ਤੋਂ ਬਸ ਤਾਂ ਲੋਕ ਸ਼ਾਂਤ ਹੋਏ, ਪਤਾ ਨਹੀਂ ਕਿੰਨੇ ਵੇਰੀਐਂਟਸ ਲੈ ਕੇ ਫਿਰ ਤੋਂ ਤੰਗ ਕਰਨਾ ਇਹਨੇ ਸ਼ੁਰੂ ਕੀਤਾ ਹੈ। ਇਸ ਕਰਕੇ ਉਹ ਸੇਮ ਫਾਰਮੂਲਾ ਜਿਹੜਾ ਅਸੀਂ ਅਪਣਾਇਆ ਸੀ, ਮਾਸਕ ਪਾਉਣਾ, ਦੂਰੀ ਰੱਖਣਾ, ਸੋਸ਼ਲ ਡਿਸਟੈਂਸਿੰਗ ਕਹਿੰਦੇ ਸੀ, ਮੈਂ ਇਹਨੂੰ ਕਹਿੰਦਾ ਸੀ ਫਿਜ਼ੀਕਲ ਡਿਸਟੈਂਸਿੰਗ, ਉਹੀ ਹੈ। ਸਮਾਜਿਕ ਤੌਰ ਤੇ ਦੂਰ ਨਾ ਹੋਵੋ, ਸਰੀਰਕ ਤੌਰ ਤੇ ਦੂਰ ਹੋਵੋ, ਕਿਉਂਕਿ ਸਮਾਜਿਕ ਤੌਰ ਤੇ ਦੂਰ ਹੋਗੇ ਫਿਰ ਤੇ ਸਮਾਜ ਹੀ ਟੁੱਟ ਜਾਣਾ। ਸੋ ਸਰੀਰਕ ਤੌਰ ਦੇ ਉੱਤੇ ਤੁਸੀਂ ਦੂਰੀ ਬਣਾ ਕੇ ਰੱਖੋ, ਮਾਸਕ ਪਾਓ, ਉਹ ਫਿਰ ਸੈਨੀਟਾਈਜ਼ਰ, ਐਵਰੀਥਿੰਗ ਜੋ ਪਹਿਲਾਂ ਅਸੀਂ ਕਰਦੇ ਰਹੇ ਹਾਂ, ਉਹ ਇਹਤਿਆਤ ਵਰਤੋ ਤਾਂ ਕਿ ਕਰੋਨਾ ਤੋਂ ਬਚਿਆ ਜਾ ਸਕੇ, ਕਿਉਂਕਿ ਪੰਜਾਬ ਦੇ ਅੰਦਰ ਵੀ ਮਾਮਲੇ ਵੱਧਦੇ ਪਏ ਨੇ ਹੁਣ। ਇਹ ਬੜੀ ਵੱਡੀ ਖਤਰੇ ਵਾਲੀ ਗੱਲ ਆ, ਔਰ ਵੱਡੀ ਖਤਰੇ ਦੀ ਘੰਟੀ ਫਿਰ ਖੜਕ ਗਈ ਹੈ। ਔਰ ਤੁਸੀਂ ਦੇਖ ਲਓ ਜਿਹੜੇ ਡਿਵੈਲਪ ਕੰਟਰੀ ਆ, ਅਮਰੀਕਾ 'ਚ ਜਿਹੜਾ ਇਸ ਵੇਲੇ ਫਿਰ ਉੱਥੇ ਹੋ ਰਿਹਾ ਕੰਮ, ਕੈਨੇਡਾ 'ਚ ਵੀ ਰਿਹਾ,
ਔਰ ਜਿੱਥੇ ਜਿਹੜੇ ਵੱਡੇ ਕੰਟਰੀ ਆ, ਚਾਈਨਾ ਤੋਂ ਤਾਂ ਇਹ ਹਿੱਲਿਆ ਸੀ ਨਾ ਕੰਮ, ਓਰੀਜਨ ਤੋਂ ਉੱਥੋਂ ਹੋਇਆ ਸੀ ਨਾ, ਤੇ ਜਿਹੜਾ ਕਰੋਨਾ 90 ਉਹਦਾ ਰੌਲਾ ਪਿਆ, ਔਰ ਉਹਦੇ ਤੋਂ ਬਾਅਦ ਇਸ ਵੇਲੇ ਫਿਰ ਇਹ ਰੌਲਾ ਪਿਆ ਗਿਆ ਕਿ ਆ ਰਿਹਾ, ਔਰ ਇੱਥੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ। ਜਿੱਥੇ ਜਿੱਥੇ ਲੋਕ ਇਕੱਠੇ ਹੁੰਦੇ ਆ, ਜਿੱਥੇ ਜਿੱਥੇ ਲੋਕਾਂ ਦਾ ਇਕੱਠ ਹੁੰਦਾ, ਔਰ ਉਹਨਾਂ ਤੋਂ ਬਾਅਦ ਜਿਹੜੀ ਡਿਪਟੀ ਕਮਿਸ਼ਨਰ ਹੈਗੇ ਨੇ ਜ਼ਿਲ੍ਹੇ ਦੇ, ਉਹਨਾਂ ਨੂੰ ਹਦਾਇਤਾਂ ਆ ਗਈਆਂ, SSP ਜਿਹੜੇ ਜ਼ਿਲ੍ਹੇ ਦੇ ਹੋਣਗੇ ਉਹਨਾਂ ਨੂੰ ਹਦਾਇਤਾਂ ਆ ਗਈਆਂ, ਔਰ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਜਿਹੜਾ ਉਹਨਾਂ ਨੇ ਕਹਿ ਦਿੱਤਾ ਅੱਗੇ ਵੀ ਸਕੂਲ ਕਾਲਜ ਬੰਦ ਰਹੇ, ਔਰ ਪੜ੍ਹਾਈ ਵੀ ਬਹੁਤ ਨੁਕਸਾਨ ਹੋ ਗਿਆ। ਫਿਰ ਬਿਜ਼ਨਸ ਦਾ ਕਿੰਨਾ ਨੁਕਸਾਨ ਹੋਇਆ, ਫਲਾਈਟਸ ਬੰਦ ਹੋ ਗਈਆਂ, ਫਲਾਈਟ ਬੰਦ ਹੋ ਗਈ, ਔਰ ਟਰਾਂਸਪੋਰਟ ਦੇ ਬੰਦ ਹੋਣ ਕਰਕੇ ਬਿਜ਼ਨਸ ਸਾਰਾ ਬੰਦ ਰਿਹਾ, ਸਾਰਾ ਬਿਜ਼ਨਸ ਬੰਦ ਰਿਹਾ, ਇੰਟਰਨੈਸ਼ਨਲ ਬਿਜ਼ਨਸ, ਇੰਟਰਨੈਸ਼ਨਲ ਇਕਨੋਮੀ, ਔਰ ਅਮਰੀਕਾ ਦੇ ਅੰਦਰ GDP ਡਾਊਨ, ਔਰ ਮੰਦੀ ਦੇ ਹਾਲਾਤਾਂ ਵੱਲ ਵੱਧਦਾ ਪਿਆ, ਜਿਸ ਕਰਕੇ ਪੂਰੀ ਦੁਨੀਆ ਦੇ ਜੋ ਇਕਨੋਮੀਜ਼ ਦੇ ਔਰ ਬੈਂਕਸ ਦੇ ਸਟੇਟਸ ਨੇ ਉਹ ਡਾਊਨ ਹੋਣ ਲੱਗ ਪਏ ਨੇ, ਔਰ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਇੱਕ ਤੇ ਜੰਗ ਨੇ ਤੰਗ ਕੀਤਾ ਯੂਕਰੇਨ ਤੇ ਰਸ਼ੀਆ, ਦੂਜਾ ਤਾਈਵਾਨ ਦਾ ਵਿੱਚ ਵੀ ਪ੍ਰੈਸ਼ਰ, ਤਾਂ ਫਿਰ ਉਸ ਦੇ ਰੌਲੇ 'ਚ ਆ ਗਿਆ ਨਾ, ਉਹ ਫਿਰ ਰੌਲਾ ਇਹ ਸਭ ਚੀਜ਼ਾਂ ਤਾਂ ਹੈਗੀਆਂ ਹੀ ਨੇ, ਪਰ ਇਹ ਕਰੋਨਾ ਨਾਲ ਕੁਦਰਤ ਦੀ ਜਿਹੜੀ ਮਾਰ ਹੈ ਉਹ ਇਸ ਵਾਰ ਮਾਲਕ ਹੀ ਬਚਾਵੇ ਸਭ ਨੂੰ, ਸਾਰੇ ਦੁਨੀਆ ਨੂੰ। ਇਹ ਮਾਰ ਇਸ ਵਾਰ ਨਹੀਂ ਚੱਲੀ ਜਾਣੀ, ਕਿਉਂਕਿ ਜੋ ਬਿਜ਼ਨਸ ਠੱਪ ਪਏ ਨੇ, ਲੋਕਾਂ ਦੇ ਕੈਰੀਅਰ, ਲੋਕਾਂ ਦੀਆਂ ਜੌਬਸ ਸਭ ਚਲੇ ਗਏ, ਔਰ ਬਹੁਤ ਘੱਟ ਲੋਕ ਨੇ ਪਤਾ ਨਹੀਂ ਕਿੰਨਾ ਸਰਵਾਈਵ ਕਰਦੇ ਪਏ ਨੇ। ਜਿਸ 'ਚ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਜੀ ਜੀ, ਉਹਨੇ ਇਹ ਵੀ ਕਿਹਾ ਕਿ ਇਹਦਾ ਖਤਰਾ ਫਿਰ ਮੰਡਲਾ ਰਿਹਾ, ਇਹਦੇ ਬੱਦਲ ਫਿਰ ਉਸੇ ਤਰ੍ਹਾਂ ਗੜਕ ਰਹੇ ਆ ਰਹੀ ਹੈ, ਔਰ ਇਹਦੇ 'ਤੇ ਸਾਰਿਆਂ ਨੂੰ ਇਤਿਆਦ ਲੈਣੇ ਚਾਹੀਦੇ ਆ ਤਾਂ ਕਿ ਇਹ ਬਿਮਾਰੀ ਨੂੰ ਫਿਰ ਉਸੇ ਤਰ੍ਹਾਂ ਹੀ ਪਛਾਣ ਮੋੜਿਆ ਜਾਵੇ। ਸਹੀ ਗੱਲ ਹੈ, ਇਹ ਵਾਇਰਸ ਰਹਿਣਾ ਹੈ, ਵਾਇਰਸ ਕਿਤੇ ਨਹੀਂ ਚੱਲਿਆ ਨਾ, ਇਹ ਤੋਂ ਬਚ ਕੇ ਕਿਵੇਂ ਰਹਿਣਾ ਇਹ ਅਸੀਂ ਸੋਚਣਾ ਹੈ। ਔਰ ਨਾਲ ਮੰਕੀ ਪਾਕਸ ਵੀ ਚੱਲ ਪਿਆ, ਉਹਦੇ 'ਚ ਵੀ ਹੈਗਾ, ਪਰ ਉਹ 'ਚ ਜਿਹੜੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਬਾਂਦਰ ਤੋਂ ਨਹੀਂ ਆਏ, ਰੌਲਾ ਵਾਧੂ ਪੈ ਗਿਆ ਹੈਗਾ, ਪਤਾ ਨਹੀਂ ਕਿਸ ਤਰ੍ਹਾਂ ਡਾਕਟਰ ਪਾਉਂਦੇ ਜਾਂ ਕੀ ਅਫਵਾਹਾਂ ਫੈਲ ਜਾਂਦੀਆਂ, ਨਾ ਇਹ ਚੂਹਿਆਂ ਤੋਂ ਨਾ ਉਹਨਾਂ ਤੋਂ, ਇਹਦੇ ਵਾਇਰਸ ਜਿਹੜਾ ਇਹ ਹਵਾ ਦਾ ਹੈਗਾ, ਹਵਾ 'ਚ ਆਉਂਦਾ, ਇਸੇ ਕਰਕੇ ਆਪਾਂ ਮਾਸਕ ਪਾਉਂਦੇ ਹਾਂ ਕਿ ਜਿਹੜਾ ਉਹ ਵਾਇਰਸ ਆ ਜਿਹੜਾ ਹਵਾ ਨਾਲ ਤੁਹਾਡੇ ਅੰਦਰ ਇੰਟਰ ਨਾ ਕਰ ਜੇ। ਸਭ ਤੋਂ ਪਹਿਲਾਂ ਜਿਹੜਾ ਇਹ ਵਾਇਰਸ ਹੁੰਦਾ ਤੇ ਇਹਦੇ ਨਾਲ ਤੁਹਾਡਾ ਗਲਾ ਫੜਿਆ ਜਾਂਦਾ, ਜਦੋਂ ਗਲਾ ਤੁਹਾਡਾ ਜਾਮ ਹੋ ਗਿਆ ਸਾਹ ਲੈਣਾ ਔਖਾ ਹੋਗਾ, ਫੇਫੜੇ ਬੰਦ ਹੋ ਰਹੇ ਆ, ਜਦੋਂ ਸਾਹ ਹੀ ਨਹੀਂ ਆਇਆ ਜਿੱਦਾਂ ਸ਼ੁਰੂ 'ਚ ਉਦਾਂ ਹੀ ਸਿੰਪਟਮਸ ਆਉਂਦੇ ਨੇ, ਜਿਵੇਂ ਨਮੋਨੀਆ ਨਹੀਂ ਹੋ ਜਾਂਦਾ, ਨਮੋਨੀਆ ਹੋਗਾ, ਕੰਬਣਾ ਛਿੜਦਾ ਤੇ ਉਹਦੇ ਨਾਲ ਤੁਹਾਡਾ ਉਹੀ ਸਿੰਪਟਮਸ ਨੇ, ਉਹੀ, ਪਰ ਇਹਦੇ ਜਿਹੜੇ ਰਿਜ਼ਲਟ ਨੇ ਉਹ ਨਮੋਨੀਆ ਤੋਂ ਕਿਤੇ ਜ਼ਿਆਦਾ ਖਤਰਨਾਕ ਨੇ, ਇਸ ਕਰਕੇ ਹਮੇਸ਼ਾ ਇਹਤਿਆਤ ਰੱਖੀਏ। ਚਲੋ ਹੁਣ ਅੱਗੇ ਵਧਦੇ ਹਾਂ। ਜੀ ਜੀ, ਕੌਮੀ ਝੰਡਾ ਵੇਚਣਾ, ਭਾਰਤ ਦਾ ਅਪਮਾਨ, ਇਹ ਇੱਕ ਗੱਲ ਚੱਲ ਰਹੀ ਹੈ ਜੋ ਵਿਰੋਧੀ ਧਿਰਾਂ ਕਹਿ ਰਹੇ ਨੇ, ਕਿਉਂਕਿ ਇੱਕ ਘਰ ਘਰ ਤਿਰੰਗਾ ਅਭਿਆਨ ਇੱਕ ਮੁਹਿੰਮ ਚਲਾਈ ਹੋਈ ਹੈ 13 ਤੋਂ ਲੈ ਕੇ 15 ਤਰੀਕ ਤੱਕ, ਔਰ ਨਰਿੰਦਰ ਮੋਦੀ ਸਾਹਿਬ ਜੋ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਦੇ, ਉਹ ਖਾਸ ਤੌਰ ਤੇ ਇਸ ਉੱਤੇ ਜ਼ੋਰ ਦੇ ਰਹੇ ਨੇ, ਔਰ ਜੋ ਸਾਡੀ ਕੇਂਦਰ ਸਰਕਾਰ ਹੈ, BJP ਗਵਰਨਮੈਂਟ ਹੈ ਇਸ ਵਕਤ, ਕੇਂਦਰ ਸਰਕਾਰ, ਉਹਨਾਂ ਵੱਲੋਂ ਇੱਕ ਖਾਸ ਮੁਹਿੰਮ ਚਲਾਈ ਜਾ ਰਹੀ ਹੈ, ਪਰ ਵਿਰੋਧੀ ਧਿਰ ਤੇ ਵਿਰੋਧੀ ਧਿਰ ਹੀ ਹੁੰਦੇ ਨੇ, ਉਹਨਾਂ ਨੇ ਕੁਛ ਨਾ ਕੁਛ ਤੇ ਵਿਰੋਧ ਕਰਨਾ ਹੀ ਹੈ। ਤਾਂ ਹੁਣ ਕਾਂਗਰਸ ਵੱਲੋਂ ਇੱਕ ਵਿਰੋਧ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਝੰਡਾ ਵੇਚਣਾ ਇਹ ਝੰਡੇ ਦਾ ਅਪਮਾਨ ਹੈ, ਇਸ ਕਰਕੇ ਝੰਡਾ ਵੇਚਣਾ ਨਹੀਂ ਚਾਹੀਦਾ। ਜਿਹੜਾ ਘਰ ਘਰ ਤਿਰੰਗੇ ਦਾ ਮੁਹਿੰਮ ਚਲਾਈ ਜਾ ਰਹੀ ਹੈ, ਉਹ ਝੰਡਾ ਗਿਫਟ ਹੋਣਾ ਚਾਹੀਦਾ, ਨਾ ਕਿ ਵੇਚਣਾ ਚਾਹੀਦਾ। ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਆਪਾਂ ਨੂੰ ਪਤਾ ਕਿ ਅੱਜ ਜਿਹੜੀ ਆਜ਼ਾਦੀ ਦੇ ਦਿਵਸ ਦੀ ਪੂਰਵ ਸੰਧਿਆ, ਔਰ ਸਾਡੇ ਦਰਸ਼ਕਾਂ ਨੂੰ ਪਤਾ, ਅਸੀਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦੇ ਹਾਂ 15 ਅਗਸਤ ਦੀ, ਔਰ ਇਹਦੇ ਵਿੱਚ ਸਾਰੇ ਜਿਹੜੇ ਲੋਕ ਨੇ ਸ਼ਾਮਲ ਨੇ, ਔਰ ਬੜੀ ਖੁਸ਼ੀ ਦੀ ਗੱਲ ਹੈ, ਬੜੀ ਵੱਡੀ ਲਹਿਰ ਆ। ਔਰ ਇਹਦੇ 'ਚ ਜਦੋਂ ਇਹ ਰਾਜਾ ਵੜਿੰਗ ਨੇ ਕਿਹਾ ਸੀਗਾ, ਉਹਨਾਂ ਨੇ ਤਿਰੰਗਾ ਯਾਤਰਾ ਲਈ ਹੈ, ਕੱਢੀ ਹੈ, ਪੰਜਾਬ 'ਚ ਘੁੰਮ ਰਹੇ ਆ, ਔਰ ਬੜੇ ਅਦਬ ਨਾਲ ਸਤਿਕਾਰ ਨਾਲ ਉਹਨਾਂ ਨੇ ਸਾਰੇ ਲੋਕਾਂ ਨੂੰ ਨਵਾਜਿਆ, ਲੋਕ ਆਏ ਵੀ, ਇਹ 'ਚ ਸ਼ਾਮਲ ਵੀ ਹੋਏ ਆ, ਔਰ ਚੰਗਾ ਇਹਦੇ ਨਾਲ ਉਹਨਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਵੀ ਆ, ਕਿਉਂਕਿ ਪਾਰਟੀ ਭਾਵੇਂ ਹਾਰ ਗਈ ਹੈ, ਲੋਕ ਤਾਂ ਉਹਨਾਂ ਦੇ ਆ, ਪਬਲਿਕ ਤਾਂ ਉਹਨਾਂ ਦੀ ਆ, ਔਰ ਇਹ ਆਪਣੇ ਪ੍ਰਦੇਸ਼ ਪ੍ਰਧਾਨ ਹੈ ਕਾਂਗਰਸ ਦੇ, ਔਰ ਇਹਨਾਂ ਨੇ ਕਿਹਾ ਕਿ ਇਹ ਅਪਮਾਨ ਹੈ ਜਦੋਂ ਤਿਰੰਗਾ ਜਦੋਂ ਸਕੂਲਾਂ 'ਚ ਇੱਧਰ ਉੱਧਰ ਵਿਕਿਆ ਗਿਆ, ਬੱਚਿਆਂ ਨੇ ਲਿਆ, ਉਹਦੇ ਪੈਸੇ ਦਿੱਤੇ ਆ, ਔਰ ਇਹਦੇ 'ਚ ਅਪਮਾਨ ਵੀ ਹੁੰਦਾ, ਫਿਰ ਇਹਨੂੰ ਸੰਭਾਲਣਾ, ਉਹ ਤੋਂ ਬਾਅਦ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਇਹਨੂੰ ਸੰਭਾਲਣਾ ਚਾਹੀਦਾ ਹੈ, ਇਹ ਉਸੇ ਤਰ੍ਹਾਂ ਬਾਹਰ ਗਲੀਆਂ 'ਚ ਰੁਲੇ ਨਾ, ਇਹਦਾ ਬਿਲਕੁਲ ਐਗਜ਼ੈਕਟਲੀ ਇਹਦਾ ਅਪਮਾਨ ਨਾ ਹੋਵੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਕੂਲਾਂ ਤੇ ਕਾਲਜ ਵਿੱਚ ਬੱਚੇ ਨੇ ਜਾਂ ਘਰਾਂ 'ਚ ਵੀ ਇਹ ਤਿਰੰਗਾ ਲਹਿਰਾਉਣਾ ਅੱਛੀ ਗੱਲ ਹੈ। ਇਹ 20 ਕਰੋੜ ਜਿਹੜਾ ਝੰਡਾ ਵਾ ਇਹ ਲੋਕਾਂ 'ਚ ਵੰਡਿਆ ਗਿਆ, ਵੰਡਣ ਤੋਂ ਬਾਅਦ ਲੋਕਾਂ ਨੇ ਕੱਲ੍ਹ ਹੁਣ ਆਉਣ ਵਾਲੇ ਦਿਨ ਤੇ ਆਉਣ ਵਾਲੇ ਸਮਾਗਮ ਤੇ ਉਹਨੂੰ ਲਹਿਰਾਉਣਗੇ, ਘਰਾਂ 'ਚ ਲਹਿਰਾਉਣਗੇ। 13 ਤਰੀਕ ਤੋਂ ਲੈ ਕੇ 15 ਤਰੀਕ ਤੱਕ 3 ਦਿਨ ਹੈਗੇ ਨੇ, ਤੁਸੀਂ ਲਹਿਰਾ ਸਕਦੇ ਹੋ। ਅੱਜ 14 ਹੈ, ਕਈਆਂ ਨੇ ਕੱਲ ਲਹਿਰਾ ਦਿੱਤਾ ਹੈ, ਸੈਲੀਬ੍ਰਿਟੀਜ਼ ਦੇ ਅਸੀਂ ਦੇਖਦੇ ਹੀ ਹਾਂ, ਫੋਟੋਗ੍ਰਾਫਸ ਆ ਰਹੇ ਨੇ ਤਿਰੰਗੇ ਦੇ ਨਾਲ, ਉਹਨਾਂ ਨੇ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਲਹਿਰਾਇਆ। ਔਰ ਇਹਦੇ ਵਿੱਚ ਬਲਕਾਰ ਜੀ ਰਿਲੈਕਸੇਸ਼ਨ ਦਿੱਤੀ ਗਈ ਹੈ ਕਿ ਕੀ ਹੁੰਦਾ ਕਿ ਜਦੋਂ ਝੰਡਾ ਚੜਾਈ ਦਾ
ਸੂਰਜ ਜਦੋਂ ਚੜ੍ਹਦਾ ਉਦੋਂ ਝੰਡਾ ਚੜਾਈਦਾ, ਜਦੋਂ ਸੂਰਜ ਛੁਪਦਾ ਉਦੋਂ ਝੰਡਾ ਲਾ ਲਈਦਾ, ਉਹਨੂੰ ਮੱਥਾ ਟੇਕ ਕੇ। ਪਰੰਪਰਾ ਨੇ। ਪਰ ਇੱਥੇ ਕੀ ਕੀਤਾ ਗਿਆ, 3 ਦਿਨ ਰਿਲੈਕਸੇਸ਼ਨ ਦਿੱਤੀ ਗਈ ਹੈ, ਤੁਸੀਂ 13 ਤਰੀਕ ਨੂੰ ਚੜਾ ਦਿਓ, ਸ਼ਾਮ ਨੂੰ ਲਾਉਣ ਦੀ ਲੋੜ ਨਹੀਂ ਹੈ, ਇਹਨੂੰ ਚਲਾਓ, 15 ਤਰੀਕ ਤੱਕ ਝੂਲਦਾ ਰਹਿਣ ਦਿਓ। ਉਸ ਤੋਂ ਬਾਅਦ ਫਿਰ ਉਹ ਨਿਯਮ ਲਾਗੂ ਹੋਏਗਾ ਸਵੇਰ ਤੇ ਸ਼ਾਮ ਵਾਲਾ, ਪਰ 13 ਤੋਂ 15 ਤੱਕ ਉਹ ਨਿਯਮ ਲਾਗੂ ਨਹੀਂ ਹੁੰਦਾ, ਛੂਟ ਦਿੱਤੀ ਗਈ ਹੈ। ਪਰ ਝੰਡਾ ਚੜਾਉਣਾ, ਲਹਿਰਾਉਣਾ ਅੱਛੀ ਗੱਲ ਆ, ਪਰ ਉਹਦੇ ਨਾਲ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ, ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਇਹਨਾਂ ਕੁਝ ਕਰ ਦਿੱਤਾ, 10 ਲੱਖ ਦੇ ਕਰੀਬ ਜਿਹੜੇ ਸ਼ਹੀਦੀਆਂ ਪਾ ਗਏ, ਔਰ ਕਾਹਦੇ ਲਈ? ਦੇਸ਼ ਨੂੰ ਆਜ਼ਾਦ ਕਰਾਉਣ ਲਈ, ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ, ਔਰ ਬੜਾ ਕੁਝ ਕਰ ਗਏ। ਔਰ ਆਜ਼ਾਦੀ ਜੇ ਕਹੀਏ ਤਾਂ ਇਸੇ ਤਰ੍ਹਾਂ ਵੈਸੇ ਤਾਂ ਨਹੀਂ ਆ ਗਈ, ਆਜ਼ਾਦੀ ਦਾ ਕੋਈ ਵਾਵਰ ਵਾਲਾ ਤਾਂ ਨਹੀਂ ਸੀ ਕਿ ਤੁਹਾਡੇ ਆ ਗਿਆ ਦੇਸ਼ ਤੇ ਮੁੜ ਕੇ ਉਹ ਉੱਡ ਗਿਆ ਤੇ ਦੇਸ਼ ਆਜ਼ਾਦ ਹੋ ਗਿਆ, ਤੇ ਫਿਜ਼ਾ ਬਦਲ ਗਈ ਔਰ ਰੰਗ ਬਦਲ ਗਏ, ਹੈ ਨਾ, ਫੁੱਲ ਬੂਟੇ ਆ ਗਏ ਤੇ ਬੜਾ ਨਿਹਾਲ ਹੋ ਗਏ ਸਾਰੀ ਗੱਲਾਂ ਨਾਲ। ਪਰ ਆਜ਼ਾਦੀ ਦੇ ਪਿੱਛੇ ਬੜੀ ਵੱਡੀ ਲੜਾਈ ਹੈ, ਸੰਘਰਸ਼ ਹੈ, ਪਰ ਉਹਦੇ ਵਿੱਚ ਬੜੇ ਅੱਛੇ ਸ਼ਾਇਰਾਂ ਨੇ, ਅਦੀਬਾਂ ਨੇ, ਲਿਖਾਰੀਆਂ ਨੇ ਲਿਖਿਆ ਵੀ ਹੈਗਾ। ਔਰ ਮੇਰਾ ਖਿਆਲ ਹੈ ਜੇ ਸਾਡੇ ਦਰਸ਼ਕ ਇਜਾਜ਼ਤ ਦੇਣ, ਜਾਂ ਖੰਨਾ ਜੀ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਹੰਗਾਰਾ ਨਾਲ ਲੈ ਕੇ ਆਏ ਹੋ, ਮੈਂ 2-3 ਲਾਈਨਾਂ ਪੜੂੰਗਾ। ਮੈਂ ਆਪਣੀਆਂ ਨਹੀਂ ਲਿਖੀਆਂ, ਇਹ ਹੈਗੀਆਂ ਨੇ ਕਵੀ ਗੁਰਦਿੱਤ ਸਿੰਘ ਕੁੰਦਨ, ਉਹਨਾਂ ਦੀਆਂ ਇਹ 4 ਲਾਈਨਾਂ ਨੇ। ਉਹਨਾਂ ਨੇ ਕਿਹਾ, ਵਾਹ ਦੇਸ਼ ਪੰਜਾਬ ਪਿਆਰਿਆ, ਵਾਹ ਦੇਸ਼ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ, ਤੇਰੀ ਪਰਬਤ ਵਰਗੀ ਹਿੱਕ ਸੀ ਜੋ ਤੀਰਾਂ ਨੇ ਛਾਣੀ, ਤੇਰੀ ਪਰਬਤ ਵਰਗੀ ਹਿੱਕ ਸੀ ਜੋ ਤੀਰਾਂ ਨੇ ਛਾਣੀ, ਹਰ ਟੁੱਟੀ ਤੰਦ ਸਲੂਕ ਦੀ, ਸਲੂਕ ਹੁੰਦਾ ਏਕਤਾ, ਹਰ ਟੁੱਟੀ ਤੰਦ ਸਲੂਕ ਦੀ ਸਭ ਖਿਲਰ ਗਈ ਤਾਣੀ, ਪਈ ਰੋਂਦੀ ਵਿੱਚ ਤਰਿੰਜਣਾ, ਪਈ ਰੋਂਦੀ ਵਿੱਚ ਤਰਿੰਜਣਾ, ਤੇਰੀ ਰੀਤ ਪੁਰਾਣੀ, ਨਹੀਂ ਦੁੱਧ ਭਰੇ ਦਰਿਆ ਵਿੱਚ, ਨਹੀਂ ਦੁੱਧ ਭਰੇ ਦਰਿਆ ਵਿੱਚ, ਇੱਕ ਬੂੰਦ ਨਿਮਾਣੀ, ਤੇਰਾ ਸਤਲੁਜ ਕਮਲਾ ਹੋ ਗਿਆ, ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ, ਉਹ ਪਿਆਰਾ ਭਰੀ ਚਨਾਹ ਦਾ, ਉਹ ਪਿਆਰ ਭਰੀ ਚਨਾਹ ਦਾ, ਅੱਗ ਹੋ ਗਿਆ ਪਾਣੀ, ਨਾ ਸਮੇਂ ਦੇ ਭੋਲੇ ਪਾਤਸ਼ਾਹ, ਨਾ ਸਮੇਂ ਦੇ ਭੋਲੇ ਪਾਤਸ਼ਾਹ, ਤੂੰ ਕਬਰ ਪਛਾਣੀ, ਤੈਨੂੰ ਉਹਨਾਂ ਵੱਢਿਆ ਛਾਂਗਿਆ, ਤੈਨੂੰ ਉਹਨਾਂ ਵੱਢਿਆ ਛਾਂਗਿਆ, ਛਾਂ ਜਿੰਨਾ ਮਾਣੀ। ਛਾਂ ਕਿੰਨਾ ਮਾਣੀ ਸੀ? ਬ੍ਰਿਟਿਸ਼ ਕੰਪਨੀ ਤੇ ਬ੍ਰਿਟਿਸ਼ ਲੋਕ, ਤੈਨੂੰ ਉਹਨਾਂ ਵੱਢਿਆ ਛਾਂਗਿਆ, ਛਾਂਗਿਆ ਮਤਲਬ 2 ਕਰ ਦਿੱਤੇ ਹਿੰਦੁਸਤਾਨ ਦੇ ਹਿੱਸੇ, ਤੈਨੂੰ ਉਹਨਾਂ ਵੱਢਿਆ ਛਾਂਗਿਆ, ਛਾਂ ਜਿੰਨਾ ਮਾਣੀ, ਜਿਹੜੀ ਜੱਲਿਆਂ ਵਾਲੇ ਬਾਗ ਸੀ, ਜਿਹੜੀ ਜੱਲਿਆਂ ਵਾਲੇ ਬਾਗ ਸੀ, ਪਈ ਰੁੱਤ ਵਿਹਾਣੀ, ਇੱਕ ਵਾਰੀ ਜ਼ਾਲਮ ਸਮੇਂ ਨੇ ਕਰ ਦਿੱਤਾ ਪਾਣੀ, ਤੈਨੂੰ ਸ਼ੇਰਾ ਜ਼ਖਮੀ ਕਰ ਗਈ, ਤੈਨੂੰ ਸ਼ੇਰਾ ਜ਼ਖਮੀ ਕਰ ਗਈ, ਗਿੱਦੜਾਂ ਦੀ ਟਾਣੀ, ਨਹੀਂ ਭਰਦੇ ਜ਼ਖਮ ਸਰੀਰ ਦੇ, ਨਹੀਂ ਭਰਨੇ ਜ਼ਖਮ ਸਰੀਰ ਦੇ, ਤੇਰੇ ਸਦੀਆਂ ਤਾਣੀ। ਕਿ ਉਹ ਜ਼ਖਮ ਇੰਨੇ ਡੂੰਘੇ ਹੋ ਗਏ ਸੀ, ਇੰਨਾ ਕੁਛ ਹੋ ਗਿਆ ਸੀਗਾ, ਇਹ ਸਦੀਆਂ ਲੱਗ ਜਾਂਦੀਆਂ, ਤੇ ਹੁਣ ਵੀ ਪੌਣੀ ਸਦੀ ਲੱਗ ਗਈ ਆ ਸਾਨੂੰ ਆਜ਼ਾਦ ਹੋਇਆਂ ਨੂੰ, ਅਸੀਂ ਉਸ ਵਜਾਨ 'ਚ ਸਾਹ ਲੈ ਰਹੇ ਹਾਂ। ਪਰ ਮੈਂ ਤੁਹਾਨੂੰ ਦੱਸਿਆ ਕਿ ਬੜੇ ਕਵੀਆਂ ਨੇ ਆਪਣੀ ਜਿਹੜੀ ਰੂਹ ਦੀ ਗੱਲ ਆ ਉਹ ਆਪਣੀ ਕਵਿਤਾ ਨਾਲ ਬਿਆਨ ਕਰਕੇ ਅੱਜ ਦੇ ਦਿਨ ਲੋਕਾਂ ਨੂੰ ਸੌਂਪੀ ਆ, ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਹੁਣ ਤੁਸੀਂ ਕੁਝ ਕਹਿਣਾ ਚਾਹੋ? ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਠੀਕ ਹੈ, ਉਹਨਾਂ ਨੇ ਆਪਣੇ ਮਨ ਦੇ ਵਿਚਾਰ ਦਿੱਤੇ ਨੇ ਕਿ ਭਾਰਤ ਦਾ ਅਪਮਾਨ ਹੈ ਕੌਮੀ ਝੰਡਾ ਵੇਚਣਾ। ਹਾਂ, ਇਹ ਤਾਂ ਗੱਲ ਉਹਨਾਂ ਦੀ ਆਪਣੀ ਸੋਚ ਹੈ ਕਿ ਝੰਡਾ ਗਿਫਟ ਹੋਣਾ ਚਾਹੀਦਾ। ਔਰ ਕਈਆਂ ਨੇ ਇਹ ਵੀ ਕਿਹਾ ਸੀਗਾ ਕਿ ਮੁਹਿੰਮ ਹੈ ਬਹੁਤ ਵਧੀਆ ਕਿ ਉਹਨਾਂ ਸਾਰੇ ਜਾਣੇ ਆਪਣਾ ਆਪਣਾ ਝੰਡਾ ਖਰੀਦ ਲੈਣ, ਕਿਉਂਕਿ ਦੇਸ਼ ਭਗਤੀ, ਬਿਲਕੁਲ ਇਹਨੇ ਪੈਸੇ ਤਾਂ ਕੋਈ ਆਇਆ ਸਾਰੇ ਦੇਸ਼ ਭਗਤੀ ਤੁਸੀਂ ਆਪਣੇ ਦਿਲ 'ਚ ਰੱਖਦੇ ਹੋ ਤਾਂ ਤੁਸੀਂ ਆਪਣੇ ਤਰੀਕੇ ਨਾਲ ਮਨਾਉਣ ਦੇ ਹੱਕਦਾਰ ਹੋ। ਸੋ ਕਈਆਂ ਨੇ ਇਹ ਵੀ ਗੱਲ ਕਹੀ ਹੈ, ਠੀਕ ਹੈ, ਆਪਣੇ ਆਪਣੇ ਵਿਚਾਰ ਨੇ ਸਭ ਦੇ ਰਹੇ ਨੇ, ਬਿਲਕੁਲ ਸਹੀ। ਬਸ ਗੱਲ ਤਾਂ ਇਹ ਹੈ ਕਿ ਸਾਨੂੰ ਆਜ਼ਾਦੀ ਦੀ ਕਦਰ ਕਰਨੀ ਚਾਹੀਦੀ ਹੈ, ਬੜੀਆਂ ਮੁਸ਼ਕਿਲਾਂ ਨਾਲ ਸਾਨੂੰ ਹਾਸਿਲ ਹੋਈ ਹੈ। ਸੋ ਅੱਗੇ ਵਧਦੇ ਹਾਂ ਜੀ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੱਢਿਆ ਗਿਆ ਰੋਸ ਮਾਰਚ, ਕਾਲੀਆਂ ਦਸਤਾਰਾਂ ਸਜਾਈਆਂ ਉਹਨਾਂ ਨੇ, ਰੋਸ ਮਾਰਚ ਕੀਤਾ ਔਰ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕਿ ਉਮਰ ਕੈਦ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਨੇ, ਸਮੇਂ ਤੋਂ ਜ਼ਿਆਦਾ ਹੋ ਗਿਆ ਜਦੋਂ ਦੇ ਉਹ ਜੇਲ੍ਹ 'ਚ ਨੇ, ਪੂਰੀ ਜ਼ਿੰਦਗੀ ਉਹਨਾਂ ਦੀ ਜੇਲ੍ਹ 'ਚ ਬੀਤ ਗਈ, ਹੁਣ ਤਾਂ ਰਹਿਮ ਕਰੋ, ਮਾਨਵਤਾ ਦਾ ਅਧਿਕਾਰ ਹੈ, ਮਾਨਵ ਅਧਿਕਾਰ ਨੇ, ਹਿਊਮਨ ਰਾਈਟਸ ਨੇ, ਉਸ ਦੇ ਤਹਿਤ ਇਹ ਦੇਖੋ ਤੇ ਸਹੀ ਉਸ ਇਨਸਾਨ ਦੇ ਅੰਦਰ ਕੀ ਪਰਿਵਰਤਨ ਆਏ ਨੇ। ਮੰਨਿਆ ਕਿ ਉਹਨੇ ਗਲਤੀ ਕੀਤੀ, ਪਰ ਉਹ ਗਲਤੀ ਦੀ ਸਜ਼ਾ ਤੇ ਮਿਲ ਗਈ, ਫਾਂਸੀ ਦੀ ਸਜ਼ਾ ਨੂੰ ਵੀ ਰਾਸ਼ਟਰਪਤੀ ਸਾਹਿਬ ਨੇ ਬਦਲ ਦਿੱਤਾ ਉਮਰ ਕੈਦ ਦੇ ਵਿੱਚ, ਉਹ ਉਮਰ ਕੈਦ ਵੀ ਪੂਰੀ ਹੋ ਗਈ ਸਜ਼ਾ, ਹੁਣ ਤੇ ਰਿਹਾ ਕਰ ਦਿਓ। ਹਾਂ, ਇਹ ਵੈਸੇ ਬੜਾ ਮਸਲਾ ਬੜਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ, ਜਿਹਦੇ 'ਚ ਅਕਾਲੀ ਦਲ ਤੋਂ ਸੁਖਬੀਰ ਬਾਦਲ ਜੀ ਨੇ ਵੀ ਇਹਦੇ ਬਾਰੇ ਬੜੀ ਚਰਚਾ ਕੀਤੀ। ਫਿਰ ਆ ਗਿਆ ਹੁਣ ਧਾਮੀ ਜੀ ਜਿਹੜੇ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪ੍ਰਧਾਨ, ਉਹਨਾਂ ਨੇ ਮਸਲੇ ਨੂੰ ਚੁੱਕਿਆ ਔਰ ਉਹਦੇ ਵਿੱਚ ਕੱਲ੍ਹ ਪਰਸੋਂ ਤੋਂ
ਇਹ ਬੜੇ ਲੋਕ ਸੜਕਾਂ ਤੇ ਆ ਗਏ, ਕਾਲੀਆਂ ਪੱਗਾਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਔਰ ਉਹਨਾਂ ਨੇ ਬੜਾ ਢੁਕਵਾਂ ਸਮਾਂ ਇਹ ਲਿਆ। ਉਹ ਇਹ ਢੁਕਵਾਂ ਇਸ ਕਰਕੇ ਸੀ ਕਿ ਕਿਉਂਕਿ 15 ਅਗਸਤ ਆਜ਼ਾਦੀ ਦਾ ਦਿਹਾੜਾ ਹੈਗਾ, ਇਹ ਆਜ਼ਾਦੀ ਦਾ ਨਾਂ ਹੈਗਾ ਕਿ ਜਿਹੜੇ ਲੋਕ ਆਜ਼ਾਦ ਹੋਏ ਆ, ਇਹ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਜ਼ਾਦ ਕਰ ਦਿਓ, ਇਹਨਾਂ ਨੂੰ ਮੁਕਤ ਕਰ ਦਿਓ, ਇਹਨਾਂ ਨੂੰ ਪਿੰਜਰੇ 'ਚੋਂ ਕੱਢ ਦਿਓ, ਕਿਉਂਕਿ ਪੰਛੀ ਵੀ ਕੱਢ ਦਿੰਦੇ ਲੋਕ ਉਦੋਂ, ਤੋਤੇ ਚਿੜੀਆਂ ਜਿਹੜੇ ਪਿੰਜਰੇ 'ਚ ਪਾਏ ਅੜਾ ਦਿੰਦੇ ਲੋਕ, ਕਿਉਂਕਿ ਆਜ਼ਾਦੀ ਦਾ ਨਾਂ ਹੀ ਬੜਾ ਪਿਆਰਾ ਨਾਮ ਆ। ਅਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਔਰ ਜਿਹੜਾ ਸਾਡੇ ਗ੍ਰਹਿ ਮੰਤਰੀ ਆ, ਉਹਨਾਂ ਨੂੰ ਇਹ ਗੁਜ਼ਾਰਿਸ਼ ਕੀਤੀ, ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਦੀਆਂ ਸਜ਼ਾ ਤਾਂ ਹੋ ਗਈਆਂ ਪੂਰੀਆਂ, ਹੁਣ ਤੁਸੀਂ ਉਹਨਾਂ ਨੂੰ ਬਿਲਾ ਵਜ੍ਹਾ ਅਨਸੈਸਰੀ ਇਹਨਾਂ ਨੂੰ ਜੇਲ੍ਹਾਂ 'ਚ ਨਾ ਡੱਕੋ। ਇਹਨਾਂ ਦੇ ਵੀ ਬੱਚੇ ਆ, ਇਹਨਾਂ ਦਾ ਵੀ ਘਰ ਆ, ਪਰਿਵਾਰ ਹੈ, ਘਰ ਪਰਿਵਾਰ ਆ, ਇਹਨਾਂ ਦੇ ਵੀ ਘਰਾਂ ਦੀਆਂ ਛੱਤਾਂ ਵਾ, ਇਹਨਾਂ ਨੇ ਵੇਖਣਾ ਜਾ ਕੇ ਜੇ ਇਹਨਾਂ ਕੋਈ ਕਿਤੇ ਗਲਤੀ ਹੋਈ ਹੈ ਪਰ ਸਜ਼ਾ ਭੁਗਤ ਰਹੀ ਆ। ਹਰ ਗਲਤੀ ਦੀ, ਹਰ ਅਪਰਾਧ ਦੀ ਸਜ਼ਾ ਤਾਂ ਹੈਗੀ ਆ। ਉਹ ਜੋ ਜਿਊਰੀ ਨੇ, ਜੋ ਜੁਡੀਸ਼ਰੀ ਨੇ, ਜੋ ਨਿਆਂਪਾਲਕਾਂ ਨੇ ਦਿੱਤੀ, ਉਹ ਤਾਂ ਭੁਗਤ ਗਏ ਆ। ਹੁਣ ਉਹਨਾਂ ਨੂੰ ਕਿਉਂ ਉਹਦੇ ਵਿੱਚ ਡੱਕ ਕੇ ਰੱਖਿਆ? ਉਹ ਆਪਣੇ ਘਰਾਂ ਨੂੰ ਜਾਣ, ਆਪਣਾ ਘਰ ਬਾਲ ਬੱਚਾ ਸੰਭਾਲਣ ਔਰ ਜ਼ਿੰਦਗੀ ਦੇ ਜਿਹੜਾ ਬਾਕੀ ਦਿਹਾੜਾ ਉਹਨੂੰ ਚੰਗੇ ਤਰੀਕੇ ਨਾਲ ਗੁਜ਼ਾਰਨ। ਔਰ ਉਹ ਇਹਨਾਂ ਨੇ ਬੇਨਤੀ ਕੀਤੀ ਹੈ, ਉਹਦੇ 'ਚ ਕੋਈ ਗੁੱਸਾ ਗਿਲਾ ਕੋਈ ਸ਼ਿਕਵਾ ਨਹੀਂ, ਪਿਆਰ ਨਾਲ ਉਹਨਾਂ ਨੇ ਕਿਹਾ ਜਿਹੜੇ ਮੈਟਰਸ ਨੇ, ਕੋਈ ਹੋਰ ਵੀ ਪੈਂਡਿੰਗ ਮੈਟਰ ਨੇ, ਕੋਈ ਮਸਲੇ ਨੇ, ਉਹ ਖੁਦ ਐਡਵੋਕੇਟ ਨੇ ਧਾਮੀ ਸਾਹਿਬ, ਬੈਠ ਕੇ ਕਾਨੂੰਨ ਦੇ ਮੁਤਾਬਿਕ ਗੱਲ ਕਰੋ, ਡਿਸਕਸ਼ਨ ਕਰੋ, ਕਿਸੇ ਮੁੱਦੇ ਤੇ ਕਿਸੇ ਪੁਆਇੰਟ ਤੇ ਪਹੁੰਚੋ ਤਾਂ ਸਹੀ। ਹਰ ਗੱਲ ਨੂੰ ਵਿੱਚੇ ਲਟਕਾ ਕੇ, ਵਿੱਚੇ ਗਿੱਲਾ ਪੀਣ ਪਾ ਕੇ ਬੈਠੇ ਰਹਿੰਦੇ ਆ, ਕੋਈ ਫੈਸਲਾ ਨਹੀਂ ਲੈਂਦੇ। ਉਹ ਫੈਸਲੇ ਲਵੋ, ਕਿ ਉਹਨਾਂ ਦੀ ਜ਼ਿੰਦਗੀ ਹੈ, ਹੁਣ ਬਾਕੀ ਦੀ ਜ਼ਿੰਦਗੀ ਉਹ ਕਿੱਦਾਂ ਬਿਤਾਉਣ ਆਪਣੇ ਪਰਿਵਾਰ ਦੇ ਵਿੱਚ। ਆਫਟਰ ਆਲ ਇੱਕ ਇਨਸਾਨ ਦਾ ਹੱਕ ਹੈ, ਇਸ ਦੇਸ਼ ਦੇ ਨਾਗਰਿਕ ਨੇ, ਕਾਨੂੰਨ ਦੇ ਮੁਤਾਬਿਕ ਜੋ ਦੇਸ਼ ਦਾ ਕਾਨੂੰਨ ਹੈ, ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਹੁਣ ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਅੱਗੇ ਵਧਾਓ ਮਸਲਾ, ਔਰ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਜ਼ਰੂਰੀ ਪ੍ਰੋਸੈਸ ਹੈ ਅਪਣਾਇਆ ਜਾਏ। ਕੁਝ ਹੋਰ ਸਵਾਲ ਜਵਾਬ ਕਰਨੇ ਨੇ, ਕੋਈ ਹੋਰ ਮੁੱਦੇ ਡਿਸਕਸ ਕਰਨੇ ਨੇ, ਕਰੋ ਤਾਂ ਸਹੀ, ਗੱਲ ਕਿਉਂ ਪੈਂਡਿੰਗ ਰੱਖੀ ਹੋਈ ਹੈ? ਇਹਦੇ ਵਿੱਚ ਇਹ ਹੈਗਾ ਕਿ ਜਦੋਂ ਇਹ ਕਰਦੇ ਆ ਨਾ, ਜੇ ਹੁਣ ਦੇਖੋ ਜੇ ਜੁਡੀਸ਼ਰੀ ਨਾਲ ਜਾਂ ਉੱਦਾਂ ਕਰਕੇ ਕੋਈ ਕੇਸ ਕਰਨਗੇ, ਉਹ ਫਿਰ ਪੈਂਡਿੰਗ, ਫਿਰ ਉਹਨਾਂ ਦੇ ਕਈ ਸਾਲ ਲੰਘ ਜਾਣੇ ਆ। ਹੁਣ ਤਾਂ ਉਹਨਾਂ ਨੇ ਕਿਹਾ ਫੌਰੀ ਤੌਰ ਤੇ ਜੇ ਹੁਣ ਕਰਨਾ ਤਾਂ ਹੁਣ ਕਰ ਦਿਓ, 15 ਅਗਸਤ ਤੱਕ, ਕੱਲ੍ਹ ਤੱਕ ਜਾਂ ਹੈ ਨਾ 1-2 ਦਿਨਾਂ ਤੱਕ ਇਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਹੁਣ ਇਹਨਾਂ ਨੇ ਲੋਕਾਂ ਨੂੰ ਅਵਾਰਡ ਵੀ ਦੇਣੇ ਆ, ਸਨਮਾਨ ਵੀ ਕਰਨਾ, ਬੜਾ ਕੁਝ ਦਿੰਦੇ ਆ। ਔਰ ਜਿਨ੍ਹਾਂ ਦੀ ਅਚੀਵਮੈਂਟ ਆ, ਜਿਨ੍ਹਾਂ ਨੇ ਕੁਝ ਕੀਤਾ ਕੌਮ ਲਈ, ਔਰ ਜੇ ਇਹਨਾਂ ਕੋਈ ਗਲਤੀ ਹੋਈ, ਇਹਨਾਂ ਨੇ ਸਾਰਾ ਕੁਝ ਕਰ ਲਿਆ, ਹੁਣ ਤਰਸ ਦੇ ਆਧਾਰ ਤੇ ਕਰ ਦਿਓ ਕੁਝ। ਉਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਕੁਝ ਤਾਂ ਸੋਚ ਲਓ। ਤੁਹਾਡੇ 'ਚ ਵੀ ਹਿਊਮੈਨਿਟੀ ਹੈ, ਤੁਸੀਂ ਵੀ ਮਨੁੱਖ ਜੇ, ਔਰ ਤੁਸੀਂ ਇਹ ਦੇਣਾ ਜਾਂ ਕਿਸੇ ਨੂੰ ਜ਼ਿਆਦਾ ਬਿਲਾ ਵਜ੍ਹਾ ਤੰਗ ਕਰਨਾ, ਉਹ ਗਲਤ ਗੱਲ ਹੈ। ਉਹ ਸਾਰਾ ਕੁਝ ਦੇਤਾ, ਕੋਠੀਆਂ 'ਚ ਲੱਗੇ ਰਹੇ, ਇਹਨਾਂ ਨੂੰ ਜੰਜੀਰਾਂ ਲੱਗੀਆਂ, ਬੜਾ ਕੁਝ ਹੋਇਆ। ਪਰ ਜਿੱਥੇ ਹਿਊਮਨ ਲਾਈਫ ਮੈਟਰ ਕਰਦੀ ਹੈ, ਇਨਸਾਨ ਦੀ ਜ਼ਿੰਦਗੀ ਦੀ ਕੀਮਤ ਹੈ। ਔਰ ਇੰਨੇ ਸਾਲਾਂ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਉੱਤੇ ਕੀ ਅਸਰ ਹੋਇਆ ਹੋਣਾ, ਦਿਮਾਗੀ ਤਵਾਜ਼ੁਨ ਦਾ ਕੀ ਹਾਲ ਹੋਇਆ ਹੋਣਾ। ਤੁਸੀਂ ਘਰੋਂ 3 ਦਿਨ ਬਾਹਰ ਚੱਲ ਜਾਓ ਨਾ, ਵਿਆਹ ਤੇ ਚੱਲ ਜਾਓ, ਜਾਂ ਤੁਸੀਂ ਕਿਸੇ ਘੁੰਮਣ ਫਿਰਨ ਚੱਲ ਜਾਓ, ਤੇ ਤੁਹਾਨੂੰ ਆਪਣਾ ਘਰ ਛੱਤ, ਤੁਹਾਨੂੰ ਆਲਾ ਦੁਆਲਾ ਰਾਹ ਭੁੱਲ ਜਾਣਗੇ, ਰਾਹੀਆਂ ਨੂੰ ਰਾਹ ਭੁੱਲ ਗਏ, ਹੈ ਨਾ। ਉਹ ਸਾਰਾ ਕੁਝ ਬੰਦਾ ਨਾਰਮਲ ਨਹੀਂ ਰਹਿੰਦਾ। ਕਨਸੈਪਟ ਹੈ ਬਣਿਆ, ਸਾਈਕੋਲੋਜੀ ਕਹਿੰਦੀ ਜਿੱਥੇ ਤੁਸੀਂ ਰਹਿੰਦੇ ਜੇ, ਟਾਈਮ ਦਾ ਕਨਸੈਪਟ, ਖਾਣ ਦਾ ਕਨਸੈਪਟ, ਤੁਹਾਡੇ ਘਰ ਦਾ, ਪਰਿਵਾਰ ਦਾ, ਉਹਨਾਂ ਚਿਹਰਿਆਂ ਦਾ। ਜੇ ਤੁਹਾਨੂੰ ਉਹ ਚਿਹਰੇ ਨਜ਼ਰ ਨਹੀਂ ਆਉਣਗੇ ਤਾਂ ਤੁਸੀਂ ਸਮਝੋਗੇ ਬੇਗਾਨਾ ਹੈ ਇਹ ਸਾਰਾ ਕੁਝ। ਤੁਸੀਂ ਜਦੋਂ ਬਾਹਰ ਜਾਂਦੇ ਜੇ, ਲੋਕਾਂ 'ਚ ਮਿਲਦੇ ਜੇ, ਤੁਹਾਨੂੰ ਮਨ ਉੱਠ ਕੇ ਲੱਗਦਾ। ਸਹੀ ਗੱਲ ਹੈ। ਇਸੇ ਤਰ੍ਹਾਂ ਨਵੀਆਂ ਸੱਜ ਵਿਆਹੀਆਂ ਕੁੜੀਆਂ ਜਦੋਂ ਆਉਂਦੀਆਂ ਆਪਣੇ ਦੂਜੇ ਪਰਿਵਾਰ 'ਚ, ਉਹਨੂੰ ਵੇਖਦੀਆਂ ਆ ਕੇ ਪਰਿਵਾਰ 'ਚ, ਪਹਿਲਾਂ ਤਾਂ ਸਾਲ ਹੀ ਲੱਗ ਜਾਂਦਾ ਉਹਨੂੰ, ਵੀ ਲੋਕਾਂ ਨੂੰ ਸਮਝਣ 'ਚ, ਸਾਈਕੀ 'ਚ, ਲੋਕਾਂ ਨੂੰ ਸਮਝਣ, ਸੱਸ ਨੂੰ, ਨਨਾਣ ਨੂੰ, ਹੈ ਨਾ। ਇੱਕ ਹੈਗਾ ਅੰਗਰੇਜ਼ੀ ਦੀ ਕਹਾਵਤ ਹੈ ਨਾ, ਆਊਟ ਆਫ ਸਾਈਟ ਆਊਟ ਆਫ ਮਾਈਂਡ। ਜੇ ਅੱਖਾਂ ਦੇ ਸਾਹਮਣੇ ਬੰਦਾ ਨਹੀਂ ਆ ਤਾਂ ਯਾਦਾਸ਼ਤ ਭੁੱਲ ਜਾਊਗਾ। ਸੋ ਇਹ ਕਾਫੀ ਗੱਲਾਂ ਨੇ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕੰਸੀਡਰ ਕਰਨਾ ਚਾਹੀਦਾ ਗਵਰਨਮੈਂਟ ਨੂੰ। ਨਾ ਹਰ ਕੁੱਤਾ ਆਪਣੀ ਗਲੀ 'ਚ ਸ਼ੇਰ ਹੁੰਦਾ, ਉੱਥੇ ਬਹੂ ਕਰਦਾ, ਉੱਥੇ ਰੌਲਾ ਪਾਊਗਾ, ਬਾਹਰ ਚਲੇ ਗਿਆ ਤਾਂ ਫਿਰ ਪੂਛ ਚੱਡਿਆਂ 'ਚ ਦੇ ਲੂਗਾ, ਉਹ ਹੁੰਦਾ ਗਲੀ 'ਚ ਸ਼ੇਰ। ਇਹੀ ਹੁੰਦਾ ਨਾ। ਇੱਕ ਸਾਈਕੋਲੋਜੀ ਹੋਰ ਵੀ ਕਹਿੰਦੀ, ਜਿੱਥੇ ਤੁਹਾਨੂੰ ਰੱਖਿਆ ਜਾਊਗਾ ਨਾ, ਉੱਦਾਂ ਦੇ ਤੁਸੀਂ ਹੋ ਜਾਓਗੇ। ਜਿਹੜੇ ਵੀ ਫਰਾਇਡ ਵਰਗੇ, ਜੁੰਗ ਵਰਗੇ, ਉਹਨਾਂ ਨੇ ਲਿਖਿਆ ਕਿ ਤੁਹਾਡੀ ਸੋਚ ਉੱਦਾਂ ਦੀ ਹੋ ਜੂਗੀ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਇੱਕ ਸ਼ੇਰ ਦਾ ਬੱਚਾ ਕਿਸੇ ਨੂੰ ਮਿਲ ਗਿਆ ਛੋਟਾ, ਉਹਨਾਂ ਲਿਆਂਦਾ, ਤੇ ਉਹ ਆਜੜੀ ਸੀਗਾ, ਬਾਹਰੋਂ ਮਿਲਿਆ, ਤੇ ਉਹਨੇ ਆਜੜੀ ਨੇ ਆਪਣੀਆਂ ਭੇਡਾਂ 'ਚ ਪਾਲ ਲਿਆ। ਭੇਡਾਂ 'ਚ ਪਲ ਗਿਆ, ਜਦੋਂ ਵੱਡਾ ਹੋਇਆ ਤੇ ਭੇਡਾਂ ਨੂੰ ਖਾਣ ਲਈ ਸ਼ੇਰ ਆਇਆ, ਤੇ ਸ਼ੇਰ ਦਾ ਬੱਚਾ ਵੀ ਭੇਡਾਂ ਨਾਲ ਭੱਜ ਗਿਆ ਡਰਦਾ। ਉਹ ਦੇਖੋ ਐਟਮੋਸਫੀਅਰ ਜੋ ਐਨਵਾਇਰਨਮੈਂਟ ਨੂੰ ਮਿਲਿਆ, ਉਹ ਵੀ ਉੱਦਾਂ ਦਾ ਰਿਹਾ। ਉਹ ਭੇਡਾਂ ਵਰਗੂ ਡਰ ਗਿਆ, ਰਾਖਲ ਹੋ ਗਿਆ। ਤੇ ਸ਼ੇਰ ਦਾ ਬੱਚਾ ਜਿਹੜਾ ਇੱਕੋ ਬੱਚਾ ਹੁੰਦਾ ਦਾ, ਹੈ ਨਾ। ਵੇਖੋ ਜਦੋਂ ਸ਼ੇਰ ਪਲਦਾ ਤੇ ਦਹਾੜਦਾ, ਉਹਨੂੰ ਉਹ ਸੰਸਕਾਰ ਮਿਲਦੇ ਆ, ਉੱਥੋਂ ਨੂੰ ਉਹ ਦਹਾੜ ਦੀ ਤਾਕਤ ਮਿਲਦੀ, ਸਟਰੈਂਥ ਮਿਲਦੀ ਹੈ। ਤੇ ਉਹ ਭੇਡਾਂ ਦਾ ਦੁੱਧ ਪੀ ਕੇ ਭੇਡੂ ਬਣ ਗਿਆ ਬਸ। ਸੋ ਸਰਕਾਰ ਨੂੰ ਇਸ ਦਾ ਖਿਆਲ ਕਰਨਾ ਚਾਹੀਦਾ। ਔਰ ਜੋ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਰਿਕੁਐਸਟ ਆਈ ਹੈ, ਉਸ ਦੇ ਉੱਤੇ, ਭਲੇ ਦੀ ਗੱਲ ਦੇ ਉੱਤੇ ਜ਼ਰੂਰ ਆਪਣੇ ਵਿਚਾਰਾਂ ਦੇ ਮੁਤਾਬਿਕ ਉਹਨਾਂ ਨੂੰ ਇਹਦੇ ਉੱਤੇ ਕੰਸੀਡਰ ਕਰਨਾ ਚਾਹੀਦਾ, ਇਸ ਮੈਟਰ ਨੂੰ, ਔਰ ਇਸ ਮੈਟਰ ਨੂੰ ਸੋਲਵ ਕਰਨਾ ਚਾਹੀਦਾ। ਸੋ ਅਗਲੀ ਗੱਲ ਆਪਾਂ ਲੈਂਦੇ ਹਾਂ ਕਿ ਬਿਜਲੀ ਜ਼ੀਰੋ ਬਿੱਲ ਵਿੱਚ ਪੰਜਾਬ ਸਰਕਾਰ ਨੂੰ 1300 ਕਰੋੜ ਦਾ ਘਾਟਾ ਪਏਗਾ। ਇਹ ਐਨਾਲਿਸਿਸ ਕੀਤਾ ਗਿਆ, ਅਨੁਮਾਨ ਲਗਾਇਆ ਗਿਆ ਕਿ 1300 ਕਰੋੜ ਦਾ ਘਾਟਾ ਪੈਣਾ, ਜਿਹੜੀ ਇਹ ਫ੍ਰੀ ਬੀਜ਼ ਪੋਲਿਟਿਕਸ ਖੇਡਦੇ ਪਏ ਨੇ ਨਾ
ਅਸੀਂ ਤੁਹਾਨੂੰ ਆਹ ਦੇਵਾਂਗੇ ਤੇ ਅਸੀਂ ਤੁਹਾਨੂੰ ਉਹ ਦੇਵਾਂਗੇ ਤੇ ਤੁਸੀਂ ਸਾਨੂੰ ਮੌਕਾ ਦਿਓ, ਇੱਕ ਮੌਕਾ ਦੇ ਦਿਓ। ਆ ਹੁਣ ਮੌਕਾ ਦਿੱਤਾ ਤੇ ਦੇਖ ਲਓ 1300 ਕਰੋੜ ਦਾ ਘਾਟਾ। ਆਹੋ ਇਹ ਤਾਂ ਇਹਨਾਂ ਨੇ, ਇਹਨਾਂ ਦੇ ਅਰਥ ਸ਼ਾਸਤਰੀਆਂ ਦਾ, ਇਹਨਾਂ ਦੇ ਫਾਈਨਾਂਸ ਮਿਨਿਸਟਰ, ਉਹਨਾਂ ਨੇ ਇਹ ਵੇਖ ਲਿਆ, ਘੋਖ ਲਿਆ ਕਿ ਅਨਾਉਂਸ ਤਾਂ ਕਰਤਾ, ਇਹਨਾਂ ਨੂੰ ਕਰਨਾ ਪੈਣਾ ਸੀ। ਮੈਨੀਫੈਸਟੋ 'ਚ ਜੋ ਕਿਹਾ ਸੀ ਇਹਨਾਂ ਨੇ, ਲਾਲਚ ਦਿੱਤੀ ਸੀ, ਹੈ ਨਾ, ਤੇ ਇਹਨਾਂ ਨੇ ਕਿਹਾ ਸੀਗਾ ਅਸੀਂ ਤੁਹਾਨੂੰ ਮਿੱਠੇ ਮਿੱਠੇ ਜਿਹੜੇ ਵਾਅਦੇ ਆ ਅਸੀਂ ਤੁਹਾਡੇ ਤੱਕ ਕਰਾਂਗੇ। ਉਹ ਲਾਲਚ, ਐਵੇਂ ਨਹੀਂ ਸਿਆਣੇ ਕਹਿੰਦੇ ਲਾਲਚ ਬੁਰੀ ਬਲਾ, ਔਰ ਵੋਟਰ ਲਾਲਚ ਚ ਆ ਕੇ ਵੋਟਾਂ ਪਾ ਦਿੰਦੇ ਨੇ। ਉਹ ਹੁਣ ਉਹ ਹੋ ਗਿਆ, ਹੁਣ ਤਾਂ ਸਿਰ ਤੇ ਉਹ ਆ ਗਿਆ ਨਾ ਫਿਰ ਭਾਂਡਾ, ਕਿ ਜਿਹੜਾ ਪੈਸਾ ਹੁਣ ਦੇਣਾ ਵਾ, ਜਿਹਦੇ ਵਿੱਚ 600 ਯੂਨਿਟ ਆ ਇਹਨਾਂ ਦੇ, ਜਿਸ 'ਚ 200 ਯੂਨਿਟ ਤਾਂ ਫਿਰ ਜਿਹੜੇ ਰਿਜ਼ਰਵ ਕੈਟਾਗਰੀ ਸੀ ਉਹਨਾਂ ਨੂੰ ਤਾਂ ਪਹਿਲਾਂ ਦਿੱਤਾ ਜਾਂਦਾ ਸੀ, ਉਹਨਾਂ ਦੇ ਵੀ 100 ਯੂਨਿਟ ਹੋਰ ਵੱਧ ਗਿਆ, 600 ਯੂਨਿਟ ਉਹਨਾਂ ਦੇ ਪੱਕੇ ਹੋ ਗਏ, ਤੇ ਬਾਕੀ ਜਿਹੜਾ ਉੱਪਰਲੇ ਹੋਣਗੇ ਉਹ ਉਹਨਾਂ ਨੂੰ ਦੇਣੇ ਪੈਣਗੇ, ਬਾਕੀ ਮਾਫ ਹੋ ਜਾਣਗੇ। ਜਨਰਲ ਕੈਟਾਗਰੀ ਨੂੰ ਜਿਸ 600 ਯੂਨਿਟ ਤੋਂ ਉੱਪਰ ਚਲੇ ਗਏ ਤੇ ਉਹਨਾਂ ਨੂੰ ਸਾਰੇ ਦਾ ਸਾਰਾ ਦੇਣਾ ਪਊਗਾ। ਔਰ ਇਹਦਾ ਹੁਣ ਉਹਨਾਂ ਨੇ ਘਾਟਾ ਕਿਹਾ ਕਿ ਜਿਹੜਾ ਬਿਜਲੀ ਬੋਰਡ ਹੈ ਬਿਲਕੁਲ ਘਾਟੇ ਵੱਲ ਨੂੰ ਜਾਊਗਾ। ਔਰ ਦੇਖੋ ਇਹੀ ਗੱਲ ਅੱਜ PRTC ਜਿਹੜੀ ਪੰਜਾਬ ਰੋਡ ਦੀਆਂ ਬੱਸਾਂ, ਉਹਦੇ 'ਚ ਵੀ ਇਹੀ ਗੱਲ ਹੋ ਗਈ, ਜਿਹੜੇ ਕੈਜੂਅਲ ਜਿਹੜੇ ਰੱਖੇ ਸੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਵੀ ਸਾਡੀ ਤਨਖਾਹ ਦਿਓ, ਕਿਉਂਕਿ ਉਹਦੇ ਵਿੱਚ ਵੀ ਇਹਨਾਂ ਨੇ ਜਦੋਂ ਸੀਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹ 'ਚ ਬੀਬੀਆਂ ਨੂੰ ਉਹਨਾਂ ਨੇ ਫ੍ਰੀ ਆਫ ਕਾਸਟ ਬਗੈਰ ਟਿਕਟ 'ਤੇ ਸਫ਼ਰ ਦਾ ਦੇਤਾ ਸੀ, ਉਹਨਾਂ ਨੂੰ ਅਨਾਉਂਸਮੈਂਟ ਕਰਤਾ ਸੀਗਾ ਕਿ ਜਾਣਗੀਆਂ। ਹੁਣ ਉਹਦਾ ਜਿਹੜਾ ਪੈਸਾ ਸੀਗਾ ਉਹ ਨਹੀਂ ਸੀ ਆ ਰਿਹਾ, ਤੇ ਹੁਣ ਉਹਦੀ ਤਨਖਾਹਾਂ ਜਿਹੜੀਆਂ ਘਟ ਗਈਆਂ, ਤੇ ਇਹ ਸਰਕਾਰ ਕੋਲ ਪੈਸਾ ਨਹੀਂਗਾ, 3 ਦਿਨ ਤੋਂ ਸਟ੍ਰਾਈਕ ਚੱਲ ਰਹੀ ਹੈ। ਇਹਦੇ ਵਿੱਚ ਹੁਣ ਜੇ ਬਿਜਲੀ ਬੋਰਡ ਦਾ ਆ ਗਿਆ ਕੱਲ੍ਹ ਨੂੰ ਮਸਲਾ, ਪੈਸਾ ਤਾਂ ਨਹੀਂ ਜਾਣਾ, ਇਹ 'ਚ 52 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਆ ਰਹੇ ਆ ਇਸ ਸਹੂਲਤ 'ਚ। ਜਦੋਂ ਉਹਨਾਂ ਨੂੰ ਇਹ ਫਾਇਦਾ ਹੋ ਜਾਊਗਾ, ਜਿਹੜੇ ਆਲਰੇਡੀ ਦੇ ਰਹੇ ਆ, ਉਹਨਾਂ ਨੇ ਇਹ ਕਿਆਫਾ ਲਾਇਆ, ਇਹ ਐਨਾਲਿਸਿਸ ਕੀਤਾ ਕਿ 52 ਲੱਖ ਲੋਕ ਜਿਹੜੇ ਆ ਇਹ 600 ਯੂਨਿਟ ਦੇ ਵਿੱਚ ਹੀ ਆ ਜਾਣੇ। ਇਹਨਾਂ ਨੇ ਉਹ 600 ਯੂਨਿਟ ਦਾ ਆਪਣਾ ਹਿੱਸਾ ਦੇ ਦੇਣਾ, ਵੀ ਇਹਨਾਂ ਦਾ ਬਿੱਲ ਜ਼ੀਰੋ ਆਊਗਾ। ਜ਼ੀਰੋ ਦਾ ਮਤਲਬ 1 ਰੁਪਈਆ ਨਹੀਂ ਆਊਗਾ, ਜੇ ਇਹਨਾਂ ਦਾ ਜੇ ਆਇਆ ਤਾਂ ਕੋਈ ਮੀਟਰ ਦਾ 2-400 ਆਜੂ, ਨਹੀਂ ਤਾਂ ਨਹੀਂ ਆਊਗਾ। ਹੁਣ ਇਹ ਰਿਹਾ ਮਸਲਾ, ਹੁਣ ਇਹਨਾਂ ਨੇ ਅੱਗੇ ਕਰ ਦਿੱਤਾ ਵੀ ਆਹ ਦੇਖੋ ਜੀ ਇੰਨਾ ਪੈਸਾ ਸਾਡੇ ਕੋਲ ਖਰਚ ਹੋ ਜਾਣਾ, ਤੇ ਹੋਣਾ ਹੀ ਹੈ, ਤਾਂ ਹਰ ਇੱਕ ਨੂੰ ਪਤਾ। ਜਦੋਂ ਤੁਸੀਂ ਸਹੂਲਤ ਦਿਓਗੇ ਜਾਂ ਸਬਸਿਡੀ ਦਿਓਗੇ, ਸਬਸਿਡੀ ਹੈ ਜਦੋਂ ਦਿਓਗੇ ਤਾਂ ਫਿਰ ਤੁਹਾਨੂੰ ਖਜ਼ਾਨੇ ਨੂੰ ਤਾਂ ਢਾਹ ਲੱਗਣੀ ਹੈ ਪੈਸਾ, ਪਰ ਇਹਨਾਂ ਨੂੰ ਕਿੱਧਰੋਂ ਆਉਣਾ? ਇੱਕ ਵਿਧਾਇਕ ਪੈਨਸ਼ਨ ਵਾਲਾ ਪੈਸਾ ਆਉਣਾ, ਇੱਧਰੋਂ ਲੋਕਾਂ ਨੂੰ ਵੰਡਿਆ ਜਾਣਾ। ਨਹੀਂ ਵੰਡਿਆ ਤਾਂ ਜਾਣਾ, ਉਹਨੂੰ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਨਾ, ਉਹ ਉਹਨਾਂ ਨੇ ਪੂਰੀ ਸਕੀਮ ਬਣਾਈ ਹੋਈ ਸੀ ਕਿ ਜਿਹੜੀ ਰੇਤ ਮਾਫੀਆ ਔਰ ਸਾਰੇ ਮਾਫੀਆ ਮੈਂ ਕੰਟਰੋਲ ਕਰਕੇ 20,000 ਕਰੋੜ ਰੁਪਈਆ ਮੈਂ ਖਜ਼ਾਨੇ 'ਚ ਲੈ ਕੇ ਆਉਂਗਾ। ਹੁਣ ਉਹ ਜਾਦੂ ਕਰਾਮਾਤ ਦਿਖਾ ਕੇ 20,000 ਕਰੋੜ ਰੁਪਈਆ ਖਜ਼ਾਨੇ 'ਚ ਲੈ ਕੇ ਆਉਣ, ਗੱਲਾਂ ਨਾਲ ਤਾਂ ਕਿ 1300 ਕਰੋੜ ਦਾ ਘਾਟਾ ਪੂਰਾ ਹੋਵੇ। ਗੱਲਾਂ ਨਾਲ ਖੂਹ ਨਹੀਂ ਪੂਰੇ ਜਾਂਦੇ। ਇਹ ਜਦੋਂ ਖੂਹ ਨੂੰ ਪੂਰਨਾ ਤਾਂ ਮਿੱਟੀ ਲੱਭਣੀ ਪਊਗੀ, ਬੱਜਰੀ ਲੱਭਣੀ ਪਊਗੀ, ਉਹਦੇ ਵਿੱਚ ਟਰਾਲੀਆਂ ਲੱਗਣਗੇ। ਜੇ ਕਹੋਗੇ ਵੀ ਜਦ ਤੂੰ ਆ ਕੇ ਇਹਨਾਂ ਜਾ ਕੇ ਭਰ ਜਾਓ ਜੀ ਖੂਹ ਨੂੰ ਗੱਲਾਂ ਨਾਲ, ਹੈ ਨਾ, ਫਿਰ ਰਾਤ ਨੂੰ ਭਰ ਜੇ ਤਾਂ ਅਸੀਂ ਕਰ ਦਿੰਦੇ ਹਾਂ, ਰਾਤ ਭਰ ਜੂਗਾ, ਗੱਲਾਂ ਨਾਲ ਕੁਝ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ। ਹੁਣ ਉਹ ਸਾਡੀ ਜਿਹੜੀ ਐਡਵਾਈਜ਼ਰੀ ਕਮੇਟੀ ਬਣਾਈ ਹੈ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ, ਰਾਘਵ ਚੱਡਾ ਜੀ ਉਹਦੇ ਚੇਅਰਮੈਨ ਨੇ, ਠੀਕ ਹੈ, ਔਰ ਉਹਨਾਂ ਨੂੰ ਚਾਹੀਦਾ ਕਿ ਲੰਡਨ ਸਕੂਲ ਆਫ ਕਾਮਰਸ ਤੋਂ ਪੜ੍ਹੇ ਹੋਏ ਨੇ, ਹੁਣ ਕੋਈ ਫਾਰਮੂਲਾ ਦੇਣ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਜੀ ਨੂੰ 1300 ਕਰੋੜ ਦਾ ਘਾਟਾ ਪੂਰਾ ਹੋਵੇ। ਖਾਨਾ ਜੀ, ਜੋ ਲੋਕ ਕਹਿ ਰਹੇ, ਜੋ ਜਨਤਾ ਕਹਿ ਰਹੀ ਹੈ, ਇਹ ਜਿੱਥੇ ਮਰਜ਼ੀ ਡਿੱਗਣ ਭੱਜਣ, ਜੋ ਮਰਜ਼ੀ ਕਰ, ਲੋਕਾਂ ਨੂੰ ਪਤਾ ਸਹੂਲਤ ਮਿਲ ਗਈ ਹੈ, ਲੋਕ ਖੁਸ਼ ਹੈ ਇਸ ਗੱਲ ਤੇ। ਤੁਸੀਂ ਨਹੀਂ, ਮੈਂ ਨਹੀਂ, ਕਾਮਨ ਮੈਨ ਇਜ਼ ਹੈਪੀ। ਪਤਾ ਹੈਗਾ ਕਿਸੇ ਸਰਕਾਰ ਨੇ ਅੱਗੇ ਇੱਦਾਂ ਦੀ ਗੱਲ ਨਹੀਂ ਕੀਤੀ। ਉਦੋਂ ਹੁੰਦਾ ਸੀ ਕੱਟ ਲੱਗ ਗਿਆ ਯਾਰ, ਬਿਜਲੀ ਨਹੀਂ ਆ ਰਹੀ ਜੀ, ਕੰਪਨੀਆਂ ਭੱਜ ਗਈਆਂ ਜੀ, ਥਰਮਲ ਪਲਾਂਟ ਰੁਕ ਗਏ ਜੀ। ਇਹ ਜਿਹੜੇ ਆ ਇਹਨਾਂ ਦੇ ਕੰਮ ਹੈ, ਇਹਨਾਂ ਨੇ ਸੰਭਾਲਣੇ ਆ, ਇਹਨਾਂ ਦੇ ਜਿਹੜੇ ਬੋਰਡ ਨੇ ਸੰਭਾਲਣੇ ਆ। ਲੋਕਾਂ ਨੇ ਕੀ ਕਹਿਣਾ ਹੈਗਾ? ਕੋਰਾ ਕਾਗਜ਼, ਜਿਹਦੇ 'ਚ ਕੋਈ ਜਦੋਂ ਬਿੱਲ ਆਵੇ ਉੱਤੇ 2 ਰੁਪਏ ਬਣਾਉਣ, ਇਹ ਉਹਨਾਂ ਦੀ ਖੁਸ਼ੀ ਹੈ। ਇਹਨਾਂ ਨੂੰ ਹੁੰਦਾ ਵੀ ਲਾਗੇ ਨੇ ਲਾਗ ਲੈਣਾ, ਲਾਗੇ ਨੇ ਲਾਗ ਲੈਣਾ, ਭਾਵੇਂ ਜਾਂਦਿਆਂ ਰੰਡੀ ਹੋ ਜਾਏ, ਉਹਨਾਂ ਨੂੰ ਇਹ ਨਹੀਂ ਮਤਲਬ, ਉਹਨਾਂ ਨੂੰ ਕਹਿ ਵੀ ਜਦੋਂ ਮਰਜ਼ੀ ਹੋ ਜਾਏ, ਸਾਨੂੰ ਤਾਂ ਸਹੂਲਤ। ਗੱਲ ਇਹ ਹੈ ਨਾ, ਸਹੂਲਤ ਤਾਂ ਠੀਕ ਹੈ, ਇੱਕ ਇਹ ਵੀ ਨਾਲ ਸਹੂਲਤ ਹੈ ਨਾ, ਜਿਹੜਾ ਸਿੱਧੀ ਸਾਦੀ ਗੱਲ ਕਹੀ ਜਾਂਦੀ ਹੈ, ਦੇयर इज नो ਫ੍ਰੀ ਲੰਚ। ਇਹ ਪੈਸੇ ਕਿਤੋਂ ਹੋਰ ਲਗਾ ਲੈਣੇ ਨੇ ਗਵਰਨਮੈਂਟ ਨੇ, ਕੋਈ ਹੋਰ ਚੀਜ਼ਾਂ ਮਹਿੰਗੀਆਂ ਕਰ ਦੇਣੀਆਂ ਨੇ, ਉਹ ਸਾਰੇ ਘਾਟੇ ਉੱਥੋਂ ਪੂਰੇ ਕਰਨੇ ਨੇ। ਜੇ ਇੱਕ ਪਾਸੇ ਫ੍ਰੀ ਹੋ ਗਿਆ ਨਾ, ਦੂਜੇ ਪਾਸੇ ਮਹਿੰਗਾ ਹੋ ਜਾਏਗਾ। ਉਹ ਲੋਕ ਧਰਨਾ ਲਾਉਣਾ ਜਾਣਦੇ। ਹੁਣ ਦੇਖੋ ਕਿੰਨੇ ਧਰਨੇ ਆ, ਮੈਂ ਕੋਈ ਸੋਚਦਾ ਨਾ ਕਿ ਧਰਨਿਆਂ ਨੇ ਮਾਰਨਾ ਨਾ ਕਈ ਵਾਰ, ਵੀ ਜਿੰਨੇ ਧਰਨੇ ਹੈਗੇ ਤੇ ਇਹਨਾਂ ਨੇ ਕਦੋਂ ਕਮਾਈ ਕਦੋਂ ਕਰਦੇ? ਦੇਖੋ ਰੋਜ਼ ਦਿਹਾੜੀ ਸੜਕਾਂ, ਰੋਜ਼ ਦਿਹਾੜੀ ਰੇਲਾਂ, ਰੋਜ਼ ਦਿਹਾੜੀ ਬੱਸਾਂ ਬੰਦ। ਮੈਂ ਇਹੀ ਕਹਿ ਰਿਹਾ, ਧਰਨਿਆਂ ਨੇ ਮਾਰ ਲੈਣਾ। ਜੇ ਸਾਰੇ ਕੰਮ ਸਹੀ ਤਰੀਕੇ ਨਾਲ ਕਰੋ ਤਾਂ ਕਿਉਂ ਕਿਸਾਨਾਂ ਨੂੰ ਧਰਨੇ ਲਾਉਣੇ ਪੈਣ? ਕਿਉਂ ਲੋਕਾਂ ਨੂੰ ਸੜਕਾਂ ਤੇ ਉਤਰਨਾ ਪਵੇ? ਸਿੱਧੀ ਤਰ੍ਹਾਂ ਕਰੀ ਜਾਓ, ਜਾਂ ਫਿਰ ਨਾ ਕਰੋ। ਵਾਅਦੇ ਕਿਹਨੇ ਕਿ ਅਸੀਂ ਵਾਅਦੇ ਕਰਕੇ ਉਹ ਝੂਠੇ ਵਾਅਦੇ, ਝੂਠੇ ਵਾਅਦੇ ਕਿਉਂ ਕੀਤੇ? ਉਹਦੇ ਨਾਲ ਉਹੀ ਹੈ ਸਾਰਾ ਕੁਝ, ਜਦੋਂ ਤੁਹਾਨੂੰ ਪਤਾ ਕਿ ਨਹੀਂ ਪੂਰੇ ਹੋ ਸਕਦੇ। ਪਰ ਕੰਪੈਰੀਟਿਵਲੀ ਲੋਕਾਂ ਨੂੰ ਪਤਾ ਹੈਗਾ। ਇਹ ਤਾਂ ਮੈਂ ਨਹੀਂ ਕਹਿੰਦਾ ਸਾਰੇ ਲੋਕ ਕਹਿਣਗੇ, ਲੋਕ ਪਹਿਲਾਂ ਤੋਲਦੇ ਗੱਲ ਨੂੰ ਫਿਰ ਬੋਲਦੇ ਆ। ਉਹਨਾਂ ਨੇ ਵੇਖ ਲਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਨਾਲ ਤਾਂ ਡੱਕਾ ਨਹੀਂ ਦਿੱਤਾ, ਬਿਨਾਂ ਰੌਲਾ ਪਾਇਆ ਤਾਂ ਕੁਛ ਨਾ ਕੁਛ ਮਿਲ ਗਿਆ ਨਾ। ਆਹ ਜਿਹੜੀ ਚੀਜ਼ ਮਿਲ ਗਈ ਹੈ ਨਾ ਲੋਕਾਂ ਨੂੰ, ਮੇਰਾ ਖਿਆਲ ਹੈ ਬੁਰੀ ਨਹੀਂ।
ਆਪਾਂ ਤਾਂ ਗੱਲ ਕਰ ਰਹੇ ਹਾਂ ਬਜਟ ਦੀ। ਇਹ ਪੜ੍ਹਿਆ ਲਿਖਿਆ ਨੂੰ ਬਜਟ ਦਾ ਪਤਾ, ਜਿਹੜਾ ਕਾਮਨ ਮੈਨ ਜਿਹੜਾ ਵਿਚਾਰਾ ਦਿਹਾੜੀਦਾਰ ਉਹਨੂੰ ਨਹੀਂ ਪਤਾ। ਦੇਖੋ ਤੁਸੀਂ ਇੱਕ ਗੱਲ ਕੀਤੀ ਹੈ ਨਾ, ਪਹਿਲਾਂ ਤੋਲਦੇ ਬੋਲਦੇ, ਇਹ ਤੋਲਦੇ ਬੋਲਦੇ ਵਾਲੀ ਗੱਲ ਹੀ ਨਹੀਂ ਹੈਗੀ। ਇਹ ਪਹਿਲਾਂ ਬੋਲਦੇ ਨੇ ਫਿਰ ਤੋਲਦੇ ਨੇ। ਓਏ ਯਾਰ ਇਹ ਤੇ ਗਲਤੀ ਕਰ ਬੈਠੇ, ਹੁਣ ਤਾਂ ਕਹਿ ਬੈਠੇ, ਹੁਣ ਕੀ ਕਰੂ, ਹੁਣ ਤਾਂ ਜੀ ਗੱਲ ਪੂਰੀ ਕਰਨੀ ਪਊ, ਹੁਣ ਕੀ ਕਰਨੇ ਵਾਲੀ ਗੱਲ ਹੋ ਗਈ। ਪਹਿਲਾਂ ਕਿਹਾ ਕਿਉਂ, ਪਹਿਲਾਂ ਕਿਉਂ ਨਹੀਂ ਤੋਲਿਆ? ਸੋ ਥਿੰਕ ਬਿਫੋਰ ਯੂ ਸਪੀਕ। ਉੱਥੋਂ ਸੈਂਟਰ ਗਵਰਨਮੈਂਟ ਨੇ ਕਹਿਤਾ ਵੀ ਜਿਹੜੇ ਪੈਸਾ ਦੇ ਰਹੇ ਆ, ਵਾਅਦਾ ਕਰ ਰਹੇ ਆ, ਉਹ ਕਰ ਰਹੇ ਆ, ਉਹ ਗਲਤ ਹੈਗਾ, ਉਹ ਨਹੀਂ ਕਰਨਾ ਚਾਹੀਦਾ। ਰੇਵੜੀ ਪ੍ਰਸ਼ਾਦ ਜਿਹੜਾ ਨਹੀਂ ਦੇਣਾ ਚਾਹੀਦਾ। ਪਰ ਦੇਖੋ ਇਹਨਾਂ ਨੂੰ ਤਾਂ ਦੇਣਾ ਪੈਣਾ, ਕਿਉਂਕਿ ਇਹਨਾਂ ਨੇ ਤਾਂ 92 ਸੀਟਾਂ ਲੈ ਲਈਆਂ, ਕੁਛ ਨਾ ਕੁਛ ਤਾਂ ਲੋਕਾਂ ਦੀ ਝੋਲੀ 'ਚ ਪਾਉਣਾ ਪਊਗਾ। ਸੋ ਹੁਣ ਆਪਾਂ ਖੁਸ਼ੀਆਂ ਪਾਉਣੇ ਆ ਝੋਲੀ ਦੇ ਵਿੱਚ, ਆਨੰਦ ਪਾਉਣੇ ਆ ਝੋਲੀ ਦੇ ਵਿੱਚ। ਮੈਂ ਵੀ ਚਾਹੁੰਦਾ ਕਿ ਚੈਨ ਦੀਆਂ ਗੱਲਾਂ ਕਰੀਏ, ਬਥੇਰਾ ਪੋਲਿਟਿਕਸ ਖੇਡ ਲਿਆ ਆਪਾਂ ਗੱਲ ਕਰਦੇ ਹਾਂ ਤੀਆਂ ਦੀ। ਐਲਕ ਗਰੋਵ ਅਮਰੀਕਾ ਦੇ ਵਿੱਚ ਤੀਆਂ ਖੂਬ ਖੇਡੀਆਂ, ਖੂਬ ਮਜ਼ਾ, ਸਾਰੇ ਲੋਕ ਇੰਜੋਏ ਕਰਦੇ ਨੇ, ਖੂਬ ਖਾਣਾ ਪੀਣਾ, ਗੋਰਿਆਂ ਨੇ ਵੀ ਇੰਜੋਏ ਕੀਤੀਆਂ ਨੇ ਤੀਆਂ। ਵਾਹ ਵਾਹ ਵਾਹ, ਇਹ ਦੇਖੋ ਕਿੰਨੀ ਵੱਡੀ ਗੱਲ ਆ ਕਿ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ, ਪੰਜਾਬ ਦਾ ਜਿਹੜਾ ਵਿਰਸਾ ਵਾ, ਉਹਨੂੰ ਸੰਭਾਲ ਕੇ ਪੰਜਾਬ ਦੀ ਧਰਤੀ ਤੋਂ ਨਿਊਯਾਰਕ ਔਰ ਦੇਖੋ ਅਮਰੀਕਾ ਦੀ ਐਲਕ ਗਰੋਵ ਜਿਹੜਾ ਇੱਕ ਪਾਰਕ ਆ, ਉਹਦੇ ਵਿੱਚ ਤੀਆਂ ਦਾ ਜਿਹੜਾ ਗਿੱਧਾ ਪਿਆ ਔਰ ਉਹਦੇ ਵਿੱਚ ਧਮਕ ਗਿੱਧੇ ਦੀ ਆਈ ਹੈ ਨਾ, ਉਹ 'ਚ ਝਾਂਜਰੀ ਦੀ ਛਣਕਾਹਟ ਆਈ ਔਰ ਉਹਦੇ 'ਤੇ ਦੇਖੋ ਜਿਹੜੇ ਅੰਗਰੇਜ਼ ਆ ਉਹ ਵੀ ਇਹ ਤੋਂ ਬੜੇ ਮੁਤਾਸਰ ਹੋਏ, ਬੜੇ ਖੁਸ਼ ਹੋਏ ਔਰ ਖਿੱਚੇ ਗਏ ਤੀਆਂ ਵੱਲ ਨੂੰ। ਔਰ ਉੱਤੇ ਦੇਖੋ ਜਿਹੜੀ ਅੰਦਰ ਸਟੇਜ ਲੱਗੀ ਆ, ਉਹਦੇ ਵਿੱਚ ਚਰਖੇ ਆ, ਉਹਦੇ ਵਿੱਚ ਜਿਹੜੀ ਆ ਨਾਲ ਤੁਹਾਡੇ ਛੱਜ ਆ ਹੈ ਨਾ, ਉਹਦੇ ਵਿੱਚ ਹੈ ਨਾ ਚਰਖੇ ਦੇ ਨਾਲ ਜਿਹੜੀਆਂ ਚੱਕੀਆਂ ਔਰ ਜੋ ਪੰਜਾਬ ਦੇ ਕਲਚਰ ਨਾਲ ਜੁੜਦੀਆਂ ਚੀਜ਼ਾਂ ਜਿਹੜੀਆਂ ਉੱਥੇ ਰੱਖੀਆਂ ਗਈਆਂ। ਔਰ ਉਹਦੇ ਨਾਲ ਲੱਗਿਆ ਕਿ ਪੰਜਾਬ ਫਿਰ ਸਰਜੀਤ ਹੋ ਕੇ ਅਮਰੀਕਾ ਦੀ ਧਰਤੀ 'ਤੇ ਆ ਕੇ ਬੈਠ ਗਿਆ। ਔਰ ਉਹਦੇ 'ਚ ਜਦੋਂ ਸਟੇਜ ਲੱਗੀ ਆ, ਬੋਲੀਆਂ, ਟੱਪੇ, ਮਾਹੀਆ ਹੈ ਨਾ, ਹੀਰ, ਉਹਦੇ 'ਚ ਬੜਾ ਕੁਝ ਗਾਇਆ ਗਿਆ। ਔਰ ਉਹਦੇ 'ਚ ਜਿਹੜੇ ਬੋਲੀਆਂ ਪਾਈਆਂ ਕੁੜੀਆਂ ਨੇ ਉਹ ਵੀ ਬੜੀਆਂ ਰਿਦਮ 'ਚ ਸੁਣਿਆ ਗਿਆ ਔਰ ਉਹਦੇ 'ਚ ਵੀਡੀਓ ਵੀ ਜ਼ਾਹਰ ਹੋਈ ਹੈ, ਗਈ ਆ, ਵਾਇਰਲ ਹੋਈ ਆ। ਔਰ ਇਹਦੇ ਦੇਖੋ ਜਿਹੜੇ ਪੰਜਾਬ ਮੇਲ USA TV ਚੈਨਲ ਦੇ CEO ਨੇ ਹੈ ਨਾ, ਗੁਰਜਤਿੰਦਰ ਰੰਧਾਵਾ ਜੀ, ਉਹ ਖਾਸ ਤੌਰ 'ਤੇ ਕਮਿਸ਼ਨਰ ਸੀਗੇ, ਉਹਨਾਂ ਨੇ ਆਰਗੇਨਾਈਜ਼ ਕੀਤਾ ਔਰ ਉਹਨਾਂ ਨੇ ਐਸੀਆਂ ਟੋਲੀਆਂ ਬਣਾਈਆਂ, ਐਸੇ ਲੋਕ ਆਏ, ਇੱਕ ਤਾਂ ਖਰੀਦੋ ਫਰੋਖਤ ਵੀ ਹੋਈ, ਸਟਾਲ ਵੀ ਲੱਗੇ। ਪਰ ਇੱਕ ਗੱਲ ਉਹਨਾਂ ਨੇ ਇਹ ਵਧੀਆ ਕੀਤੀ ਕਿ ਕੁੜੀਆਂ ਉਹਦੇ ਵਿੱਚ, ਮੁਟਿਆਰਾਂ ਉਹਦੇ ਵਿੱਚ, ਬਜ਼ੁਰਗ ਉਹਦੇ ਵਿੱਚ, ਬੱਚੇ ਉਹ ਨੱਚੇ ਆ ਕੇ, ਉਹਦੇ ਵਿੱਚ ਕੋਈ ਮੁੰਡਾ ਨਹੀਂ। ਜਿਸ ਤਰ੍ਹਾਂ ਪੰਜਾਬ ਦੇ ਕਲਚਰ ਦੀ ਪਰੰਪਰਾ ਵਾ, ਇਹਨੂੰ ਉਸੇ ਤਰ੍ਹਾਂ ਉਹਨਾਂ ਮੁੜ ਕੇ ਉੱਥੇ ਦੁਬਾਰਾ ਸਰਜੀਤ ਕੀਤਾ। ਇਸੇ ਕਰਕੇ ਅੰਗਰੇਜ਼ਾਂ ਨੇ ਵੇਖਿਆ ਕਿ ਇਹ ਦੇਖੋ ਕੈਸੀ ਗੱਲ ਆ। ਉਹ 'ਚ ਮੇਅਰ ਵੀ ਆਇਆ, ਡਿਪਟੀ ਮੇਅਰ ਵੀ ਆਇਆ, ਉਹਦੇ 'ਚ ਬਹੁਤ ਕਮਿਸ਼ਨਰ ਬਾਕੀ ਲੋਕ ਵੀ ਆਏ ਔਰ ਇਹ ਦੇਖੋ ਐਸਾ ਧੂਮ ਧੜਕਾ, ਐਸਾ ਨਾਚ, ਐਸਾ ਜਿਹੜਾ ਰਿਦਮ ਉੱਥੇ ਵੇਖਣ 'ਚ ਆਇਆ, ਕਿਉਂਕਿ ਪੰਜਾਬ ਦੇ ਕਲਚਰ 'ਚ ਨਾ ਬੜਾ ਰੰਗੀਲਾ, ਬੜਾ ਰੰਗ ਆ ਔਰ ਇਹਦੇ ਵਿੱਚ ਬੜਾ ਲੋਕਾਂ ਨੂੰ ਇੰਟਰਸਟ ਬਣ ਜਾਂਦਾ, ਬੜੀ ਦਿਲਚਸਪੀ ਆ ਜਾਂਦੀ ਹੈ। ਜਦੋਂ ਢੋਲ ਵੱਜਦਾ, ਜਦੋਂ ਗਿੱਧਾ ਪੈਂਦਾ, ਤੁਹਾਡਾ ਆਪ ਜੀ ਕਰਦਾ ਨੱਚਣ। ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਹੋ ਕੇ ਆਏ ਹੋ? ਜੀ ਮੈਂ ਹੋ ਕੇ ਨਹੀਂ ਆ, ਮੈਂ ਖੁਦ ਵੇਖੀਆਂ ਪਿੰਡਾਂ 'ਚ ਆਪਣੀ। ਮੈਂ ਨਾਰਾਜ਼ ਹੋਣ ਲੱਗਾ ਸੀ, ਮੈਨੂੰ ਕਿਉਂ ਨਾਲ ਲੈ ਕੇ ਗਏ, ਮੈਂ ਵੀ ਦੇਖ ਆਉਂਦਾ। ਮੈਂ ਪੜ੍ਹਿਆ ਅੱਜ ਇੱਕ ਲੋਕਲ ਜਿਹੜੀ ਅਖਬਾਰ, ਉਹਦੇ ਵਿੱਚ ਬਕਾਇਦਾ ਫੋਟੋ ਉਹਨਾਂ ਦੀ, ਉਹ 'ਚ ਆਨਰ ਕਰ ਰਹੇ ਆ। ਮੈਂ ਦੇਖਿਆ ਉਹਦੇ 'ਚ ਗੁਰਜਤਿੰਦਰ ਰੰਧਾਵਾ ਜੀ ਖੁਦ ਆਨਰ ਕਰ ਰਹੇ ਆ ਮੇਅਰ ਨੂੰ ਔਰ ਉਹਦੇ ਵਿੱਚ ਜਿਹੜੀਆਂ ਕੁੜੀਆਂ ਅਵਲ ਰਹੀਆਂ ਜਿਨ੍ਹਾਂ ਨੇ ਉੱਥੇ ਨੱਚੀਆਂ ਗਾਈਆਂ ਉਹਨਾਂ ਨੂੰ। ਔਰ ਇਹ ਬੜੀ ਵੱਡੀ ਗੱਲ, ਮੈਂ ਇਹ ਸੋਚਦਾ ਗੋਰੇ ਵੀ ਆਏ, ਗੋਰੀਆਂ ਵੀ ਆਈਆਂ, ਇਹ ਗੋਰੇ ਗੋਰੀਆਂ ਕਿਵੇਂ ਨੱਚਦੇ ਹੋਣਗੇ? ਭੰਗੜਾ ਪਾਉਣਾ ਹੁੰਦਾ ਉਹਨਾਂ ਨੂੰ? ਤੁਸੀਂ ਵੇਖੋ ਸੀ ਕਿਤੇ ਵੀਡੀਓ ਆ ਕੇ, ਗੋਰੇ ਇੰਨਾ ਸੋਹਣਾ ਨੱਚਦੇ ਆ ਨਾ, ਇਹ ਰਿਦਮ ਆ, ਤਾਲ, ਤੁਹਾਡਾ ਪੈਰ ਆਪੇ ਉੱਠਦਾ, ਤੁਹਾਡੀ ਅੱਡੀ ਆਪੇ ਉੱਠਦੀ ਹੈ। ਪੰਜਾਬੀ ਮਿਊਜ਼ਿਕ ਇਦਾਂ ਦਾ, ਮਿਊਜ਼ਿਕ ਇਦਾਂ ਦਾ, ਇਹਨੂੰ ਫਾਲੋ ਕਰ ਲੈਂਦੇ ਸਾਰੇ। ਔਰ ਇਹਦੀ ਸਪੀਡ ਵੀ ਜ਼ਿਆਦਾ, ਤੇਜ਼ ਵੀ ਆ ਥੋੜਾ ਜਿਹਾ। ਕਈ ਲੋਕ ਕਹਿੰਦੇ ਨੇ ਕਿ ਸਾਡੇ ਮਿਊਜ਼ਿਕ ਤੇ ਨਾ, ਵਿਦੇਸ਼ੀ ਲੋਕ ਕਹਿੰਦੇ ਨੇ ਬੜੇ ਸੋਹਣੇ ਪੈਰ ਥਿਰਕਦੇ ਨੇ, ਪੈਰ ਉਠਾਉਂਦੇ ਆ, ਤੇ ਅਸੀਂ ਕਹਿੰਦੇ ਆ ਸਾਡੇ ਮਿਊਜ਼ਿਕ ਦੇ ਨਾ ਪੈਰ ਵੀ ਥਿਰਕਦੇ ਨੇ ਤੇ ਸਿਰ ਵੀ ਘੁੰਮਦਾ, ਸਿਰ ਵੀ ਥਿਰਕਦਾ ਹੈ, ਪੂਰੀ ਬੋਡੀ ਥਿਰਕਦੀ ਹੈ। ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਲੁਧਿਆਣਾ ਤੇ ਇਹਦਾ ਕਿੰਨਾ ਧਮਕ ਅਮਰੀਕਾ ਤੱਕ ਪੈਣ ਲੱਗ ਪਈ ਹੈ। ਦੇਖ ਲਓ ਅਮਰੀਕਾ ਤੱਕ ਪਹੁੰਚ ਗਈ ਗੱਲ, ਉਹ ਗੱਲ ਹੈ। ਮੈਂ ਵੈਸੇ ਸੋਚਦਾ ਹੁੰਦਾ ਕਿ ਇਦਾਂ ਦਾ ਮਾਹੌਲ ਬਣਾਈਏ ਜਿੱਥੇ ਗੋਰੀਆਂ ਬਹਿ ਕੇ ਨਾ ਮਾਲਪੂਏ ਬਣਾਉਣ, ਜ਼ਰੂਰ ਖੀਰ ਬਣਾਉਣ, ਪਕੌੜੇ ਬਣਾਉਣ, ਸਾਰਾ ਕੁਝ ਜੋ ਕਿ ਪੰਜਾਬ ਦਾ ਹੈਗਾ। ਗੋਰੀਆਂ ਕਿੱਦਾਂ ਦੀਆਂ ਲੱਗਣਗੀਆਂ ਮਾਲਪੂਏ ਬਣਾਉਂਦੀਆਂ? ਉਹ ਤਾਂ ਮਾਲਪੂੜੇ ਆ ਜਿਹੜੇ ਆਪਣਾ ਜਲੇਬੀ ਖਾਂਦੇ ਆਪਾਂ, ਉਹਨੂੰ ਵੇਖ ਕੇ ਬਹੁਤ ਹੱਸਦੇ ਆ, ਫਿਰ ਉਹਨੂੰ ਘੁਮਾਉਂਦੇ ਆ, ਜਦੋਂ ਕੱਢਦੇ ਕਿੱਦਾਂ ਗਏ, ਫਿਰ ਉਹਦੇ ਇਹਦੇ ਵਿੱਚ ਉਹ ਦੇਖਦੇ ਵੀ ਇਹਦੇ ਵਿੱਚ ਸਾਰਾ ਕੁਝ ਮਟੀਰੀਅਲ ਉਹ ਕਿੱਦਾਂ ਪੈ ਗਿਆ, ਆਪਾਂ ਖਾਂਦੇ ਆ। ਔਰ ਆਪਣੇ ਖਾਣੇ ਵੀ ਬੜੇ ਅਜੀਬ ਹੈ। ਕਹਿੰਦੇ ਕਿ ਇੱਕ ਵਾਰੀ ਨਾ ਕਹਿੰਦੇ ਕਿ ਇੱਕ ਅੰਗਰੇਜ਼ ਨੇ ਖਾਧੇ ਆਲੂਆਂ ਦੇ ਪਕੌੜੇ, ਉਹ ਸੋਚਣ ਪੈ ਗਿਆ ਕਿ ਉੱਤੇ ਕਵਰ ਚੜਿਆ ਹੋਇਆ ਹੈ, ਕਿਤੇ ਕੋਈ ਸਟਿਚਿੰਗ ਨਹੀਂ ਹੋਈ, ਇਹ ਆਲੂ ਇਹਦੇ ਵਿੱਚ ਕਿਵੇਂ ਚਲਾ ਗਿਆ? ਪੁੱਛਣ ਬਹਿ ਗਿਆ, ਕਹਿੰਦੇ ਇਹ ਤਾਂ PhD ਕਰਨੀ ਪੈਗੀ, ਰਿਸਰਚ ਕਰਨੀ ਪੈਗੀ, ਕਿੱਦਾਂ ਨਾ ਕਿੱਦਾਂ ਖਾਣਾ ਬਣਦਾ ਵਾਕਿਆ। ਔਰ ਖਾਸ ਤੌਰ ਤੇ ਤੁਸੀਂ ਦੇਖੋਗੇ ਨਾ, ਜਲੰਧਰ 'ਚ ਤਾਂ ਉਹਨਾਂ ਹੈ ਨਹੀਂ ਜਿੰਨਾ ਅੰਮ੍ਰਿਤਸਰ 'ਚ ਜਿਹੜੇ ਕਾਰੀਗਰ ਆ ਨਾ, ਜਿਹੜੇ ਪਾਕਿਸਤਾਨ 'ਚੋਂ ਜਿਹੜੇ ਪਾਰਟੀਸ਼ਨ 'ਤੇ ਆਏ ਆ, ਅੰਮ੍ਰਿਤਸਰ ਦਾ ਖਾਣਾ, ਉੱਥੋਂ ਦੇ ਜਿਹੜੀ ਦੂਜੀਆਂ ਚੀਜ਼ਾਂ ਖਾਣ ਵਾਲੀਆਂ, ਪਨੀਰ ਦੇ ਪਕੌੜੇ ਔਰ ਉਹਦੇ 'ਚ ਨਾਨ ਹੈ ਨਾ, ਔਰ ਪਾਪੜ ਜਿਹੜਾ ਇਹਦੇ ਅੰਮ੍ਰਿਤਸਰ ਦੇ,
ਇਹਦਾ ਖਾਣਾ ਤੇ ਲਾਹੌਰ ਦਾ ਖਾਣਾ ਇੱਕੋ ਜਿਹਾ ਲੱਗੂਗਾ ਔਰ ਉਹਨਾਂ ਸਵਾਦ ਹੋਊਗਾ, ਉਹਨਾਂ ਲਜ਼ਤ ਹੋਊਗੀ, ਕਿਉਂਕਿ ਉਹ ਕਾਰੀਗਰ ਇੱਥੇ ਬੈਠੇ ਆ, ਇਹ ਕਾਰੀਗਰ ਉੱਥੇ ਗਏ ਜਦੋਂ ਪਾਰਟੀਸ਼ਨ ਹੋਈ ਹੈ। ਕਿਉਂਕਿ ਅੱਜ ਦਾ ਜਿਹੜਾ ਦਿਵਸ ਹੈ ਆਜ਼ਾਦੀ ਦਾ ਦਿਵਸ ਹੈ, ਤਦ ਕਰਕੇ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਦੇ ਹਾਂ ਕਿ ਅੰਮ੍ਰਿਤਸਰ ਦਾ ਖਾਣਾ ਤੇ ਲਾਹੌਰ ਦਾ ਖਾਣਾ ਇੱਕੋ ਹੋਊਗਾ, ਬੋਲੀ ਇੱਕੋ ਹੋਊਗੀ, ਇੱਕੋ ਗਿੱਧਾ ਭੰਗੜਾ ਹੋਊਗਾ, ਇੱਕੋ ਬੋਲੀਆਂ ਹੋਣਗੀਆਂ ਤੇ ਇੱਕੋ ਵਾਰਿਸ ਦੀ ਹੀਰ ਹੋਊਗੀ ਜਿਹੜੇ ਲੋਕ ਗਾਉਂਦੇ। ਤੇ ਉਹ ਅੱਜ ਅਮਰੀਕਾ ਦੀ ਧਰਤੀ ਤੇ ਵੀ ਹੈ ਔਰ ਤੁਸੀਂ ਇੰਨਾ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਇੰਨੀਆਂ ਗਿਣਵਾ ਦਿੱਤੀਆਂ ਕਿ ਸਾਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਭੁੱਖ ਲੱਗ ਗਈ ਹੋਣੀ ਹੈ, ਇੰਨੀਆਂ ਗੱਲਾਂ ਤੁਸੀਂ ਦੱਸੀਆਂ ਨੇ। ਔਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਸ ਨੋਟ ਦੇ ਉੱਤੇ ਆਪਾਂ ਪ੍ਰੋਗਰਾਮ ਖਤਮ ਕਰਾਂਗੇ। ਹਰ ਚੀਜ਼ ਅੰਗਰੇਜ਼ੀ, ਸਨੈਕਸ, ਪਕੌੜੇ ਵੀ ਸਨੈਕਸ, ਹੈ ਨਾ, ਜਲੇਬੀ ਸਵੀਡਿਸ਼, ਪਰ ਜਲੇਬੀ ਦੀ ਇੱਕ ਪ੍ਰੋਪਰ ਇੰਗਲਿਸ਼ ਵੀ ਹੁੰਦੀ ਹੈ, ਉਹ ਤੁਹਾਨੂੰ ਪਤਾ? ਤੁਸੀਂ ਦੱਸੋ ਕੀ ਹੈ ਉਹ? ਤੁਸੀਂ ਦੱਸਿਆ ਸੀ ਨਾ ਇਦਾਂ ਬਣਾਉਂਦੇ ਨੇ, ਤੁਸੀਂ ਰਾਉਂਡ 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 ਸਟਾਪ, ਰਾਉਂਡ 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 ਸਟਾਪ, ਰਾਉਂਡ 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 ਸਟਾਪ, ਇਹ ਅੰਗਰੇਜ਼ੀ ਹੈ। ਖੈਰ ਚੱਲਦੇ ਆ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਕਹਿੰਦੇ ਆ ਕਿ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ, ਇਦਾਂ ਹੀ ਖੁਸ਼ੀਆਂ ਖੇੜੇ ਮਾਣਦੇ ਰਹੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰਦੇ ਰਹੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।